जी दोस्तों, पंजाब साहित्य अकादमी ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਸੰਕਟ ਕਾਲ ਤੇ ਅਸੀਂ ਦੀ 36ਵੀਂ ਲੜੀ ਦੇ ਵਿੱਚ ਅੱਜ ਆਪਾਂ ਪ੍ਰਵੇਸ਼ ਕਰ ਚੁੱਕੇ ਹਾਂ। ਇਸ 36ਵੀਂ ਲੜੀ ਦਾ ਜਿਹੜਾ ਸਿਰਲੇਖ ਹੈ, ਜਿਹੜਾ ਸਬਜੈਕਟ ਹੈ, ਉਹ ਹੈ ਵਿਸ਼ਵ ਨਾਗਰਿਕਤਾ ਦਾ ਮਾਡਲ। ਜੇ ਮੈਂ ਗੱਲ ਦੁਸ਼ਯੰਤ ਦੇ ਹਵਾਲੇ ਨਾਲ ਕਰਾਂ ਤਾਂ ਦੁਸ਼ਯੰਤ ਕਹਿੰਦਾ ਕਿ हो गई है पीर पर्वत सी पिघलनी चाहिए, अब इस हिमालय से कोई गंगा निकलनी चाहिए। सिर्फ हंगामा खड़ा करना मेरा मकसद नहीं, कोशिश है कि ये सूरत बदलनी चाहिए। तेरे सीने में ना सही मेरे सीने में सही, हो कहीं भी आग मगर आग जलनी चाहिए। ते साडा पंजाबी दा प्रीतम सिंह सफीर कहंदा है कि मुक जावन कैदां हदबंदियां, बन रहे ना काणी, हर एक बंदा शाह दुनिया दा ते हर एक तिमी राणी। तो दोस्तों अज असी विश्व नागरिकता की गल करांगे, उस इंसान की गल करांगे जो सचमुच इंसान है। बंदे बारे ये कहा जाता है कि बंदा बहुत कुछ बन गया पर अजे तक बंदा नहीं बनया। बंदे दे बंदा बनन दे राह दे विच किहड़ियां मुश्किलां ने ते बंदा कदों सचमुच जिहड़ा ग्लोबल होना है, सचमुच विश्व नागरिक बनना है, इस मसले ते गल करन लई अज साडे नाल तीन चिंतक ने, बहुत महत्वपूर्ण विद्वान ने, जिन्हां दे विच पहले विद्वान ने डॉक्टर हरचंद सिंह बेदी जी। डॉक्टर हरचंद सिंह बेदी प्रोफैसर एमेरिटस गुरु नानक देव यूनिवर्सिटी अमृतसर, इन्हां दा बहुत सारा काम है। फॉर्मर हैड ने सेंटर इमीग्रेशन स्टडीज गुरु नानक देव यूनिवर्सिटी अमृतसर। भाई वीर सिंह दा इनसाइक्लोपीडिया इन्हां ने तैयार किया। गुफ्तगू नां दा एक होर प्रोजेक्ट किया। अक्कर अक्कर सिमरती, प्रवासी पंजाबी साहित्य संदर्भ कोश, प्रवासी पंजाबी कविता, देश होया परदेश ते परदेश क्यों परदेसी होयो, सिख हिस्टरी ते फिलासफी ते 6 के करीब किताबां ने। टोटल किताबां लगभग इन्हां दियां 70 के करीब ने ते बहुत सारे रिसर्च पेपर ने। डॉक्टर हरचंद सिंह बेदी जी, तुहाडा बहुत बहुत स्वागत है जी। बेदी साहब, तुहाडा बहुत बहुत स्वागत है जी। बेदी साहब, माइक अपना थोड़ा माइक बंद किया है जी, तुसी इहनूं अनम्यूट कर लो जी। स्वागत है सर तुहाडा बहुत बहुत। थैंक यू जी। सत श्री अकाल बेदी साहब। सत श्री अकाल जी। ਇਹਦੇ ਨਾਲ ਹੀ ਸਾਡੇ ਨਾਲ ਦੂਜੇ ਚਿੰਤਕ ਜੋ ਜੁੜੇ ਹੋਏ ਨੇ ਉਹ ਨੇ ਡਾਕਟਰ ਧਰਮਿੰਦਰ ਸਿੰਘ ਉੱਭਾ। ਡਾਕਟਰ ਧਰਮਿੰਦਰ ਸਿੰਘ ਉੱਭਾ ਉਹ ਗਤੀਸ਼ੀਲ ਇਨਸਾਨ ਨੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਖਾਲਸਾ ਕਾਲਜ ਪਟਿਆਲਾ ਨਵੇਂ ਮੁਕਾਮ ਸਿਰਜ ਰਿਹਾ ਹੈ, ਨਵੀਆਂ ਬੁਲੰਦੀਆਂ ਵੱਲ ਜਾ ਰਿਹਾ ਹੈ। ਹਰ ਵੇਲੇ ਇਹਨਾਂ ਨੂੰ 24 ਘੰਟੇ ਕਿਸੇ ਨਾ ਕਿਸੇ ਕੰਮ ਦੇ ਵਿੱਚ, ਕਿਸੇ ਨਾ ਕਿਸੇ ਏਜੰਡੇ ਤੇ ਬਿਜੀ ਹੁੰਦੇ ਦਿਖੀਦਾ ਹੈ। ਇੰਨੀ એનર્ਜੀ ਨਾਲ ਕੰਮ ਕਰਦੇ ਨੇ ਕਿ ਆਪਣੇ ਆਪ ਤੇ ਕਿਤੇ ਨਾ ਕਿਤੇ ਸ਼ੱਕ ਪੈਦਾ ਹੁੰਦਾ ਕਿ ਅਸੀਂ ਵੀ ਕੁਝ ਕਰ ਰਹੇ ਹਾਂ। ਸੋ ਬਹੁਤ ਖੂਬਸੂਰਤ ਇਨਸਾਨ ਨੇ। ਇਹਨਾਂ ਦਾ ਜਿਹੜਾ ਕੰਮ ਹੈ, ਇਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ, ਇਹਨਾਂ ਦੀ ਜਿਹੜੀ ਰਿਸਰਚ ਹੈ, ਇਹਨਾਂ ਦੇ ਜਿਹੜੇ ਪ੍ਰੋਜੈਕਟ ਨੇ, ਉਹਨਾਂ ਦੀ ਬਹੁਤ ਵੱਡੀ ਗਿਣਤੀ ਹੈ। ਖਾਲਸਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਹੋਣ ਦੇ ਨਾਲ ਨਾਲ ਬਹੁਤ ਲੰਮਾ ਸਮਾਂ ਡਾਇਰੈਕਟਰ ਐਜੂਕੇਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਰਹੇ ਨੇ। ਬਹੁਤ ਸਾਰੀਆਂ ਕਮੇਟੀਆਂ ਦੇ ਮੈਂਬਰ ਨੇ ਤੇ ਇਹਨਾਂ ਦੀਆਂ ਕਿਤਾਬਾਂ ਦੀ ਗਿਣਤੀ ਵੀ ਲਗਭਗ 60 ਦੇ ਕਰੀਬ ਹੈ। ਤੇ ਕਮਾਲ ਦੀ ਗੱਲ ਇਹ ਹੈ ਕਿ ਕਵਿਤਾਵਾਂ ਵੀ ਲਿਖਦੇ ਨੇ, ਵਾਰਤਕ ਵੀ ਲਿਖਦੇ ਨੇ, ਮੋਟੀਵੇਸ਼ਨਲ ਲਿਟਰੇਚਰ ਵੀ ਲਿਖਦੇ ਨੇ। ਰਾਤ ਦਾ ਰੇਗਿਸਤਾਨ ਇਹਨਾਂ ਦੀ ਕਿਤਾਬ ਹੈ ਇੱਕ, ਤੇ ਅੱਖਰ ਬੋਲ ਪਏ ਇੱਕ ਹੋਰ ਕਿਤਾਬ ਹੈ। ਬੂੰਦ ਤੋਂ ਸਾਗਰ ਇੱਕ ਹੋਰ ਪੋਇਟਰੀ ਦੀ ਕਿਤਾਬ ਹੈ। ਤੇਰੇ ਨਾਲ ਇੱਕ ਹੋਰ ਪੋਇਟਰੀ ਦੀ ਕਿਤਾਬ ਹੈ। ਜੀਵਨ ਦੇ ਅੰਗ ਸੰਗ, ਇਸੇ ਤਰ੍ਹਾਂ ਹੀ ਜਿੱਤ ਦਾ ਮਾਰਗ ਤੇ ਖੁਸ਼ੀ ਦੀ ਖੋਜ, ਇਹਨਾਂ ਦੀਆਂ ਮੋਟੀਵੇਸ਼ਨਲ ਜਿਹੜੀਆਂ ਕਿਤਾਬਾਂ ਨੇ ਵਾਰਤਕ ਦੀਆਂ, ਲਗਭਗ ਇੰਟਰਨੈਸ਼ਨਲ ਜਰਨਲ ਦੇ ਵਿੱਚ ਬਹੁਤ ਸਾਰੇ ਇਹਨਾਂ ਦੇ ਰਿਸਰਚ ਪੇਪਰ ਲੱਗੇ ਨੇ। 13 ਦੇ ਕਰੀਬ ਇੰਟਰਨੈਸ਼ਨਲ ਕਾਨਫਰੰਸਿਸ ਇਹਨਾਂ ਨੇ ਅਟੈਂਡ ਕੀਤੀਆਂ ਨੇ। ਕਹਿਣ ਦਾ ਭਾਵ ਬਹੁਤ ਲੰਮਾ ਚੌੜਾ ਇਹਨਾਂ ਦਾ ਵਰਕ ਹੈ। ਤੇ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਆਪਣੇ ਨਿੱਜੀ ਪਰਿਵਾਰ ਤੋਂ ਲੈ ਕੇ ਜਿਹੜਾ ਗਲੋਬਲ ਵਿਲੇਜ ਹੈ ਉੱਥੇ ਤੱਕ ਇੱਕੋ ਤਰ੍ਹਾਂ ਦੀ ਸਾਂਝ ਤੇ ਇੱਕੋ ਤਰ੍ਹਾਂ ਦੀ ਮੁਹੱਬਤ ਨਾਲ ਵਿਚਰਦੇ ਨੇ। ਰਿਸ਼ਤਿਆਂ ਨੂੰ ਸਿਰਜਦੇ ਵੀ ਨੇ ਤੇ ਰਿਸ਼ਤਿਆਂ ਨੂੰ ਨਿਭਾਉਂਦੇ ਵੀ ਨੇ। ਸੋ ਧਰਮਿੰਦਰ ਉੱਭਾ ਜੀ ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਤੀਜੇ ਚਿੰਤਕ ਜੋ ਸਾਡੇ ਨਾਲ ਨੇ ਉਹਨੇ ਸੁਸ਼ੀਲ ਆਜ਼ਾਦ।
ਸੁਸ਼ੀਲ ਆਜ਼ਾਦ ਦਾ ਬੇਸਿਕਲੀ ਸੰਬੰਧ ਹਰਿਆਣੇ ਨਾਲ ਹੈ। ਹਰਿਆਣੇ ਦੇ ਰਤੀਆ ਕਸਬੇ ਤੋਂ ਸੰਬੰਧਿਤ ਨੇ, ਪਰ ਅੱਜ ਕੱਲ ਕੇਂਦਰੀ ਵਿਦਿਆਲਿਆ ਭਾਰਤੀ ਦੂਤਾਵਾਸ ਮਾਸਕੋ ਦੇ ਵਿੱਚ ਅਧਿਆਪਕ ਦੇ ਤੌਰ ਤੇ ਕੰਮ ਕਰ ਰਹੇ ਨੇ ਤੇ ਉੱਥੇ ਇਹਨਾਂ ਨੇ ਬਹੁਤ ਸਾਰਾ ਕਮਾਲ ਦਾ ਕੰਮ ਕੀਤਾ ਮਾਸਕੋ ਦੇ ਵਿੱਚ ਰਹਿੰਦਿਆਂ। ਇਹਨਾਂ ਦੀ ਇੱਕ ਕਿਤਾਬ ਹੈ रतिया से रशिया मेरा सफरनामा। मास्को में मैं और मेरी हिंदी, जब मैं सड़क पर था, दिन पिघल रहे हैं, समाज तो विकलांग था। ये इन्हां दा काव्य संग्रह है ते इन्हां ने रूस दे विच रह के, मास्को च रह के हिंदी पत्रिका दिशा दा संपादन किया है। एक बहुत कमाल दी किताब इन्हां ने तैयार की है बच्चों लई, जिहदे विच हिंदी, अंग्रेजी, पंजाबी ते रशियन 4 ਭਾਸ਼ਾਵਾਂ ਨੂੰ ਸਿਖਾਉਣ ਦਾ ਉਪਰਾਲਾ ਕੀਤਾ। 4 in 1 ਮੈਜਿਕ ਉਸ ਕਿਤਾਬ ਦਾ ਨਾਮ ਹੈ। ਤੇ ਬਹੁਤ ਸਾਰੇ ਰਾਸ਼ਟਰੀ ਅੰਤਰਰਾਸ਼ਟਰੀ ਸੰਮੇਲਨਾਂ, ਕਾਨਫਰੰਸਾਂ, ਮੀਟਿੰਗਾਂ ਤੇ ਹੋਰ ਪ੍ਰੋਗਰਾਮਾਂ ਦੇ ਮੰਚਾਂ ਤੇ ਇਹ ਆਪਣੀ ਗੱਲ ਸਾਂਝੀ ਕਰਦੇ ਰਹੇ ਨੇ। ਸੋ ਸੁਸ਼ੀਲ ਆਜ਼ਾਦ ਜੀ, ਤੁਹਾਡਾ ਵੀ ਸਰ ਬਹੁਤ ਬਹੁਤ ਸਵਾਗਤ ਹੈ ਜੀ। ਸੁਸ਼ੀਲ ਆਜ਼ਾਦ ਜੀ, ਮਾਈਕ ਆਪਣਾ ਖੋਲ ਲਓ ਜੀ, ਤੁਹਾਡਾ ਮਾਈਕ ਬੰਦ ਹੈ ਜੀ। ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹਨਾਂ ਦੇ ਨਾਲ ਸਿਰਜਣਾ ਦੇ ਪਲਾਂ ਦੇ ਰੂਪ ਦੇ ਵਿੱਚ ਸਾਡੇ ਨਾਲ ਜੋ ਅੱਜ ਬੇਟੀ ਅਸੀਂ ਸ਼ਾਮਲ ਕੀਤੀ ਹੈ, ਸ਼ਬਨਮ ਖਾਨ। ਸ਼ਬਨਮ ਖਾਨ MA ਮਿਊਜ਼ਿਕ ਦੀ ਵਿਦਿਆਰਥਣ ਹੈ ਖਾਲਸਾ ਕਾਲਜ ਪਟਿਆਲਾ ਦੇ ਵਿੱਚ ਹੀ, ਪਰ ਇਸ ਨੇ ਇੰਨੀ ਛੋਟੀ ਉਮਰ ਦੇ ਵਿੱਚ ਸੰਗੀਤ ਦੇ ਖੇਤਰ ਦੇ ਵਿੱਚ ਬਹੁਤ ਮੱਲਾਂ ਮਾਰੀਆਂ ਨੇ। ਇਹਨੇ ਜਿਹੜਾ ਵਾਇਸ ਆਫ ਪੰਜਾਬ ਰਿਐਲਿਟੀ ਸ਼ੋਅ ਹੈ ਉਹਦੀ ਫਾਈਨਲਿਸਟ ਰਹੀ ਹੈ ਕੁੜੀ ਇਹ, ਤੇ ਬਹੁਤ ਕਮਾਲ ਦੀ ਆਵਾਜ਼ ਦੀ ਮਲਕ ਹੈ। ਖਾਲਸਾ ਕਾਲਜ ਦੇ ਵਿੱਚ ਮਿਊਜ਼ਿਕ ਡਿਪਾਰਟਮੈਂਟ ਦੇ ਵਿੱਚ ਰਹਿੰਦਿਆਂ ਇਹਨੇ ਬਹੁਤ ਸਾਰੇ ਗੀਤ ਰਿਕਾਰਡ ਕਰਾਏ ਨੇ ਜੋ ਖਾਲਸਾ ਕਾਲਜ ਦੇ ਆਪਣੇ ਚੈਨਲ ਤੇ ਉਪਲਬਧ ਨੇ, ਤੇ ਨਾਲ ਨਾਲ ਪੰਜਾਬੀ ਦੇ ਹੋਰ ਬਹੁਤ ਸਾਰੇ ਚੈਨਲਾਂ ਤੇ ਉਹ ਜਿਹੜੇ ਗੀਤ ਨੇ ਉਹ ਟੈਲੀਕਾਸਟ ਵੀ ਹੋਏ ਨੇ। ਬਾਬੇ ਨਾਨਕ ਦੀ ਘੋੜੀ ਬਹੁਤ ਖੂਬਸੂਰਤ ਆਵਾਜ਼ ਦੇ ਵਿੱਚ ਗਾਈ ਹੈ ਤੇ ਹੋਰ ਬਹੁਤ ਸਾਰੇ ਗੀਤ ਗਾਏ ਨੇ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਮੁਕਾਬਲਿਆਂ ਦੇ ਵਿੱਚ ਬਹੁਤ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਇਸ ਬੱਚੀ ਨੇ। ਸ਼ਬਨਮ ਖਾਨ, ਤੁਹਾਡਾ ਵੀ ਬਹੁਤ ਸਵਾਗਤ ਹੈ। ਬਹੁਤ ਬਹੁਤ ਥੈਂਕ ਯੂ ਸੋ ਮਚ ਸਰ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਸ ਤੋਂ ਪਹਿਲਾਂ ਕਿ ਆਪਾਂ ਪ੍ਰੋਗਰਾਮ ਦੀ ਲੜੀ ਨੂੰ ਸ਼ੁਰੂ ਕਰੀਏ, ਸ਼ਬਨਮ ਬੇਟੇ, ਇੱਕ ਤਾਂ ਮੈਂ ਤੈਨੂੰ ਫਿਰ ਬੇਨਤੀ ਕਰਦਾ ਕਿ ਦੇਖ ਤੇਰੇ ਨੈਟਵਰਕ ਦੀ ਪ੍ਰੋਬਲਮ ਆਪਾਂ ਨੂੰ ਆਊਗੀ, ਤੇਰੀ ਆਵਾਜ਼ ਪ੍ਰੋਪਰ ਕਨਵੇ ਨਹੀਂ ਹੋਣੀ ਹੈਗੀ। ਹੁਣ ਵੀ ਟੁੱਟ ਰਹੀ ਹੈ ਤੇਰੀ ਆਵਾਜ਼। ਜੇ ਕਿਤੇ ਨੈਟਵਰਕ ਤੇਰੇ ਘਰ ਦੇ ਵਿੱਚ ਹੋਰ ਠੀਕ ਆਉਂਦਾ ਤਾਂ ਥੋੜੀ ਜਿਹੀ ਆਪਣੀ ਕੋਈ ਲੋਕੇਸ਼ਨ ਚੇਂਜ ਕਰ ਲੈ। ਮੈਂ ਬੇਨਤੀ ਕਰੂੰਗਾ ਡਾਕਟਰ ਸਰਬਜੀਤ ਕੌਰ ਸੋਲ ਹੋਰਾਂ ਨੂੰ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅਸੀਂ ਇਹ ਸੰਕਟ ਕਾਲ ਤੇ ਅਸੀਂ ਦੀ ਜਿਹੜੀ 36ਵੀਂ ਲੜੀ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਡਾਕਟਰ ਸਰਬਜੀਤ ਕੌਰ ਸੋਲ ਤੇ ਡਾਕਟਰ ਸਤੀਸ਼ ਕੁਮਾਰ ਵਰਮਾ ਹੋਰਾਂ ਦੀ ਰਹਿਨੁਮਾਈ ਦੇ ਵਿੱਚ ਪੰਜਾਬ ਸਾਹਿਤ ਅਕਾਦਮੀ ਨੇ ਬਹੁਤ ਬੁਲੰਦੀ ਨਾਲ ਕੰਮ ਕੀਤੇ ਨੇ, ਬਹੁਤ ਸਾਰੇ ਵੱਡੇ ਮਾਰਕੇ ਮਾਰੇ ਨੇ। ਤੇ ਸੰਕਟ ਕਾਲ ਤੇ ਅਸੀਂ ਇੱਕ ਇਹੋ ਜਿਹਾ ਉਪਰਾਲਾ ਹੈ, ਜਦੋਂ ਸੰਕਟ ਕਾਲ ਦੇ ਵਿੱਚ ਸਾਰਾ ਕੁਝ ਠਹਿਰ ਗਿਆ ਸੀ, ਜਦੋਂ ਜ਼ਿੰਦਗੀ ਰੁਕੀ ਸੀ, ਉਸ ਰੁਕੀ ਹੋਈ ਜ਼ਿੰਦਗੀ ਦੇ ਵਿੱਚ ਇੱਕ ਸੰਵਾਦ ਦਾ ਉਪਰਾਲਾ, ਸੰਵਾਦ ਦਾ ਇੱਕ ਸਿਲਸਿਲਾ ਅਸੀਂ ਸ਼ੁਰੂ ਕੀਤਾ ਇਹਨਾਂ ਦੀ ਅਗਵਾਈ ਦੇ ਵਿੱਚ। ਸੋ ਡਾਕਟਰ ਸਰਬਜੀਤ ਕੌਰ ਸੋਲ ਸਾਡੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਨਗੇ। ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਜੀ। ਪੰਜਾਬ ਸਾਹਿਤ ਅਕਾਦਮੀ ਦੇ ਇਸ ਲੜੀਵਾਰ ਸਿਲਸਿਲੇ 'ਚ ਸੰਕਟ ਕਾਲ ਤੇ ਸਾਹਿਤ ਦੀ ਵਿੱਚ ਅੱਜ ਸਾਡੀ 36ਵੀਂ ਲੜੀ ਦੇ ਵਿੱਚ ਆਏ ਹੋਏ ਬਹੁਤ ਹੀ ਸਤਿਕਾਰਤ ਸਾਡੇ ਅੱਜ ਦੇ ਮਹਿਮਾਨ ਡਾਕਟਰ ਹਰਚੰਦ ਸਿੰਘ ਬੇਦੀ, ਪ੍ਰੋਫੈਸਰ ਐਮੀਰਾਟਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾਕਟਰ ਧਰਮਿੰਦਰ ਸਿੰਘ ਉੱਭਾ, ਪ੍ਰਿੰਸੀਪਲ ਖਾਲਸਾ ਕਾਲਜ ਪਟਿਆਲਾ, ਡਾਕਟਰ ਸੁਸ਼ੀਲ ਆਜ਼ਾਦ ਭਾਰਤੀ ਦੂਤਾਵਾਸ ਮਾਸਕੋ ਤੋਂ, ਤੇ ਸਾਡੀ ਪਿਆਰੀ ਬੱਚੀ ਸ਼ਬਨਮ ਖਾਨ ਜਿਹੜੀ ਕਿ ਆਪਣੀ ਸਿਰਜਣਾ ਦੇ ਪਲਾਂ ਤਹਿਤ ਆਪਣੀ ਖੂਬਸੂਰਤ ਆਵਾਜ਼ ਦੇ ਵਿੱਚ ਕਵਿਤਾ ਸੁਣਾਏਗੀ, ਗਾਇਨ ਕਰੇਗੀ। ਸੋ ਅੱਜ ਬੜਾ ਖੂਬਸੂਰਤ ਮੈਂ ਕਹੂੰਗੀ ਕਿ ਮੰਜ਼ਰ ਹੈ, ਔਰ ਜੇ ਅਸੀਂ ਵਿਸ਼ਵ ਦੀ ਗੱਲ ਕਰ ਰਹੇ ਹਾਂ ਤਾਂ ਸਾਡੇ ਕੋਲੇ ਵਿਸ਼ਵ ਦੇ ਗਿਆਤਾ ਜਿਹੜੇ ਨੇ, ਵਿਸ਼ਵ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਸਾਡੇ ਨਾਲ ਅੱਜ ਜਿਹੜੇ ਸਾਡੇ ਚਿੰਤਕ ਨੇ ਉਹ ਜੁੜੇ ਹੋਏ ਨੇ। ਤੇ ਪੰਜਾਬ ਸਾਹਿਤ ਅਕੈਡਮੀ ਦਾ ਸੰਕਟ ਕਾਲ ਤੇ ਸਾਹਿਤ ਦਾ ਇਹ ਮਕਸਦ ਵੀ ਇਹੀ ਹੈ ਕਿ ਅਸੀਂ ਇਸ ਵੇਲੇ ਜਦੋਂ ਸਾਨੂੰ ਘਰਾਂ ਤੋਂ ਬਾਹਰ ਜਾਣ 'ਚ ਡਰ ਲੱਗਦਾ ਹੈ ਤੇ ਸਾਨੂੰ ਘਰਾਂ ਦੇ ਵਿੱਚ ਅਸੀਂ ਬੰਦ ਹਾਂ ਤੇ ਪੰਛੀ ਆਜ਼ਾਦ ਨੇ, ਤੇ ਬਹੁਤ ਕੁਝ ਆ ਜਿਹੜਾ ਬੰਦੇ ਨੂੰ ਇਹਨਾਂ ਪਲਾਂ ਦੇ ਵਿੱਚ ਸਿੱਖਣਾ ਪਊਗਾ, ਤੇ ਉਹ ਸਿੱਖਣ ਦੀ ਕੋਸ਼ਿਸ਼ ਵੀ ਕਰ ਰਿਹਾ। ਤੇ ਮੈਨੂੰ ਲੱਗਦਾ ਜਦੋਂ ਅਸੀਂ ਇਸ ਸੰਕਟ ਕਾਲ ਤੋਂ ਉੱਭਰ ਕੇ ਬਾਹਰ ਆਵਾਂਗੇ, ਜਦੋਂ ਸਾਰਾ ਕੁਝ ਅਲੋਪ ਹੋ ਜਾਏਗਾ, ਤਾਂ ਅਸੀਂ ਬੜੇ ਵੱਖਰੀ ਤਰ੍ਹਾਂ ਨਾਲ ਇੱਕ ਨਾਗਰਿਕ ਬਣ ਕੇ ਅਸੀਂ ਨਿਕਲਾਂਗੇ। ਸਾਡੀ ਸੋਚ, ਸਾਡਾ ਵਿਹਾਰ, ਸਾਡੇ ਜਿਹੜੇ ਸੱਭਿਆਚਾਰ ਦੇ ਵਿੱਚ ਵੀ
ਬਹੁਤ ਸਾਰੇ ਬਦਲਾਵ ਜਿਹੜੇ ਨੇ ਉਹ ਇਸ ਵੇਲੇ ਰੂਪਾਂਤਰਨ ਦੇ ਤਹਿਤ ਆ ਰਹੇ ਨੇ। ਸੋ ਡਾਕਟਰ ਹਰਚੰਦ ਸਿੰਘ ਬੇਦੀ ਜੀ ਨੂੰ ਬਹੁਤ ਮੈਂ ਵਧੀਆ ਤਰ੍ਹਾਂ ਨਾਲ ਇਹਨਾਂ ਨੂੰ ਮਿਲੀ ਵੀ ਔਰ ਇਹਨਾਂ ਨੂੰ ਮੈਂ ਜਾਣਦੀ ਹਾਂ। ਅੰਮ੍ਰਿਤਸਰ ਮੇਰੀ ਆਪਦੀ ਯੂਨੀਵਰਸਿਟੀ ਆ, ਮੈਂ ਉੱਥੋਂ ਪੜ੍ਹੀ ਹਾਂ ਤੇ ਬੜਾ ਚੰਗਾ ਲੱਗਦਾ ਹੈ। ਅੱਜ ਅਸੀਂ ਇਹਨਾਂ ਦੇ ਵਿਚਾਰ ਸੁਣਾਂਗੇ। ਧਰਮਿੰਦਰ ਸਿੰਘ ਉੱਭਾ ਜੀ ਨੂੰ ਫੇਸਬੁੱਕ ਤੇ ਬਹੁਤ ਸਾਰਾ ਮੈਂ ਇਹਨਾਂ ਦੇ ਪੜ੍ਹਦੀ ਵੀ ਰਹਿੰਦੀ ਹਾਂ, ਪ੍ਰੋਗਰਾਮ ਵੀ ਇਹਨਾਂ ਦੇ ਬਹੁਤ ਸੋਹਣੇ। ਇਹ ਆਪਣੇ ਕਾਲਜ ਦੇ ਵਿੱਚ ਬੜੇ ਗਤੀਸ਼ੀਲ ਪ੍ਰਿੰਸੀਪਲ ਨੇ, ਬਹੁਤ ਸਾਰੇ ਸੈਮੀਨਾਰ ਹੁੰਦੇ ਨੇ, ਬਹੁਤ ਸਾਰਾ ਕੁਛ ਇਹਨਾਂ ਦਾ ਜਿਹੜਾ ਸਭ ਦੇ ਨਾਲ ਸਾਂਝਾ ਹੁੰਦਾ ਰਹਿੰਦਾ। ਤੇ ਇਸੇ ਤਰ੍ਹਾਂ ਮਾਸਕੋ ਤੋਂ ਸਾਡੇ ਨਾਲ ਅਜੇ ਤੱਕ ਕੋਈ ਨਹੀਂ ਸੀ ਜੁੜਿਆ, ਸੋ ਅੱਜ ਅਸੀਂ ਇਹਨਾਂ ਦੇ ਵੀ ਸ਼ੁਕਰਗੁਜ਼ਾਰ ਹਾਂ। ਸੁਸ਼ੀਲ ਆਜ਼ਾਦ ਜੀ ਧੰਨਵਾਦ ਜੀ। ਜੀ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਕਹਿੰਦੀ ਹਾਂ ਮੈਂ। ਔਰ ਇਹਦੇ ਨਾਲ ਉਹਨਾਂ ਸਾਰੇ ਪਿਆਰੇ ਸਾਡੇ ਦਰਸ਼ਕ, ਸਾਡੇ ਸਰੋਤੇ, ਸਾਡੇ ਨਾਲ ਜੁੜੇ ਹੋਏ ਚਿੰਤਕ, ਬੁੱਧੀਜੀਵੀ ਜਿਹੜੇ ਹਰ ਰੋਜ਼ ਇਸ ਪ੍ਰੋਗਰਾਮ ਨੂੰ ਵੇਖਦੇ ਨੇ ਔਰ ਇਹਦੀ ਉਡੀਕ ਕਰਦੇ ਨੇ ਤੇ ਹਰ ਰੋਜ਼ ਸਾਡੇ ਨਾਲ ਜੁੜਦੇ ਨੇ, ਉਹਨਾਂ ਨੂੰ ਵੀ ਮੈਂ ਉਹਨਾਂ ਦਾ ਨਿੱਘਾ ਸਵਾਗਤ ਕਰਦੀ ਹਾਂ। ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਵਿਸ਼ਵ ਨਾਗਰਿਕਤਾ ਦਾ ਮਾਡਲ, ਤਾਂ ਇਹਦੇ ਬਾਰੇ ਮੈਂ ਥੋੜਾ ਜਿਹਾ ਬਸ ਗੱਲ ਕਰਨੀ ਚਾਹਾਂਗੀ ਕਿ ਜੋ ਮੇਰੀ ਸਮਝ ਹੈ ਉਹਦੇ ਅਨੁਸਾਰ ਜਦੋਂ ਮਨੁੱਖ ਪੈਦਾ ਹੋਇਆ ਸੀ ਤਾਂ ਉਸ ਤੋਂ ਪਹਿਲਾਂ ਸ੍ਰਿਸ਼ਟੀ ਪੈਦਾ ਹੋਈ ਸੀ ਤੇ ਫਿਰ ਪਸ਼ੂ ਪੰਛੀ ਜਾਨਵਰ ਪੈਦਾ ਹੋਏ। ਹੌਲੀ ਹੌਲੀ ਵਿਕਾਸ ਕਰਦਿਆਂ ਮਤਲਬ ਕਿਹਾ ਜਾਂਦਾ ਹੈ ਕਿ ਡਾਰਵਿਨ ਦੇ ਸਿਧਾਂਤ ਅਨੁਸਾਰ ਕਿ ਬੰਦਾ ਜਿਹੜਾ ਸੀ ਉਹ ਬਣਿਆ। ਤੇ ਜੇਕਰ ਹੁਣ ਅਸੀਂ ਕਹਿ ਲਓ ਕਿ ਅਸੀਂ ਹੌਲੀ ਹੌਲੀ ਸਾਡੀ ਕਬਜ਼ੇ ਦੀ ਪ੍ਰਵਿਰਤੀ ਨੇ ਇੰਨਾ ਕੁ ਕਾਬੂ ਕਰ ਲਿਆ, ਉਸ ਪ੍ਰਕਿਰਤੀ ਨੂੰ ਨਸ਼ਟ ਕਰ ਦਿੱਤਾ। ਉਹ ਜਿਹੜੇ ਸਾਡੇ ਸਹਿ ਹੋਂਦ ਦੇ ਵਿੱਚ ਪਸ਼ੂ ਪੰਛੀ ਜਨੌਰ ਫੁੱਲ ਬੂਟੇ ਤਿਤਲੀਆਂ, ਉਹਨਾਂ ਨੂੰ ਵੀ ਅਸੀਂ ਨਸ਼ਟ ਕਰਨ ਤੇ ਤੁਲੇ ਹੋਏ ਹਾਂ, ਜਦ ਕਿ ਇਹ ਸਾਰੇ ਇੱਕ ਦੂਜੇ ਦੇ ਸਹਾਇਕ ਨੇ। ਇਹਨਾਂ ਤੋਂ ਬਿਨਾਂ ਮਨੁੱਖੀ ਜੀਵਨ ਨਹੀਂ ਹੋ ਸਕਦਾ, ਅਸੰਭਵ ਹੈ। ਮੰਨ ਲਓ ਕਿ ਜੇ ਅੱਜ ਆਕਸੀਜਨ ਬੰਦ ਹੋ ਜਾਏ ਤਾਂ ਸਾਰੇ ਹੀ ਜਿਹੜੇ ਜੀਵ ਨੇ, ਮਨੁੱਖ ਨੇ, ਉਹ ਖਤਮ ਹੋ ਜਾਣਗੇ। ਤੇ ਜੇ ਮਨੁੱਖ ਖਤਮ ਹੋ ਜਾਏ ਤੇ ਪ੍ਰਕਿਰਤੀ ਨੂੰ ਕੋਈ ਫਰਕ ਨਹੀਂ ਪੈਂਦਾ, ਪ੍ਰਕਿਰਤੀ ਨੇ ਇਸੇ ਤਰ੍ਹਾਂ ਹੀ ਰਹਿਣਾ ਆ। ਸੋ ਸਾਨੂੰ ਇਹਦੀ ਪ੍ਰਕਿਰਤੀ ਦੀ, ਇਸ ਸਭ ਕਾਸੇ ਦੀ ਲੋੜ ਹੈ। ਤੇ ਇਹ ਲੋੜ ਨੇ ਸਾਨੂੰ ਹੁਣ ਹੋਰ ਵੀ ਸਮਝਾ ਦਿੱਤੀ ਹੈ ਇਹ ਗੱਲ ਕਿ ਇਸ ਵੇਲੇ ਅਸੀਂ ਪਹਿਲਾਂ ਕਹਿੰਦੇ ਸੀ ਜੀ ਇੱਕ ਪਿੰਡ ਆ, ਪਿੰਡ ਦੇ ਵਿੱਚ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ। ਹੌਲੀ ਹੌਲੀ ਅਸੀਂ ਫੈਲਦੇ ਫੈਲਦੇ ਵਿਸ਼ਵ ਤੱਕ ਪਹੁੰਚ ਗਏ, ਪਰ ਫਿਰ ਵੀ ਸਾਡੀ ਜਿਹੜੀ ਸੋਚ ਸੀ ਉਹ ਕਬਜ਼ਾਵਾਦੀ ਹੀ ਰਹੀ ਔਰ ਅਸੀਂ ਖਪਤਵਾਦ ਵਾਲੇ ਪਾਸੇ ਵੱਧ ਗਏ। ਜਿਹੜਾ ਜ਼ਿਹਨ ਦਾ ਸਕੂਨ ਸੀ ਉਹ ਮੰਨਫੀ ਹੁੰਦਾ ਗਿਆ, ਮਨੁੱਖ ਖਿੰਡਰਦਾ ਗਿਆ ਤੇ ਉਹਦੀਆਂ ਜਿਹੜੀਆਂ ਸਭ ਤਰ੍ਹਾਂ ਦੀਆਂ ਜਿਹੜੇ ਉਹਦੇ ਕਿਰਦਾਰ ਸੀ ਉਹਦਾ ਵੀ ਪਤਨ ਹੋ ਗਿਆ। ਸੋ ਮੈਂ ਕਿਤੇ ਪੜ੍ਹਿਆ ਸੀ ਕਿ ਜਦੋਂ ਕਿਤੇ ਚਾਈਨਾ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਆ ਤੇ ਅਮਰੀਕਾ 'ਚ ਪ੍ਰੋਬਲਮ ਹੁੰਦੀ ਆ, ਤੇ ਜਿਹੜੀ ਬਿਮਾਰੀ ਸਾਡੇ ਤੱਕ ਅਪੜੀ ਆ ਉਹ ਜਹਾਜ਼ ਰਾਹੀਂ ਆਈ ਆ, ਤਾਂ ਇਹਦਾ ਮਤਲਬ ਇਹ ਹੈ ਕਿ ਸਾਨੂੰ ਉਸ ਤੋਂ ਬਹੁਤ ਜ਼ਿਆਦਾ ਸਿਆਣੇ ਹੋ ਕੇ, ਉਸ ਤੋਂ ਵੀ ਜ਼ਿਆਦਾ ਰਫ਼ਤਾਰ ਨਾਲ ਇਸ ਦੀ ਜਿਹੜੀ ਸੀ ਪੇਸ਼ਬੰਦੀ ਕਰਨੀ ਚਾਹੀਦੀ ਸੀ ਔਰ ਇਹਦੇ ਤੋਂ ਬਚਾਓ ਦੇ ਸਾਧਨ ਜਿਹੜੇ ਸੀ ਸਾਨੂੰ ਪੈਦਾ ਕਰਨੇ ਚਾਹੀਦੇ ਸੀ, ਪਰ ਅਸੀਂ ਨਹੀਂ ਕਰ ਸਕੇ। ਸੋ ਇਸ ਵੇਲੇ ਪੂਰੇ ਦਾ ਪੂਰਾ ਵਿਸ਼ਵ ਜਿਹੜਾ ਹੈ ਉਹ ਇੱਕ ਪਿੰਡ ਦਾ ਰੂਪ ਬਣ ਗਿਆ। ਕਿਤੇ ਵੀ ਅਸਾਵਾਂਪਨ ਆਉਂਦਾ ਹੈ, ਕਿਤੇ ਸੁਨਾਮੀ ਆਉਂਦੀ ਹੈ, ਕਿਤੇ ਦੀ ਆਰਥਿਕ ਵਿਵਸਥਾ ਖਰਾਬ ਹੁੰਦੀ ਆ, ਕਿਤੇ ਪਰਮਾਣੂ ਧਮਾਕਾ ਹੁੰਦਾ ਆ, ਕਿਤੇ ਵਾਤਾਵਰਨ ਦਾ ਪ੍ਰਦੂਸ਼ਣ ਹੁੰਦਾ ਆ, ਤੇ ਉਹ ਸਾਰੇ ਦਾ ਸਾਰਾ ਜਿਹੜਾ ਆ ਪੂਰੇ ਵਿਸ਼ਵ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਆ। ਸੋ ਇਹ ਜਿਹੜਾ ਮੈਂ ਤਾਂ ਇਹ ਵੀ ਲੱਗਦਾ ਹੁੰਦਾ ਕਿ ਜੇ ਤੁਹਾਡਾ ਗੁਆਂਢੀ ਭੁੱਖ ਹੈ ਜਾਂ ਉਦਾਸ ਹੈ ਤੇ ਉਹਦਾ ਅਸਰ ਵੀ ਤੁਹਾਡੇ ਤੇ ਜ਼ਰੂਰ ਪੈਂਦਾ। ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਤਾਂ ਇਸ ਲਈ ਜਾਂਦੇ ਹਾਂ ਕਿ ਉੱਥੇ ਸਭ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਸ਼ੁੱਧ ਹੋਈਆਂ ਹੁੰਦੀਆਂ ਨੇ। ਉਸ ਵੇਲੇ ਉਹ ਮਨੁੱਖ ਸਾਰੀਆਂ ਚੀਜ਼ਾਂ ਤੋਂ ਲਾਂਭੇ ਹੋਇਆ ਹੁੰਦਾ। ਮੇਰੇ ਕਹਿਣ ਦਾ ਭਾਵ ਸਿਰਫ ਇੰਨਾ ਆ ਕਿ ਇਸ ਵੇਲੇ ਜਿਹੜੀ ਜ਼ਿੰਦਗੀ ਹੈ ਉਹ ਸਾਡੀ ਇੱਕ ਦੂਜੇ ਦੇ ਉੱਤੇ ਨਿਰਭਰ ਆ। ਮਨੁੱਖ ਦੀ ਮਨੁੱਖ ਤੇ ਤਾਂ ਹੈ ਹੀ ਆ, ਉਹ ਕੁਦਰਤ ਤੇ ਵੀ ਆ, ਉਹ ਪਸ਼ੂ ਪੰਛੀਆਂ ਤੇ ਵੀ ਆ। ਸੋ ਅਸੀਂ ਸਾਰੇ ਇੱਕ ਸਰਕਲ 'ਚ ਘੁੰਮ ਰਹੇ ਹਾਂ ਤੇ ਇਸ ਪ੍ਰੋਗਰਾਮ ਰਾਹੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਗੱਲ ਨਿਖਰ ਕੇ ਸਾਹਮਣੇ ਆਵੇ ਕਿ ਅਸੀਂ ਇਸ ਨੂੰ ਬਰਕਰਾਰ ਵੀ ਕਿਵੇਂ ਰੱਖਣਾ ਤੇ ਇਸ ਨੂੰ ਖਰਾਬ ਹੋਣ ਤੋਂ, ਹੋਰ ਇਹਨੂੰ ਨੁਕਸਾਨੇ ਜਾਣ ਤੋਂ ਅਸੀਂ ਕਿਵੇਂ ਬਚਾ ਸਕਦੇ ਹਾਂ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਰਚੰਦ ਸਿੰਘ ਬੇਦੀ ਜੀ ਦਾ, ਧਰਮਿੰਦਰ ਸਿੰਘ ਉੱਭਾ ਜੀ ਦਾ ਤੇ ਸੁਸ਼ੀਲ ਆਜ਼ਾਦ ਤੇ ਪਿਆਰੀ ਬੱਚੀ ਸ਼ਬਨਮ ਖਾਨ, ਬਹੁਤ ਨਿੱਘਾ ਸਵਾਗਤ ਹੈ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਸਾਰੇ ਦਰਸ਼ਕਾਂ ਵੱਲੋਂ ਵੀ ਜਿਹੜੇ ਇਸ ਵੇਲੇ ਪ੍ਰੋਗਰਾਮ ਵੇਖ ਰਹੇ ਨੇ। ਤੇ ਚਲੋ ਅੱਜ ਅਸੀਂ ਇਹਨਾਂ ਚਿੰਤਕਾਂ ਵਿਦਵਾਨਾਂ ਦੀਆਂ ਗੱਲਾਂ ਸੁਣਦੇ ਹਾਂ।
ਖੁਸ਼ ਆਮਦੀਦ। ਥੈਂਕ ਯੂ ਮੈਮ, ਥੈਂਕ ਯੂ। ਤੇ ਹੁਣ ਆਪਾਂ ਸਿੱਧਾ ਚੱਲਦੇ ਆ ਸ਼ਬਨਮ ਖਾਨ ਕੋਲ। ਸ਼ਬਨਮ ਖਾਨ ਬੇਟੇ, ਤੁਸੀਂ ਅੱਜ ਸਾਨੂੰ ਕੀ ਸੁਣਾਓਗੇ, ਕੀ ਸਾਡੇ ਨਾਲ ਸਾਂਝਾ ਕਰੋਗੇ? ਤੁਹਾਡੇ ਕੋਲੇ 5-6 ਮਿੰਟ ਨੇ। 5-6 ਮਿੰਟ ਦੇ ਵਿੱਚ ਤੁਸੀਂ ਸਾਡੇ ਨਾਲ ਕੁਝ ਜਿਹੜੀਆਂ ਤੁਹਾਡੀਆਂ ਮੇਨ ਚੀਜ਼ਾਂ ਨੇ ਉਹ ਸਾਡੇ ਨਾਲ ਸਾਂਝੀਆਂ ਕਰੋ। ਸ਼ਬਨਮ ਖਾਨ, ਤੁਹਾਡਾ ਸਵਾਗਤ ਹੈ। ਡਾਕਟਰ ਸਾਹਿਬ, ਸ਼ੇਅਰ ਦੀ ਪ੍ਰੋਵੀਜ਼ਨ ਨਹੀਂ ਆ ਰਹੀ। ਮੈਂ ਕਰਤਾ ਜੀ ਮੈਮ, ਦੇਖੋ ਤੁਸੀਂ ਚੈੱਕ ਕਰੋ। ਨਹੀਂ ਆ ਰਿਹਾ। ਹਾਂਜੀ ਸ਼ਬਨਮ ਖਾਨ। ਹਾਂਜੀ ਸਰ, ਫਸਟ ਆਫ ਆਲ ਸਭ ਤੋਂ ਪਹਿਲਾਂ ਸਾਰਿਆਂ ਨੂੰ ਦੀ ਮੇਰੀ ਰਿਸਪੈਕਟ, ਸਾਡੇ ਪ੍ਰੋਫੈਸਰ, ਸਾਡੇ ਪ੍ਰਿੰਸੀਪਲ ਸਰ, ਸਾਡੇ ਜੱਜੀ ਸਰ, ਬੇਦੀ ਸਰ, ਜਿੰਨੇ ਵੀ ਰਿਸਪੈਕਟਡ ਪ੍ਰਿੰਸੀਪਲ ਸਰ ਨੇ ਸਾਡੇ, ਸੌਰੀ ਜਿੰਨੇ ਵੀ ਸਾਡੇ ਰਿਸਪੈਕਟਡ ਐਡ ਨੇ ਸਾਡੇ ਨਾਲ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਸਤਿਕਾਰ। ਤੇ ਮੈਂ ਆਪਣੇ ਬਾਰੇ ਦੱਸੂੰਗੀ ਕਿ ਮੈਂ ਖਾਲਸਾ ਕਾਲਜ ਪਟਿਆਲਾ ਦੀ ਸਟੂਡੈਂਟ ਹਾਂ, MA ਸੈਕੰਡ ਈਅਰ ਮਿਊਜ਼ਿਕ ਵੋਕਲ ਕਰ ਰਹੀ ਹਾਂ ਮੈਂ। ਤੇ ਮੈਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦੀ ਹਾਂ ਕਿ ਮੈਂ ਖਾਲਸਾ ਕਾਲਜ ਵਿੱਚ ਐਡਮਿਸ਼ਨ ਲਈ। ਤੇ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸਾਡੇ ਪ੍ਰਿੰਸੀਪਲ ਸਰ ਦੀ, ਤੇ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ, ਤੇ ਸਾਡੇ ਜਗਦੀਪ ਸਰ ਦੀ, ਕਿ ਜਿਨ੍ਹਾਂ ਨੇ ਮਤਲਬ ਕਾਲਜ ਵਿੱਚ ਐਡਮਿਸ਼ਨ ਲੈਣ ਦੇ ਸਾਰ ਪਹਿਲੇ ਸਾਲ ਵਿੱਚ ਹੀ ਮੇਰੇ 2 ਗੀਤ ਕਰਵਾਏ ਉਹਨਾਂ ਨੇ। ਸੋ ਇਹਨਾਂ ਦਾ ਬਹੁਤ ਸਾਰਾ ਮਾਣ ਮੈਨੂੰ ਹੈ। ਤੇ ਅੱਜ ਮੈਨੂੰ ਹੁਕਮ ਹੋਇਆ ਸੀ ਕੁਝ ਸੁਣਾਉਣ ਦਾ, 5-7 ਮਿੰਟ ਮਿਲੇ ਸੀਗੇ। ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਸਾਡੇ ਡਾਕਟਰ ਕੁਲਦੀਪ ਸਿੰਘ ਜੀ ਜਿਹੜੇ ਸਾਡੇ ਨਾਲ ਸ਼ਾਮਿਲ ਨੇ, ਉਹਨਾਂ ਦੁਆਰਾ ਲਿਖੀ ਗਈ ਗੁਰੂ ਨਾਨਕ ਦੇਵ ਜੀ ਦੀ ਘੋੜੀ, ਜਿਹੜੀ ਕਿ ਪਿਛਲੇ ਸਾਲ ਹੀ ਰਿਲੀਜ਼ ਕਰਵਾਈ ਸੀ, ਉਹ ਸੁਣਾਉਂਗੀ। ਉਸ ਤੋਂ ਬਾਅਦ ਮੈਂ ਸਾਡੇ ਪ੍ਰਿੰਸੀਪਲ ਸਰ ਨੇ ਜੋ ਲਿਖਿਆ ਸੀ ਗਾਣਾ ਪਿਛਲੇ ਸਾਲ ਸਾਉਣ ਦੇ ਮਹੀਨੇ ਵਿੱਚ ਰਿਲੀਜ਼ ਕੀਤਾ ਸੀਗਾ, ਉਹ ਸੁਣਾਉਂਗੀ। ਸਰ ਇਜਾਜ਼ਤ ਹੈ ਜੀ। घोड़ी तेरी वे बिरा सोनी सोनी सौंदी तारियां दे नाल नीले अंबरां दे थाल तारे लख ते हजार मैं बलिहारी वे नानक वीरिया नानक वीरिया मैं बलिहारी वे नानक वीरिया वाह, बहुत अच्छा। वीरिया तेरी जंज दी बनना शान मैं कालू ते लालू राम जय राम ते दौलत खान वे खड़ खड़ वेखना वेखना सेरा मत्थे ते सजायो विच बटाले दे तुसी जायो मत्था सालियां नल लायो मैं बलिहारी वे नानक वीरिया वीरिया मैं बलिहारी वे नानक वीरिया। बहुत बढ़िया, बहुत बढ़िया। जंज तेरी वे बीरा सोनी सोनी किन मिल कनिया दे नाल कुदरत दे रही है ताल कनिया लख ते हजार में बलिहारी वे नानक वीरिया नानक वीरिया मैं बलिहारी वे नानक वीरिया वीरिया मात पदा लाल मर्दाना विचले नाल पिछे पिछे राय बुलार में बलिहारी वे नानक वीरिया मत्था तेरा वे वीरा लिशकना लिशकना लिशके रब्बी नूर नाल लख सूरज चानन वाल मैं बलिहारी वे नानक वीरिया वीरिया सत जेठ नू व्यावन जायो बुले खत दी दीती व्यायो सोनी भाबो नू कर लायो होनी सोबा वे तेरी वीरिया घोड़ी तेरी वे विरा सोनी सोनी सौंदी तारियां दे नाल नीले अंबरां दे थाल तारे लख ते हजार मैं बलिहारी वे नानक वीरिया मैं बलिहारी वे नानक वीरिया मैं बलिहारी वे नानक वीरिया।
ਬਹੁਤ ਵਧੀਆ ਪੁੱਤ, ਬਹੁਤ ਵਧੀਆ, ਸ਼ਾਬਾਸ਼। ਸਰ ਹੈੱਡਫੋਨ ਚ ਪ੍ਰੋਬਲਮ ਹੈ ਜੀ, ਨੈਟ ਤਾਂ ਸਹੀ ਹੈ। ਬੇਟੇ ਹੈੱਡਫੋਨ ਇੱਕ ਵਾਰੀ ਲਾ ਕੇ ਦੇਖੀ ਜੀ, ਹੁਣ ਬੋਲੋ। आप बोलो अगे, और की सुनाओगे? हाँ जी हाँ जी सर, अगला साडे प्रिंसिपल सर डॉक्टर तरविंदर सिंह उब्बा जी दा लिखा गाना जी। वे तू आजा मेघ गया वे तू आकड़िया बरसा वे तू आजा मेघ गया वे तू आकड़िया बरसा एह धरती पे उड़ीकदी वाह, धरती पे उड़ीकदी तू आके छबरना वे तू आजा में गया वे तू आकड़ियां बरसा आ गया महीना सोड़ना आ गया महीना सोड़ना चित तेरे नाल पर छोड़ना बाबा गीत गाने दा मोदा संग पहला पाने दा मैं नहीं वास्ते पावरी मैनू मना न तरसा वे तू आजा में गया वे तू आकड़ियां बरसा वे तू आजा में गया वे तू आकड़ियां बरसा ऐथे सोता होया प्यारी दा ऐथे सोता होया प्यारी दा तू केड़ा क्यों नहीं मारदा मेरी जिंदगी माड़ी तड़पदी कदों न समान बाहर दा ओ का तो सके बैठ गया मैनू मना ना तड़पा वे तू आजा में गया वे तू आकड़ियां बरसा वे तू आजा में गया वे तू आकड़ियां बरसा सब सखियां मेरे हाण दियां सब सखियां मेरे हाण दियां ने फसलां दे सुख माण दियां ओ हुरे रुत मिलाप विच ना मैं तकड़ी दा दुख जाणदियां मैं बिरहानू हां भोगदी वे मिल के फसल बना वे तू आजा में गया वे तू आकड़ियां बरसा वे तू आजा में गया वे तू आकड़ियां बरसा तू आकड़ियां बरसा तू आकड़ियां बरसा। बहुत बढ़िया पुत, बहुत बढ़िया, शाबाश, बहुत बहुत तेरा धन्यवाद। ਇਹਦੀ ਆਵਾਜ਼ ਤੋਂ ਪਤਾ ਲੱਗਦਾ ਹੈ ਸ਼ਬਨਮ ਦੀ ਤੋਂ ਕਿ ਕਿੰਨੀ ਬੁਲੰਦ ਆਵਾਜ਼ ਹੈ, ਭਾਵੇਂ ਥੋੜੀ ਜਿਹੀ ਕਿਤੇ ਨਾ ਕਿਤੇ ਪ੍ਰੋਬਲਮ ਹੈ ਨੈਟਵਰਕ ਦੀ। ਬੇਟੇ ਤੇਰੇ ਲਈ ਬਹੁਤ ਬਹੁਤ ਦੁਆਵਾਂ, ਇਸੇ ਤਰ੍ਹਾਂ ਹੀ ਤੂੰ ਹੋਰ ਖੂਬਸੂਰਤ ਤਰੀਕੇ ਨਾਲ ਗਾਉਂਦੀ ਰਹੇ ਤੇ ਹੋਰ ਤਰੱਕੀਆਂ ਕਰੇ। ਬਹੁਤ ਬਹੁਤ ਧੰਨਵਾਦ ਜੀ ਦੋਸਤੋ। ਹੁਣ ਆਪਾਂ ਵੱਧਦੇ ਹਾਂ ਚਰਚਾ ਵਾਲੇ ਪਾਸੇ। ਸਾਡੇ ਨਾਲ ਸਾਡੇ 3 ਮਹਿਮਾਨ ਨੇ। ਆਪਾਂ ਸਵਾਲ ਸ਼ੁਰੂ ਕਰਦੇ ਹਾਂ ਹਰਚੰਦ ਸਿੰਘ ਬੇਦੀ ਹੋਰਾਂ ਤੋਂ। ਡਾਕਟਰ ਸਾਹਿਬ, ਪਹਿਲਾ ਸਵਾਲ ਤੁਹਾਨੂੰ ਇਹ ਹੈ ਕਿ ਸਾਰੀ ਕਾਇਨਾਤ, ਸਾਰੀ ਕੁਦਰਤ ਹੀ ਸਾਡੇ ਲਈ ਸੀ, ਮਨੁੱਖ ਲਈ ਸੀ, ਫਿਰ ਕਦੋਂ ਤੇ ਕਿਵੇਂ ਇਹ ਸਿਲਸਿਲਾ ਸ਼ੁਰੂ ਹੋਇਆ ਕਿ ਬੰਦੇ ਨੇ ਆਪਣੇ ਦਾਇਰੇ ਮਿਥਣੇ ਸ਼ੁਰੂ ਕਰਤੇ? ਜੀ ਬੇਦੀ ਸਾਹਿਬ। ਡਾਕਟਰ ਸਾਹਿਬ, ਇਹ ਜਿਹੜਾ ਤੁਸੀਂ ਪ੍ਰਸ਼ਨ ਪੁੱਛ ਰਹੇ ਹੋ ਜੀ, ਇਹਦਾ ਸੰਬੰਧ ਜਿਹੜਾ ਹੈ ਉਹ ਇਸ ਵਿਸ਼ਵ ਦੀ ਉਤਪਤੀ ਨਾਲ ਜੁੜਿਆ ਹੋਇਆ ਹੈ ਜੀ। ਉਹਦੇ ਬਾਰੇ ਵਿਗਿਆਨੀਆਂ ਦੇ ਅੰਦਾਜ਼ੇ ਨੇ, ਉਹਨਾਂ ਵਿੱਚੋਂ ਬਹੁਤਿਆਂ ਅੰਦਾਜ਼ਿਆਂ ਨੂੰ ਵਿਗਿਆਨੀਆਂ ਨੇ ਪ੍ਰਮਾਣਿਕਤਾ ਦਿੱਤੀ ਹੋਈ ਹੈ। ਪਰ ਮੈਂ ਜ਼ਾਤੀ ਤੌਰ ਤੇ ਇਹ ਗੱਲ ਸਮਝਦਾ ਹਾਂ ਕਿ ਜੇ ਅਸੀਂ ਇਸ ਕਾਲਖੰਡ ਵੱਲ ਨਹੀਂ ਵੀ ਜਾਂਦੇ ਤੇ ਜਿਹੜੀ ਕਾਲਖੰਡ ਸਾਨੂੰ ਵਿਗਿਆਨੀਆਂ ਨੇ ਦਿੱਤੀ ਹੈ ਉਹਦੀ ਰੌਸ਼ਨੀ ਵੇਖੀਏ ਤੇ ਇੱਕ ਗੱਲ ਤਾਂ ਨਿਸ਼ਚੈ ਹੀ ਕਹੀ ਜਾ ਸਕਦੀ ਹੈ ਕਿ ਮਨੁੱਖ ਨੇ ਇਹ ਵੰਡੀਆਂ ਉਦੋਂ ਆਰੰਭ ਕੀਤੀਆਂ ਜਦੋਂ ਉਹਨੇ ਆਪਣੀ ਸਰਵਾਈਵਲ ਦੀ ਲੜਾਈ ਵਿੱਚ ਤਬਦੀਲੀ ਲਿਆਂਦੀ ਸੀ।
ਤੇ ਸਰਵਾਈਵਲ ਦੀ ਲੜਾਈ ਤੇ ਉਹਦੀ ਹੋਣ ਦੇ ਨਾਲ ਹੀ ਸ਼ੁਰੂ ਹੋ ਗਈ ਸੀ। ਜੀ ਸਿਰਫ ਫਰਕ ਇਹ ਪੈਂਦਾ ਹੈ ਕਿ ਸਮੇਂ ਤੇ ਸਥਾਨ ਨਾਲ ਜਦੋਂ ਸਥਿਤੀਆਂ ਬਦਲਦੀਆਂ ਨੇ ਤੇ ਉਹਦੀ ਜਿਹੜੀ ਯੋਗਤਾ ਹੈ ਮਨੁੱਖ ਦੀ, ਉਹਦੇ ਅਨੁਕੂਲ ਉਹ ਆਪਣੇ ਆਪ ਨੂੰ ਢਾਲਦਾ ਹੈ ਤੇ ਆਪਣੇ ਆਲੇ ਦੁਆਲੇ ਨੂੰ ਢਾਲਦਾ ਹੈ। ਪਰ ਜਿਹੜੀ ਗੱਲ ਮੈਂ ਵਿਸ਼ੇਸ਼ ਤੌਰ ਤੇ ਇਸ ਪ੍ਰਸੰਗ ਵਿੱਚ ਕਹਿਣਾ ਚਾਹੁੰਦਾ ਉਹ ਇਹ ਹੈ ਕਿ ਮਨੁੱਖ ਨੇ ਬੇਸ਼ੱਕ ਵੰਡੀਆਂ ਪਾਈਆਂ, ਜੀ ਉਹਦੀ ਇਹ ਸੋਚ ਦਾ ਬੜਾ ਪ੍ਰਮਾਣਿਕ ਹਿੱਸਾ ਰਿਹਾ। ਜੀ ਹਕੀਕਤ ਇਹ ਹੈ ਕਿ ਵੀ ਇਹ ਜਿਹੜੀ ਐਵੋਲਿਊਸ਼ਨ ਦੀ ਥਿਊਰੀ ਹੈ, ਚਾਹੇ ਮਨੁੱਖ ਦੀ ਹੈ ਚਾਹੇ ਸੁਸਾਇਟੀ ਦੀ ਹੈ, ਜੀ ਇਹਨਾਂ ਦੋਵਾਂ ਦੀ ਜਿਹੜੀ ਸਾਂਝੀ ਭੂਮਿਕਾ ਹੈ ਉਹ ਇਸ ਗੱਲ ਵੱਲ ਸਾਡਾ ਥੋੜਾ ਬਹੁਤਾ ਵਿਚਾਰਧਾਰਾ ਨਿਰਦੇਸ਼ਨ ਕਰਦੀ ਹੈ ਕਿ ਮਨੁੱਖ ਨੇ ਵੰਡੀਆਂ ਸੋਝੀ ਦੇ ਆਉਣ ਨਾਲ ਪਾਈਆਂ ਨੇ। ਜੀ ਇਹ ਸੋਝੀ ਜਿਹੜੀ ਹੈ ਇਹ ਸਮੇਂ ਸਥਾਨ ਤੇ ਕੁਦਰਤ ਦੇ ਵਿਹਾਰ ਵਿੱਚੋਂ ਉਹਨੇ ਗ੍ਰਹਿਣ ਕੀਤੀ ਹੈ। ਜਿਉਂ-ਜਿਉਂ ਉਹ ਵਿਕਸਿਤ ਹੋਇਆ ਤਿਉਂ-ਤਿਉਂ ਨੇ ਆਪਣੇ ਇੰਟਰਸਟ ਦੇ ਹਿਸਾਬ ਨਾਲ ਵੰਡੀਆਂ ਦੀ ਤਰਤੀਬ ਬਣਾਈ ਹੈ। ਜੀ ਜੀ ਤੇ ਇਹ ਤਰਤੀਬ ਹੌਲੀ-ਹੌਲੀ ਜਿਵੇਂ ਸਮਾਜਿਕ ਵਿਕਾਸ ਹੁੰਦਾ, ਸੱਭਿਅਕ ਵਿਕਾਸ ਹੁੰਦਾ, ਤਿਵੇਂ ਇਹ ਜਿਹੜੀ ਤਰਤੀਬ ਹੈ ਇਹ ਆਪਣੀ ਜਿਹੜੀ ਗਤੀਮਾਨਤਾ ਹੈ ਉਹ ਸਥਾਪਿਤ ਕਰਦੀ ਹੈ। ਜੀ ਜੀ ਪਰ ਜਿਹੜਾ ਨਿੱਜੀ ਜਾਇਦਾਦ ਦਾ ਸੰਕਲਪ ਹੈ, ਨਿੱਜੀ ਤੁਹਾਡੀ ਹੋਂਦ ਦੀ ਅਰਥ ਨੇ, ਇਹ ਦੋ ਚੀਜ਼ਾਂ ਰਲ ਕੇ ਇਹਨਾਂ ਵੰਡੀਆਂ ਨੂੰ ਪ੍ਰਮਾਣਿਕ ਸ਼ਕਲ ਦਿੰਦੀਆਂ ਨੇ। ਤੇ ਮੈਂ ਜ਼ਾਤੀ ਤੌਰ ਤੇ ਇਹ ਸਮਝਦਾ ਕਿ ਇਹ ਵੰਡ ਜਿਹੜੀ ਹੈ ਇਹ ਮਨੁੱਖ ਦੀ ਸਰਵਾਈਵਲ ਦਾ ਹੀ ਹਿੱਸਾ ਹੈ ਔਰ ਇਹ ਵੰਡ ਟਿਲ ਟੂ ਡੇਟ ਚੱਲੀ ਆਉਂਦੀ ਹੈ। ਸਿਰਫ ਇਹਦੇ ਵਿੱਚ ਬੁਨਿਆਦੀ ਅੰਤਰ ਉਦੋਂ ਵਾਪਰਦੇ ਨੇ ਜਦੋਂ ਮਨੁੱਖ ਤੋਂ ਇਹ ਜਿਹੜੀ ਨਿੱਜੀ ਉਹਦੀ ਗਤੀਵਿਧੀ ਸੀ ਨਿਕਲ ਕੇ ਸਮੂਹਕ ਸ਼ਕਤੀ ਵਿੱਚ ਪਰਿਵਰਤਨ ਗ੍ਰਹਿਣ ਕਰਦੀ ਹੈ। ਕਿ ਉਹ ਸਮੂਹਕ ਸ਼ਕਤੀ ਜਿਹੜੀ ਹੈ ਉਹ ਪਾਵਰ ਰਿਲੇਸ਼ਨਸ ਦੀ ਸਿਰਜਣਾ ਕਰਦੀ ਹੈ, ਜਦੋਂ ਵਿੱਚੋਂ ਸੁਸਾਇਟੀ ਤੇ ਮਨੁੱਖ ਦੇ ਰਿਸ਼ਤੇ ਦੀਆਂ ਅੱਗੋਂ ਬ੍ਰਾਂਚੇਸ ਸ਼ੁਰੂ ਹੁੰਦੀਆਂ ਨੇ। ਪਰ ਮੈਂ ਇੱਕ ਗੱਲ ਇਸ ਪ੍ਰਸੰਗ ਵਿੱਚ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦਾ ਕਿ ਜੇ ਇਸ ਲੰਬੀ ਬਹਿਸ ਨੂੰ ਆਪਾਂ ਸੀਮਤ ਸ਼ਬਦਾਂ ਵਿੱਚ ਕਹਿਣਾ ਹੋਵੇ ਤੇ ਆਪਾਂ ਇਉਂ ਕਹਿ ਸਕਦੇ ਹਾਂ ਕਿ ਮਨੁੱਖ ਨੇ ਇਹ ਵੰਡੀਆਂ ਆਪਣੀ ਸਰਵਾਈਵਲ ਲਈ ਜ਼ਰੂਰ ਪਾਈਆਂ ਸਨ, ਪਰ ਸਮੇਂ ਤੇ ਸਥਾਨ ਨਾਲ ਮਨੁੱਖੀ ਮਨ ਤੇ ਉਹਦੇ ਨਾਲ ਜੁੜੀਆਂ ਸ਼ਕਤੀਆਂ ਦੀ ਜਿਹੜੀ ਰਾਜਨੀਤਿਕ ਪ੍ਰਤਿਭਾ ਤੇ ਪ੍ਰਭੂਤਾ ਆਈ, ਉਹਨੇ ਇਹਦੇ ਵਿੱਚ ਫਿਰ ਇਸ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਜਿਨੇ ਇਹਦੇ ਸਮੁੱਚੇ ਵਿਹਾਰ ਤੇ ਸੰਚਾਰ ਨੂੰ ਤਬਦੀਲ ਕਰ ਦਿੱਤਾ। ਜੀ 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 ਆਪਾਂ ਆਉਣੇ ਆ ਡਾਕਟਰ ਧਰਮਿੰਦਰ ਉੱਭਾ ਵੱਲ। ਡਾਕਟਰ ਸਾਹਿਬ, ਬੰਦਾ ਸਭ ਤੋਂ ਸਿਆਣੀ ਨਸਲ ਅਖਵਾਉਂਦਾ ਹੈ, ਪਰ ਅਸੀਂ ਬਾਰ-ਬਾਰ ਇਹ ਕਹਿੰਦੇ ਆ ਕਿ ਬੰਦਿਆਂ ਤੂੰ ਬੰਦਾ ਬਣ। ਕਿੱਥੇ ਕਸਰ ਰਹੇਗੀ ਬੰਦੇ ਦੇ ਬੰਦਾ ਬਣਨ ਚ? ਡਾਕਟਰ ਸਾਹਿਬ, ਇਸ ਨੂੰ ਜੇ ਤਾਂ ਅਸੀਂ ਬਿਲਕੁਲ ਲੋਕਲ ਪਰਸਪੈਕਟਿਵ ਦੇ ਵਿੱਚ ਦੇਖਦੇ ਆ ਤਾਂ ਇਹਦਾ ਗੱਲ ਕੁਝ ਹੋਰ ਆਉਂਦੀ ਹੈ। ਜਦੋਂ ਅਸੀਂ ਬ੍ਰੌਡਰ ਵਿਸ਼ਵ ਦੇ ਪਰਸਪੈਕਟਿਵ ਵਿੱਚ ਦੇਖਦੇ ਆ ਤਾਂ ਗੱਲ ਹੋਰ ਰੂਪ ਦੇ ਵਿੱਚ ਬਣਦੀ। ਬੜੀਆਂ ਥਾਵਾਂ ਤੇ ਬੰਦਾ ਸੱਚਮੁੱਚ ਬੰਦਾ ਬਣਿਆ ਹੋਇਆ ਹੈਗਾ। ਮੈਂ ਜਾਪਾਨ ਦੇ ਵਿੱਚ ਗਿਆ, ਉੱਥੇ ਸੋਢੀ ਹੋਰਾਂ ਕੋਲ ਮੈਂ ਬੈਠਾ ਸੀਗਾ ਓਸਾਕਾ ਦੇ ਵਿੱਚ, ਤਾਂ ਉਹਨਾਂ ਨੇ ਮੈਨੂੰ ਗੱਲ ਕੀਤੀ ਕਿ ਯਾਰ ਜਿਹੜਾ ਮੈਂ ਕਿਹਾ ਯਾਰ ਬੰਦੇ ਤੁਹਾਡੇ ਬੜੇ ਖੁਸ਼ ਨੇ, ਬੜੇ ਡਿਸਿਪਲਿਨ ਚ ਨੇ, ਸਾਈਕਲਾਂ ਤੇ ਜਾਂਦੇ ਨੇ, ਹਰ ਵੇਲੇ ਚਿਹਰੇ ਤੇ ਸਮਾਈਲ ਹੈ, ਕੋਈ ਤਣਾਅ ਨਹੀਂ, ਕੋਈ ਸ਼ਿਕਰ ਨਹੀਂ, ਕੋਈ ਥਕਾਵਟ ਨਹੀਂ, ਤੇ ਮੈਨੂੰ ਕੋਈ ਰੁੱਸੇ ਚਿਹਰੇ ਵਾਲਾ ਮਿਲਿਆ ਹੀ ਨਹੀਂ। ਇਹ ਚੱਕਰ ਕੀ ਹੈ? ਫਟਾਫਟ ਹੱਸਦੇ ਖੇਡਦੇ ਇੱਕ ਦੂਜੇ ਨੂੰ ਮਿਲ ਰਹੇ ਆ। ਉਹ ਕਹਿੰਦਾ ਬਾਬੇ ਨਾਨਕ ਦਾ ਜਿਹੜਾ ਚੜ੍ਹਦੀ ਕਲਾ ਦਾ ਸਿਧਾਂਤ ਆ, ਨਾਮ ਮਨ ਛਕਣ ਵਾਲਾ ਨਾ ਅਸਲੀ ਸਿਧਾਂਤ ਭਾਣੇ ਸਰਬੱਤ ਦੇ ਭਲੇ ਦਾ, ਕਹਿੰਦਾ ਸਾਡੇ ਵੱਧ ਲੱਗ। ਜਦੋਂ ਤੁਹਾਡੇ ਮੈਂ ਸਵਾਲ ਗੱਲ ਕਰਦਾ ਕਿ ਬੰਦਾ ਬੰਦਾ ਬਣਿਆ ਨਹੀਂ, ਇਹ ਸਾਡੇ ਸਮਾਜ 'ਚ ਕੀ ਹੋਇਆ ਕਿ ਲਗਾਤਾਰ ਵੱਧ ਰਹੀ ਅਨੁਸ਼ਾਸਨਹੀਨਤਾ ਨੇ ਬੰਦੇ ਨੂੰ ਬੰਦਾ ਬਣਨ ਵਾਲੇ ਪਾਸੇ ਸਮੱਸਿਆਵਾਂ ਪੈਦਾ ਕਰ ਦਿੱਤੀਆਂ। ਅਸੀਂ ਕੀ ਹੋ ਗਏ, ਜਿਉਂ-ਜਿਉਂ ਅਸੀਂ ਕਹਿ ਤਾਂ ਰਹੇ ਹਾਂ ਕਿ ਸਮਝ ਵਾਲੇ ਹੋ ਗਏ, ਸਿਆਣੇ ਹੁੰਦੇ ਜਾ ਰਹੇ ਹਾਂ, ਗਿਆਨ ਹਾਸਲ ਕਰ ਲਿਆ, ਤਕਨੀਕ ਨਾਲ ਜੁੜ ਲਏ, ਪਰ ਅਸੀਂ ਬੁਨਿਆਦੀ ਤੌਰ ਤੇ ਕਰੈਕਟਰ ਨੂੰ ਭੁੱਲੇ। ਜਦੋਂ ਮੈਂ ਕਰੈਕਟਰ ਦੀ ਗੱਲ ਕਰਦਾ ਤਾਂ ਕਰੈਕਟਰ ਬੜੇ ਵਾਈਡਰ ਪਰਸਪੈਕਟਿਵ 'ਚ ਮੈਂ ਲੈਂਦਾ। ਅਸੀਂ ਉਹ ਕਮਿਟਮੈਂਟ ਟੁਵਰਡਸ ਡਿਊਟੀ, ਅਸੀਂ ਲੋਇਲਟੀ ਟੁਵਰਡਸ ਕੰਟਰੀ, ਅਸੀਂ ਲੋਇਲਟੀ ਟੁਵਰਡਸ ਕਮਿਊਨਿਟੀ, ਅਸੀਂ ਲੋਇਲਟੀ ਟੁਵਰਡਸ ਵੈਲਿਊ, ਇਹ ਸਾਰਾ ਕੁਝ ਕਿਧਰੇ ਨਾ ਕਿਧਰੇ ਗਵਾ ਦਿੱਤਾ, ਜਿਸ ਕਰਕੇ ਸਾਨੂੰ ਕਹਿਣਾ ਪੈ ਰਿਹਾ ਕਿ ਬੰਦਿਆ ਬੰਦਾ ਬਣ ਜਾ, ਤੂੰ ਬੰਦਾ ਨਹੀਂ ਬਣ ਰਿਹਾ।
ਤੂੰ ਅਨੁਸ਼ਾਸਨ ਨੂੰ ਤੋੜ ਰਿਹਾ, ਕਦੇ ਤੂੰ ਕੁਦਰਤ ਨਾਲ ਖਿਲਵਾੜ ਕਰਦਾ, ਕਦੇ ਤੂੰ ਆਪਣੀ ਮਨਮਰਜ਼ੀ ਨਾਲ ਇਹੋ ਜਿਹੇ ਕਾਰਜ ਕਰੀ ਜਾਂਦਾ ਜਿਵੇਂ ਇਹ ਲੱਗਦਾ ਕਿ ਇਸ ਸਾਰੀ ਸਲਤਨਤ ਦਾ ਮਾਲਕ ਤੂੰ ਹੈ। ਜਿਸ ਤਰ੍ਹਾਂ ਮੈਡਮ ਸੋਹਲ ਵਾਲੇ ਸ਼ੁਰੂ ਗੱਲ ਕੀਤੀ ਸੀ ਨਾ, ਬੰਦਾ ਕਾਇਨਾਤ ਨਾਲੋਂ ਟੁੱਟ ਰਿਹਾ, ਬੰਦਾ ਸਮਾਜ ਨਾਲੋਂ ਟੁੱਟ ਰਿਹਾ, ਹੋਰ ਤਾਂ ਹੋਰ ਬੰਦਾ ਆਪਣੇ ਨਾਲੋਂ ਟੁੱਟ ਗਿਆ, ਉਹ ਆਪਣੇ ਨਹੀਂ ਪਤਾ ਲੱਗ ਰਿਹਾ। ਜਿਸ ਕਰਕੇ ਸਾਨੂੰ ਕੋਲੇ ਕਹਿਣਾ ਪੈ ਰਿਹਾ ਤੇ ਬੰਦਾ ਆਪਣੀ ਸਿਆਣੀ ਨਸਲ ਦੇ ਭਲੇਖੇ ਦੇ ਵਿੱਚ ਆਪਣਾ ਅਸਲ ਗਵਾ ਰਿਹਾ। ਉਹ ਸਮਝਦਾ ਹੈਗਾ ਕਿ ਮੈਂ ਸਿਆਣੀ ਨਸਲ ਦਾ, ਨਸਲ ਉਹ ਸਿਆਣੀ ਦਾ ਹੀ ਸੀ। ਕੁਦਰਤ ਨੇ ਜਦੋਂ ਬੰਦਾ ਸਿਰਜਿਆ ਸਭ ਤੋਂ ਖੂਬਸੂਰਤ ਸਿਰਜਣਾ ਕੀਤੀ, ਜਿਹੜਾ ਵੱਖਰਾ ਪੁਰਜਾ ਇੱਕ ਬੰਦੇ 'ਚ ਲਾਇਆ ਸੀ ਨਾ, ਉਤਲਾ ਸੋਚਣ ਵਾਲਾ ਜੰਤਰ, ਉਹ ਜੰਤਰ ਦੀ ਉਹਨੇ ਵਰਤੋਂ ਜਿਹੜੀ ਸੀ ਬੜੇ ਗਲਤ ਤਰੀਕੇ ਨਾਲ ਸ਼ੁਰੂ ਕਰਤੀ। ਇਸ ਕਰਕੇ ਫਿਰ ਬੰਦੇ ਨੂੰ ਸਾਨੂੰ ਬੰਦਾ ਬਣਾਉਣ ਦੀ ਲੋੜ ਜਿਹੜੀ ਸੀ ਪੈਣ ਲੱਗੀ। ਜੀ 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 ਡਾਕਟਰ ਸੁਸ਼ੀਲ ਆਜ਼ਾਦ ਜੀ, ਜੀ ਸਰ। ਅਸੀਂ ਬੰਦੇ ਨੇ ਬੇਸਿਕਲੀ ਤਾਂ ਬੰਦੇ ਨੇ 2 ਟੰਕ ਦੀ ਰੋਟੀ ਖਾਣੀ ਹੁੰਦੀ ਹੈ ਤੇ ਕੁਝ ਹੋਰ ਸੀਮਿਤ ਲੋੜਾਂ ਹੁੰਦੀਆਂ ਨੇ, ਪਰ ਬੰਦਾ ਸਾਰੀ ਉਮਰ ਮਾਰਾਮਾਰੀ ਕਰਦਾ ਹੈ, ਬਹੁਤ ਕੁਝ ਇਹੋ ਜਿਹਾ ਕਰਦਾ ਹੈ ਜੋ ਉਹਨੂੰ ਨਹੀਂ ਕਰਨਾ ਚਾਹੀਦਾ। ਕਿ ਕਿੱਥੇ ਬੰਦੇ ਦੇ ਕਿਰਦਾਰ ਦੇ ਵਿੱਚ, ਜਿਵੇਂ ਉੱਪਾ ਸਾਹਿਬ ਨੇ ਗੱਲ ਛੱਡੀ ਹੈ, ਇੱਥੋਂ ਆਪਾਂ ਸ਼ੁਰੂ ਕਰੀਏ, ਕਿੱਥੇ ਗੜਬੜ ਰਹੀ ਹੈ ਬੰਦੇ ਦੇ ਕਿਰਦਾਰ ਦੇ ਵਿੱਚ ਕਿ ਬੰਦਾ ਇਸ ਗੱਲ ਨੂੰ ਸਮਝ ਨਹੀਂ ਸਕਿਆ ਹੈਗਾ? ਜੀ ਡਾਕਟਰ ਕੁਲਦੀਪ ਜੀ, ਮੈਂ ਹੁਣੀ ਸੁਣ ਰਿਹਾ ਸੀ ਡਾਕਟਰ ਹਰਚਰਨ ਜੀ ਨੂੰ ਤੇ ਧਰਮਿੰਦਰ ਸਿੰਘ ਜੀਆਂ ਨੂੰ ਜੀ। ਤੱਤਵ ਦੀ ਜਿਹੜੀ ਗੱਲ ਹੈ ਉਹ ਇਹਨਾਂ ਨੇ ਚੱਕੀ ਹੈ। ਵੈਸੇ ਜਿਹੜਾ ਤੁਹਾਡਾ ਵਿਸ਼ਾ ਹੈ ਵਿਸ਼ਵ ਨਾਗਰਿਕਤਾ ਵਾਲਾ, ਇਹ ਇੰਨਾ ਛੋਟਾ ਤੇ ਇੰਨਾ ਸੌਖਾ ਨਹੀਂ ਹੈ। ਇਨਸਾਨ ਦਾ ਯਾਨੀ ਮਨੁੱਖ ਦਾ ਪੈਦਾ ਹੋਣਾ ਇਸ ਪ੍ਰਕਿਰਤੀ ਦਾ ਸਭ ਤੋਂ ਵੱਡਾ ਚਮਤਕਾਰ ਹੈ, ਔਰ ਮੈਂ ਇਹਨੂੰ ਘਟਨਾ ਵੀ ਮੰਨਦਾ। ਮੈਂ ਮਾਫੀ ਚਾਹਨਾ ਪੂਰੇ ਸੁਧੀ ਸਮਾਜ ਤੋਂ ਕਿ ਮੇਰੀ ਪੰਜਾਬੀ ਭਾਸ਼ਾ ਇੰਨੀ ਮਜ਼ਬੂਤ ਨਹੀਂ ਹੈ, ਪਰ ਮੈਂ ਕਰ ਰਿਹਾ ਕਿ ਮੈਂ ਆਪਣੀ ਗੱਲ ਨੂੰ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਭਾਸ਼ਾ ਦੇ ਵਿੱਚ ਕਹਿਣ ਦੀ ਕੋਸ਼ਿਸ਼ ਕਰਾਂ। ਲੇਕਿਨ ਹਿੰਦੀ 'ਚ ਵੀ ਕਹਿ ਸਕਦੇ ਕੋਈ ਗੱਲ ਤਾਂ ਮੈਂ ਹਿੰਦੀ ਦਾ ਵੀ ਪ੍ਰਯੋਗ ਕਰਾਂਗਾ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਆਪਣੇ ਟੌਪਿਕ ਦੇ ਨਾਲ ਸਾਰੀਆਂ ਭਾਸ਼ਾਵਾਂ ਦਾ ਸਮਨਵੈ ਹੋਣਾ ਵੀ ਵਿਸ਼ਵ ਨਾਗਰਿਕਤਾ ਨੂੰ ਇੰਗਿਤ ਕਰਦਾ ਹੈ। ਅੱਜ ਦਾ ਜਿਹੜਾ ਇਨਸਾਨ ਹੈ, ਜੋ ਤੁਸੀਂ ਜਿਹੜੀ ਗੱਲ ਚੱਕੀ ਹੈ ਕਿ ਅੱਜ ਜਿਹੜਾ ਬੰਦਾ ਹੈ ਉਹ ਕਿਤੇ ਨਾ ਕਿਤੇ ਆਪਣੇ ਆਪ ਤੇ ਬਹੁਤ ਤਰ੍ਹਾਂ ਦੇ ਪ੍ਰਪੰਚਾਂ ਦੇ ਵਿੱਚ ਫਸਿਆ ਹੋਇਆ ਹੈ। ਮੇਰਾ ਕਹਿਣ ਦਾ ਭਾਵ ਇਹ ਹੈ ਕਿ ਇਨਸਾਨ ਦੇ ਵਿੱਚ ਆਪਣਾ ਮਾਨਵ ਸਵਾਰਥ ਹੈ, ਉਹ ਹੈ, ਤੇ ਜਦੋਂ ਵੀ ਉਹਨੂੰ ਆਪਣੀ ਗੱਲ ਕਰ ਰਹੇ ਸੀ ਸਿੰਘ ਸਾਹਿਬ ਕਿ ਜਦੋਂ ਵੀ ਬੰਦੇ ਨੇ ਆਪਣੇ ਹਿੱਤਾਂ ਨੂੰ ਜਾਂ ਆਪਣੇ ਅਸਤਿਤਵ ਨੂੰ ਬਚਾਉਣ ਵਾਸਤੇ ਪ੍ਰਯਾਸ ਕੀਤਾ, ਉੱਥੇ ਆਪਦੇ ਹਿੱਤ ਵਾਸਤੇ ਲੈਵਲ ਖੜੇ ਕਰੇ ਨੇ, ਚਾਹੇ ਉਹ ਰੂਪ ਚ ਹੋਣ, ਚਾਹੇ ਉਹ ਇੱਕ ਮਤਲਬ ਜਾਤੀ ਦੇ ਰੂਪ ਚ ਹੋਣ, ਚਾਹੇ ਉਹਦਾ ਲੈਵਲ ਗੋਰੇ ਕਾਲੇ ਦਾ ਹੋਵੇ, ਚਾਹੇ ਅਮੀਰ ਗਰੀਬ ਦਾ ਹੋਵੇ। ਇੱਕ ਮਤਲਬ ਉਹਨੇ ਦਾਇਰੇ ਬਣਾਏ ਨੇ। ਇਸ ਲਈ ਇਹ ਵੀ ਕਹਿਣਾ ਵੀ ਇਨਸਾਨ ਦਾ ਪੈਦਾ ਹੋਣਾ ਇੱਕ ਪ੍ਰਾਕ੍ਰਿਤਿਕ ਘਟਨਾ ਹੈ, ਕਿਉਂਕਿ ਜਦੋਂ ਇਨਸਾਨ ਪੈਦਾ ਹੋਇਆ ਤਾਂ ਬਹੁਤ ਖੂਬਸੂਰਤ ਰਚਨਾ ਹੋਈ। ਮੈਂ ਧਰਮਿੰਦਰ ਸਿੰਘ ਜੀਆਂ ਦੀ ਗੱਲ ਤੋਂ ਵਾਕਿਫ ਹਾਂ ਤੇ ਮੈਂ ਸਹਿਮਤ ਵੀ ਹਾਂ। ਜਦੋਂ ਇਹ ਪੈਦਾ ਹੋਈ ਤਾਂ ਇਹਦੇ ਵਿਚਾਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਇੱਕ ਸੰਕਰਮਿਤ ਧਾਰਾ ਪੈਦਾ ਹੋਈ, ਜਿਸ ਨੂੰ ਅਸੀਂ ਇੱਕ ਪਾਸੇ ਇਹ ਕਹਿ ਸਕਦੇ ਹਾਂ ਕਿ ਮਾਨਵਤਾ ਦੇ ਬੁਲੰਦ ਜੋ ਹੈ ਨਾ ਕਿਰਦਾਰ ਬਣਦੇ ਚਲੇ ਗਏ। ਕੁਛ ਹੈ ਜੇ ਵੀ ਹੋਏ ਜਿਹੜੇ ਜਿਨ੍ਹਾਂ ਨੇ ਨਿਰਣੈ ਨਹੀਂ ਕੀਤਾ ਕਿ ਮੈਂ ਮੱਧ ਜਾਤੀ 'ਚ ਰਹਾਂ, ਇੱਧਰ ਰਹਾਂ ਜਾਂ ਉੱਧਰ ਰਹਾਂ। ਤੀਸਰੇ ਜਿਹੜੇ ਬੰਦੇ ਹੋਏ ਉਹ ਮੈਂ ਮੰਨਦਾ ਕਿ ਉਹ ਇਸ ਤਰ੍ਹਾਂ ਦੇ ਬੰਦੇ ਹੋਏ ਜਿਨ੍ਹਾਂ ਨੇ ਆਪਣੇ ਈਰਸ਼ਾ ਨੂੰ, ਦਵੇਸ਼ ਨੂੰ, ਆਪਣੇ ਅਸਤਿਤਵ ਨੂੰ, ਆਪਣੇ ਸਵਾਰਥ ਨੂੰ ਅੱਗੇ ਰੱਖਦੇ ਹੋਏ ਇੱਕ ਬਹੁਤ ਵੱਡੀ ਇਨਸਾਨ ਨੇ ਉੱਨਤੀ ਵੀ ਬਹੁਤ ਕਰੀ ਹੈ, ਬਹੁਤ ਉਹਨੇ ਕਿਤਾਬਾਂ ਲਿਖੀਆਂ, ਗਿਆਨ ਬਹੁਤ ਹੈ। ਅੱਜ ਵੀ ਤੁਸੀਂ ਦੇਖੋ ਸੰਸਾਰ ਦੇ ਵਿੱਚ ਇਨਸਾਨ ਦੀਆਂ ਕਿਤਾਬਾਂ ਹਰ ਹਫ਼ਤੇ ਲੱਖਾਂ ਕਰੋੜਾਂ ਦੇ ਰੂਪ 'ਚ ਛਪਦੀਆਂ ਨੇ। ਫਿਰ ਵੀ ਕਿਤੇ ਨਾ ਕਿਤੇ ਉਹਦਾ ਜਿਹੜਾ ਜੀਵਨ ਸ਼ੈਲੀ ਹੈ ਜਾਂ ਉਹਦਾ ਜੋ ਸਵਾਰਥ ਹੈ, ਉਹਦਾ ਜੋ ਆਪਣਾ ਉਹਦੀ ਸੋਚ ਦਾ ਜਿਹੜਾ ਦਾਇਰਾ ਹੈ ਉਹ ਸੀਮਿਤ ਹੁੰਦਾ ਵੀ ਜਾ ਰਿਹਾ ਹੈ। ਜੀ ਬੇਦੀ ਸਾਹਿਬ, ਹੱਦਾਂ ਸਰਹੱਦਾਂ ਦੇ ਵਿਸਥਾਰ ਨੇ ਹੁਣ ਤੱਕ ਲੱਖਾਂ ਯੁੱਧ ਕਰਵਾਏ, ਕਰੋੜਾਂ ਜਾਨਾਂ ਅਸੀਂ ਲੈ ਲਈਆਂ, ਲੜਾਈਆਂ ਦੇ ਵਿੱਚ ਕਿੰਨੀਆਂ ਲੜਾਈਆਂ ਹੋਈਆਂ, ਪਰ ਅਜੇ ਵੀ ਹੱਦਾਂ ਸਰਹੱਦਾਂ ਉਵੇਂ ਖੜੀਆਂ ਨੇ, ਸਗੋਂ ਉਸ ਤੋਂ ਵੀ ਵੱਧ ਕਰੂਰ ਤਰੀਕੇ ਨਾਲ ਸਾਡੇ ਸਾਹਮਣੇ ਨੇ। ਕੀ ਮਹਿਸੂਸ ਕਰਦੇ ਹੋ ਇਹਦੇ ਬਾਰੇ? ਮੈਂ ਨਾ ਤੁਹਾਡੇ ਪ੍ਰਸ਼ਨ ਦਾ ਜਵਾਬ ਦੇਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਨੀ ਚਾਹੁੰਦਾ ਜੀ। ਵੀ ਜਿਹੜਾ ਇਹ ਸਾਡਾ ਅੱਜ ਦਾ ਟਾਈਟਲ ਹੈ ਜੀ, ਇਹ ਕੁਝ ਹੋਰ ਕਨਵੇ ਕਰਦਾ ਹੈ। ਜੇ ਮੈਡਮ
ਇਹਦਾ ਸਪਸ਼ਟੀਕਰਨ ਨਾ ਦੇਣ ਤੇ ਅਸੀਂ ਹੋਰ ਹੀ ਦਿਸ਼ਾ 'ਚ ਤੁਰੇ ਫਿਰਨਾ ਸੀ। ਉਹਦਾ ਕਾਰਨ ਇਹ ਹੈ ਕਿ ਜਿਹੜਾ ਇਹ ਟਾਈਟਲ ਹੈ ਇਹ ਕਹਿ ਰਿਹਾ ਹੈ ਕਿ ਵੀ ਜਿਹੜਾ ਵਿਸ਼ਵ ਨਾਗਰਿਕ ਦਾ ਸਰੂਪ ਕੀ ਹੈ। ਜੀ ਮੈਨੂੰ ਲੱਗਦਾ ਅਸੀਂ ਵਿਸ਼ਵ ਨਾਗਰਿਕ ਦੇ ਸਰੂਪ ਤੇ ਕੋਈ ਗੱਲ ਨਹੀਂ ਕਰ ਰਹੇ, ਜੀ ਕਿਉਂਕਿ ਜਦੋਂ ਮੈਡਮ ਇਹਦਾ ਸਪਸ਼ਟੀਕਰਨ ਦੇ ਰਹੇ ਸਨ ਤਾਂ ਉਹਨੂੰ ਵਰਤਮਾਨ ਪ੍ਰਸੰਗਿਕਤਾ ਨਾਲ ਜੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਜੀ 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 ਮੈਂ ਜ਼ਾਤੀ ਤੌਰ ਤੇ ਸਮਝਦਾ ਹਾਂ ਕਿ ਵੀ ਜੇ ਇਹ ਵਿਆਖਿਆ ਨਾ ਹੀ ਹੁੰਦੀ ਤੇ ਸਾਡੀ ਸਾਰੀ ਦੀ ਸਾਰੀ ਡਿਸਕਸ਼ਨ ਇਰਰੈਲੇਵੈਂਟ। ਹੁਣ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਇਹ ਹੈ ਕਿ ਉਭਾ ਸਾਹਿਬ ਨੂੰ ਜਿਹੜਾ ਸਵਾਲ ਕੀਤਾ ਗਿਆ ਸੀ ਉਹਦੇ ਵਿੱਚ ਤੁਸੀਂ ਕਿਹਾ ਸੀ ਕਿ ਬੰਦਾ ਤੂੰ ਬੰਦਾ ਨਹੀਂ ਬਣਿਆ। ਇਹ ਜਿਹੜਾ ਬੰਦਾ ਸ਼ਬਦ ਹੈ ਨਾ ਇਹ ਫਾਰਸੀ ਜ਼ੁਬਾਨ ਦਾ ਹੈ, ਜੀ ਇਹਦੇ ਅਰਥ ਗੁਲਾਮ ਨੇ। ਜਿਹੜਾ ਮੱਧਕਾਲੀ ਚਿੰਤਨ ਹੈ ਉਹ ਬੰਦੇ ਨੂੰ ਪਰਮਾਤਮਾ ਦੀ ਗੁਲਾਮੀ ਨਾਲ ਜੋੜਾ, ਬੰਦਗੀ ਨਾਲ ਜੋੜਦਾ। ਤੇ ਇਹ ਜਿਹੜੀ ਬੰਦਗੀ ਤੇ ਬੰਦਾ ਹੈ ਨਾ, ਇਹਨੂੰ ਜਦੋਂ ਅਸੀਂ ਵਰਤਣ ਲੱਗਦੇ ਹਾਂ ਨਾ ਸ਼ਬਦ ਨੂੰ, ਅਸੀਂ ਮਨੁੱਖ ਦੇ ਪਰਿਆਇਵਾਚੀ ਵਰਤਦੇ ਹਾਂ। ਜੀ ਜਿਹੜਾ ਕਿ ਉਹਦੀ ਜਿਹੜੀ ਅਰਥ ਦੀ ਮੀਮਾਂਸਾ ਹੈ ਨਾ ਉਹਦੇ ਨਾਲ ਜ਼ਿਆਦਾ ਇਸ ਕਰਕੇ ਕੀ ਹੈ ਕਿ ਇਹ ਜਿਹੜਾ ਮੁਹਾਵਰਾ ਹੈ ਨਾ ਬਣ ਗਿਆ ਸਾਡੇ ਬੋਲਣ ਦਾ, ਉਹ ਬੰਦਿਆ ਤੂੰ ਬੰਦਾ ਬਣ, ਜਾਂ ਨਾਂ ਲੈ ਕੇ ਕਹਿੰਦੇ ਉਹ ਕੁਲਵੰਸਿਆਂ ਤੂੰ ਬੰਦਾ ਬਣ। ਇਹ ਬੰਦਾ ਦਰਅਸਲ ਉਹਨੂੰ ਮਨੁੱਖ ਨਹੀਂ ਬਣਾ ਰਹੇ ਹੁੰਦੇ, ਉਹ ਬੰਦਾ ਉਹਨੂੰ ਗੁਰੂ ਘਰ ਨਾਲ ਜੋੜਨ ਦਾ ਜਾਂ ਪ੍ਰਭੂ ਨਾਲ ਜੋੜਨ ਦੀ ਇੱਕ ਜੁਗਤ ਵਿੱਚੋਂ ਨਿਕਲਿਆ ਹੋਇਆ ਇਹ ਮੱਧਕਾਲੀ ਚਿੰਤਨ ਦਾ ਦਰਸ਼ਨ ਦਾ ਸ਼ਬਦ ਸੀ, ਜਿਹਨੂੰ ਅਸੀਂ ਫੋਕਲੋਰਿਸਟਿਕ ਮਾਡਲ ਵਿੱਚ ਲਿਆ ਕੇ ਬੰਦੇ ਦੇ ਪਰਿਆਇਵਾਚੀ ਖੜਾ ਕੀਤਾ ਹੋਇਆ। ਹੁਣ ਤੁਹਾਡਾ ਪ੍ਰਸ਼ਨ ਆਉਂਦਾ ਹੈ ਕਿ ਬਈ ਜਿਹੜੀਆਂ ਇਹ ਹੱਦਾਂ ਸਰਹੱਦਾਂ ਬਣਾਈਆਂ ਨੇ ਇਹ ਕਿੰਨਾ ਕੁ ਚਿਰ ਚੱਲਣਗੀਆਂ। ਦੇਖੋ ਜਿੰਨਾ ਚਿਰ ਜਾਇਦਾਦ ਦਾ ਸੰਕਲਪ ਰਹੇਗਾ ਤੇ ਰਾਜਨੀਤੀ ਰਹੇਗੀ, ਇਹ ਹੱਦਾਂ ਸਰਹੱਦਾਂ ਕਦੀ ਖਤਮ ਨਹੀਂ ਹੋਣਗੀਆਂ। ਇਹ ਹੱਦਾਂ ਸਰਹੱਦਾਂ ਸੋਚ ਦੀਆਂ ਹੋਣ, ਸਮਝ ਦੀਆਂ ਹੋਣ, ਗਿਆਨ ਦੀਆਂ ਹੋਣ, ਇਹ ਰਾਜਨੀਤੀ ਨੇ ਜਿਹੜੇ ਸਿਆੜ ਖਿੱਚਣੇ ਨੇ ਉਹਦੀ ਪੈੜ ਵਿੱਚ ਹੀ ਜ਼ਿੰਦਗੀ ਦੀ ਵਿਉਂਤਬੰਦੀ ਹੁੰਦੀ ਹੈ। ਕਾਰਲ ਮਾਰਕਸ ਨੇ ਇੱਕ ਥਾਂ ਕਿਹਾ ਸੀ ਕਿ ਬਈ ਜਿਹੜਾ ਸਾਹਿਤ ਹੈ ਇਹ ਰਾਜਨੀਤੀ ਦਾ ਵਾਹਨ ਹੈ। ਜੇ ਸੱਚੀ ਮੁੱਚੀ ਇਹ ਗੱਲ ਠੀਕ ਹੈ ਤੇ ਫਿਰ ਮੈਨੂੰ ਲੱਗਦਾ ਹੈ ਕਿ ਬਈ ਸਾਹਿਤ ਦੀ ਸਾਰੇ ਦੀ ਭੂਮਿਕਾ ਸੈਕੰਡਰੀ ਹੋ। ਜੇ ਉਹਦੀ ਦੂਜੈਲੀ ਭੂਮਿਕਾ ਹੈ ਤੇ ਫਿਰ ਜਿਹੜਾ ਸਾਹਿਤ ਚਿੰਤਨ ਹੈ ਜਾਂ ਸਾਹਿਤ ਦਾ ਅਸੀਂ ਜੋ ਪੈਦਾ ਕਰ ਰਹੇ ਹਾਂ, ਜਿਹੜੀ ਸੋਚ ਅਸੀਂ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਜਿਹੜੇ ਨਵੇਂ ਦਿਸ-ਹੱਦੇ ਅਸੀਂ ਸਿਰਜਣ ਦੀ ਕੋਸ਼ਿਸ਼ ਕਰਦੇ, ਉਹ ਤੇ ਫਿਰ ਰਾਜਨੀਤੀ ਦੀ ਅਧੀਨਗੀ ਨੂੰ ਵੀ ਸੰਗਤ ਰਹੇ। ਤੇ ਜੇ ਸਾਰਾ ਕੁਝ ਦਰਸ਼ਨ ਸ਼ਾਸਤਰੀ ਪ੍ਰਪੇਖ ਵੀ ਤੇ ਗਿਆਨ ਦੇ ਮੰਡਲ ਰਾਜਨੀਤੀ ਦੇ ਅਧੀਨ ਹੀ ਰਹਿਣੇ ਨੇ, ਤੇ ਫਿਰ ਇਹਦੀ ਅੰਤਮ ਦਿਸ਼ਾ ਜਿਹੜੀ ਉਹ ਤੇ ਰਾਜਨੀਤਿਕ ਵਿਅਕਤੀ ਕੋਲ ਚਲੇਗੀ। ਅੰਤਮ ਫੈਸਲਾ ਫਿਰ ਕੀ ਸਿਆਸਤ ਕਰੇਗੀ। ਜੇ ਸਿਆਸਤ ਕਰੇਗੀ ਤੇ ਜਿਸ ਤਰ੍ਹਾਂ ਦੇ ਅਸੀਂ ਵਰਤਮਾਨ ਸੰਸਾਰ ਵਿੱਚੋਂ ਗੁਜ਼ਰ ਰਹੇ ਹਾਂ, ਇਹਨਾਂ ਹੱਦਾਂ ਸਰਹੱਦਾਂ ਦੇ ਵਧਣ ਦੀ ਸੰਭਾਵਨਾ ਘਟਣ ਦੀ ਨਹੀਂ। ਇਸ ਲਈ ਮੇਰਾ ਤੁਹਾਡੇ ਇਸ ਸਵਾਲ ਦੇ ਸੰਬੰਧ ਵਿੱਚ ਇੱਕ ਸਧਾਰਨ ਜਿਹਾ ਉੱਤਰ ਹੈ ਕਿ ਇਹ ਹੱਦਾਂ ਸਰਹੱਦਾਂ ਜਿਹੜੀਆਂ ਨੇ ਇਹ ਰਾਜਨੀਤਿਕ ਦਰਸ਼ਨ ਦੀਆਂ ਪੈਦਾ ਕੀਤੀਆਂ ਹੋਈਆਂ ਨੇ। ਕਿ ਜਿੰਨਾ ਚਿਰ ਰਾਜਨੀਤਿਕ ਦਰਸ਼ਨ ਦੀ ਪ੍ਰਭੁਤਾ ਕਾਇਮ ਰਹੇਗੀ, ਉਨਾ ਚਿਰ ਇਹਨਾਂ ਹੱਦਾਂ ਸਰਹੱਦਾਂ ਦੇ ਬਣੇ ਰਹਿਣ ਦੀਆਂ ਸੰਭਾਵਨਾ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ। ਹਾਂ, ਅਸੀਂ ਆਪਣੇ ਲੈਵਲ ਤੇ ਜਿਹੜੀ ਸਾਡੀਆਂ ਕਲਾਤਮਕ ਸਾਹਿਤਕ ਜੁਗਤਾਂ ਨੇ, ਜਿਨ੍ਹਾਂ ਰਾਹੀਂ ਅਸੀਂ ਆਪਣੇ ਵਿਚਾਰਾਂ ਨੂੰ ਵਿਉਂਤਦੇ ਵਿਸਤਾਰਦੇ ਹਾਂ, ਉਹਨਾਂ ਰਾਹੀਂ ਆਪਣੀ ਲੜਾਈ ਜਾਰੀ ਰੱਖ ਸਕਦੇ ਹਾਂ। ਪਰ ਬਹੁਤੀ ਵਾਰੀ ਇਹ ਫੈਸਲੇ ਜਿਹੜੇ ਨੇ, ਜਾਂ ਲਗਭਗ ਸਾਰੇ ਫੈਸਲੇ ਜਿਹੜੇ ਨੇ, ਉਹ ਰਾਜਨੀਤੀ ਸ਼ਾਸਤਰ ਦੇ ਹੀ ਅੰਤਰਗਤ ਵਾਪਰਦੇ ਨੇ। ਬਹੁਤੀ ਦੂਰ ਜਾਣ ਦੀ ਲੋੜ ਨਹੀਂ, ਤੁਸੀਂ ਆਪਣੇ ਕੱਲ ਤੇ ਝਾਤੀ ਮਾਰੋ। ਆ ਜਿਹੜਾ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਹੈ, ਇਹ ਸਾਡੀ ਇੱਛਾ ਨਾਲ ਤੇ ਨਹੀਂ ਨਾ ਬਣਿਆ, ਇਹ ਰਾਜਨੀਤਿਕ ਫੈਸਲੇ ਨੇ। ਔਰ ਅਸੀਂ ਸਾਰਿਆਂ ਨੇ ਉਹਨੂੰ ਮੰਨਿਆ, ਇਤਿਹਾਸ ਨੇ ਉਹਨੂੰ ਸਾਂਭਿਆ। ਰਾਜਨੀਤੀ ਪ੍ਰਵੇਲ ਕਰਦੀ ਹੈ, ਭੰਨ ਟੁੱਟ ਹੁੰਦੀ ਹੈ। ਬੰਗਲਾਦੇਸ਼ ਬਣਿਆ, ਰਾਜਨੀਤੀ ਪ੍ਰਵੇਲ ਕੀਤੀ। ਇਹ ਦਰਅਸਲ ਹੱਦਾਂ ਸਰਹੱਦਾਂ ਸਾਰੀਆਂ ਦੀਆਂ ਸਾਰੀਆਂ ਹੀ, ਚਾਹੇ ਉਹ ਸਮਾਜ ਦੀਆਂ ਨੇ, ਚਾਹੇ ਉਹ ਦੇਸ਼ਾਂ ਵਿਦੇਸ਼ਾਂ ਦੀਆਂ ਨੇ, ਚਾਹੇ ਜੀਵਨ ਦੀਆਂ ਨੇ, ਚਾਹੇ ਗਿਆਨ ਦੀਆਂ ਨੇ,
ਇਹਨਾਂ ਵਿੱਚ ਵੱਡਾ ਹਿੱਸਾ ਗਿਆਨ ਦੀ ਰਾਜਨੀਤੀ ਦਾ ਵੀ ਹੈ। ਜੀ 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 ਉਬਾ ਸਰ, ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਸਰਬੱਤ ਦੇ ਭਲੇ ਦਾ ਸਾਡੇ ਕੋਲੇ ਮਾਡਲ ਪਿਆ ਹੈ। 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਸਾਨੂੰ ਇਹ ਮਾਡਲ ਦੇ ਕੇ ਗਏ ਸੀ, ਫਿਰ ਗੁਰੂ ਗੋਬਿੰਦ ਸਿੰਘ ਨੇ ਮਾਨਸਕੀ ਇੱਕੋ ਜਾਤ ਦਾ ਮਾਡਲ ਦਿੱਤਾ, ਪਰ ਅਸੀਂ ਅਜੇ ਵੀ ਉਵੇਂ ਜਾਤਾਂ ਦੇ ਵਿੱਚ ਜਕੜੇ ਹੋਏ ਹਾਂ ਤੇ ਹੋਰ ਬਹੁਤ ਸਾਰੀਆਂ ਦਾਇਰਿਆਂ ਦੇ ਵਿੱਚ ਜਕੜੇ ਹੋਏ ਹਾਂ। ਇਹ ਅਜੇ ਤੱਕ ਕਾਹਤੋਂ ਨੇ ਇਸ ਕਿਸਮ ਦੀਆਂ ਜਿਹੜੀਆਂ ਪਾਬੰਦੀਆਂ ਸਾਡੇ ਸਮਾਜ ਦੇ ਵਿੱਚ? ਕਿਸੇ ਸੱਜਣ ਨੇ ਲਿਖਿਆ ਸੀ ਜੀ ਕਿ ਦੁਆਰੇ ਪੱਕੇ ਹੋ ਗਏ ਨੇ, ਸਿੱਖ ਕੱਚੇ ਹੁੰਦੇ ਜਾ ਰਹੇ ਨੇ। ਮਾਡਲ ਦੁਨੀਆ ਦੇ ਵਿੱਚ ਇਦੋਂ ਖੂਬਸੂਰਤ ਡਾਕਟਰ ਸਾਹਿਬ ਅੱਜ ਲਿੰਕ ਕਲੀਅਰ ਨਹੀਂ ਹੈਗਾ, ਬਿਲਕੁਲ ਆਵਾਜ਼ ਕਲੀਅਰ ਨਹੀਂ ਆ ਰਹੀ। ਡਾਕਟਰ ਸਾਹਿਬ ਤੁਸੀਂ ਦੇਖੋ ਕੋਈ ਡਿਸਟਰਬੈਂਸ ਆ? ਨਹੀਂ, ਇਹ ਨੈਟਵਰਕ ਦੀ ਥੋੜੀ ਜਿਹੀ ਪ੍ਰੋਬਲਮ ਹੀ ਹੈ, ਅਦਰਵਾਈਜ਼ ਇਹ ਆਪਣੇ ਹੱਥ 'ਚ ਨਹੀਂ ਹੈਗਾ ਮਤਲਬ। ਅੱਛਾ, ਹਾਂਜੀ ਹਾਂਜੀ ਉਬਾ ਸਰ। ਮੈਂ ਰਸਲ ਦੀ ਗੱਲ ਮੇਰੇ ਦਿਮਾਗ 'ਚ ਆਉਂਦੀ ਆ ਜਦੋਂ ਉਹ ਕਹਿੰਦੇ ਕਿ ਸਾਰੀ ਦੁਨੀਆ ਨੂੰ ਜੇ ਕੋਈ ਤੀਸਰੀ ਵਿਸ਼ਵ ਯੁੱਧ ਉਹ ਕਹਿੰਦਾ ਜੇ ਹੁੰਦਾ ਤੇ ਸਾਰੀ ਦੁਨੀਆ ਖਤਮ ਹੋ ਜਾਂਦੀ ਹੈ ਤੇ ਇੱਕ ਨਵੀਂ ਦੁਨੀਆ ਬਣਦੀ ਆ, ਤਾਂ ਸਾਰੀ ਦੁਨੀਆ ਦਾ ਇੱਕੋ ਧਰਮ ਗ੍ਰੰਥ ਹੋਏਗਾ, ਗੁਰੂ ਗ੍ਰੰਥ ਸਾਹਿਬ ਹੋਏਗਾ। ਤਾਂ ਉਹਨਾਂ ਨੇ ਸਵਾਲ ਇਹ ਕੀਤਾ ਕਿ ਕਿਉਂ ਨਹੀਂ ਹੋ ਸਕਦਾ? ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ, ਇਸ ਤੋਂ ਖੂਬਸੂਰਤ ਵਿਸ਼ਵ ਨਾਗਰਿਕਤਾ ਦਾ ਕੋਈ ਮਾਡਲ ਹੈ ਹੀ ਨਹੀਂ। ਇਹ ਇਕੱਲਾ ਪੰਜਾਬ ਦਾ ਮਾਡਲ ਨਹੀਂ ਸੀ ਹੈਗਾ, ਸਮੁੱਚੀ ਦੁਨੀਆ ਲਈ ਤੋਂ ਖੂਬਸੂਰਤ ਮਾਡਲ ਕੋਈ ਹੋ ਨਹੀਂ ਸੀ ਸਕਦਾ। ਮਸਲਾ ਕੀ ਹੋ ਗਿਆ ਕਿ ਉਸ ਮਾਡਲ ਨੂੰ ਸਮਝਣ ਵਾਲੇ, ਵਾਚਣ ਵਾਲੇ, ਇੰਪਲੀਮੈਂਟ ਕਰਨ ਵਾਲੇ ਅਸੀਂ ਸਾਰੇ ਕਿਸੇ ਹੋਰ ਰਾਹ ਤੇ ਤੁਰ ਪਏ ਹਾਂ। ਗੁਰੂ ਨਾਨਕ ਸਾਹਿਬ ਦਾ ਜਦੋਂ 550 ਸਾਲਾ ਮਨਾਇਆ, ਕਹਿੰਦੇ ਇੱਕ ਛੋਟੀ ਜੀ 3-4 ਲਾਈਨਾਂ ਦੀ ਕਵਿਤਾ ਜਿਹੜੀ ਸੀ ਉਹ ਲਿਖੀ ਸੀ ਕਿ ਕਿਤ ਛੱਡੀ ਨਾਮ ਭੁੱਲੇ, ਵੰਡ ਛਕਣਾ ਆਪਸ ਵਿੱਚ ਹੀ ਲੱਗ ਪਏ ਹਾਂ। ਤੇ ਉਹ ਮਸਲਾ ਇਹ ਹੋ ਗਿਆ ਕਿ ਉਹ ਸਾਰਾ ਸਿਧਾਂਤ ਛੱਡ ਕੇ ਨਾ, ਜਦੋਂ ਕੁਝ ਲੋਕਾਂ ਦੇ ਹੱਥਾਂ ਦੇ ਵਿੱਚ ਸਾਰਾ ਕੁਝ ਆ ਜਾਂਦਾ, ਜਿਹੜੀ ਪ੍ਰੈਸਾਂ ਦਾ ਰਾਜਨੀਤੀ ਸ਼ਾਸਤਰ ਦੀ ਗੱਲ ਕਰ ਰਹੇ ਸੀ, ਜਦੋਂ ਰਾਜਨੀਤੀ ਸ਼ਾਸਤਰ ਧਰਮ ਸ਼ਾਸਤਰ ਤੇ ਭਾਰੂ ਪੈ ਜਾਂਦਾ ਤਾਂ ਫਿਰ ਉਹ ਸਾਰੇ ਮਾਡਲ ਜਿਹੜੇ ਨੇ ਉਹ ਟੁੱਟਣੇ, ਬਸ ਇਹੋ ਜਿਹਾ ਇਤਫਾਕ ਬਣਦੇ ਨੇ ਕਿ ਉਸ ਤੇ ਬੰਦੇ ਦੀ ਬੇਬਸੀ ਹੋ ਜਾਂਦੀ ਆ। ਸਾਡੇ ਸਾਰੇ ਸਿਸਟਮ ਦੇ ਵਿੱਚ ਰਾਜਨੀਤੀ ਨੇ ਸਿਸਟਮ ਨੂੰ ਇੰਨਾ ਕੁ ਪਲਿਊਟ ਕਰ ਦਿੱਤਾ, ਇੰਨਾ ਪਲੀਤ ਕਰ ਦਿੱਤਾ ਕਿ ਸਾਡੇ ਪਾਸ ਹੋਰ ਕੋਈ ਰਾਹ ਬਚਦਾ ਦਿਖਾਈ ਨਹੀਂ ਦੇ ਰਿਹਾ। ਇਸ ਕਰਕੇ ਮਾਡਲ ਸਾਡੇ ਟੁੱਟਿਆ ਹੈ, ਸਰਬੱਤ ਦੇ ਭਲੇ ਦਾ ਮਾਡਲ। ਪਰ ਫਿਰ ਵੀ ਤੁਸੀਂ ਕਮਾਲ ਇਹ ਦੇਖੋ ਕਿ ਕਰੋਨਾ ਦਾ ਜੇ ਸੰਕਟ ਚੱਲਿਆ, ਜਿਹੜੇ ਆਪਾਂ ਸੰਕਟ ਦੀ ਗੱਲ ਕਰਦੇ ਆ, ਜਦੋਂ ਲੋਕਾਂ ਤੇ ਦਿੱਕਤ ਆਈ ਤਾਂ ਇਸ ਮਾਡਲ ਦੇ ਕਰਕੇ ਸਰਬੱਤ ਦੇ ਭਲੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਜਿੰਨੀਆਂ ਸੰਸਥਾਵਾਂ ਸੀ, ਚਾਰੇ ਪਾਸੇ ਕਿਧਰੇ ਲੰਗਰ ਦਾ ਪ੍ਰਬੰਧ ਹੋ ਰਿਹਾ, ਕਿਧਰੇ ਹੋਰ ਵਿਵਸਥਾ ਦਾ ਪ੍ਰਬੰਧ ਹੋ ਰਿਹਾ, ਉਹ ਉਸ ਮਾਡਲ ਦੀ ਹੀ ਦੇਣ ਸੀ ਕਿ ਸਰਬੱਤ ਦੇ ਭਲੇ ਦਾ ਸੰਕਲਪ ਚੱਲਿਆ। ਬਾਬੇ ਨਾਨਕ ਦੇ ਉਹ 20 ਰੁਪਈਆਂ ਦੀ ਇਨਵੈਸਟਮੈਂਟ ਅਜੇ ਤੱਕ ਜਾਰੀ ਹੈਗੀ ਆ। ਮਨੁੱਖ ਦੀ ਪੇਤਲੀ ਤੇ ਪਲੀਤ ਹੋ ਰਹੀ ਸੋਚ ਨੇ ਸਾਡੇ ਲਈ ਸਮੱਸਿਆਵਾਂ ਪੈਦਾ ਕੀਤੀਆਂ ਨੇ। ਉਹ ਕਰਤੀਆਂ ਕਿਉਂਕਿ ਇਸੇ ਕਰਕੇ ਅਸੀਂ ਭਗਤ ਸਿੰਘ ਨੂੰ ਸੰਧੂ ਬਣਾਉਣ ਲੱਗ ਪਏ, ਸਰਦਾਰ ਉਦਮ ਸਿੰਘ ਨੂੰ ਕੰਬੋਜ ਬਣਾਤਾ ਤੇ ਕਈ ਹੋਰ ਪਾਸੇ ਨੂੰ ਤੁਰੇ ਹੋਏ। ਇਹ ਮਾਡਲ ਸਾਡੇ, ਮੈਂ ਫਿਰ ਉਹੀ ਗੱਲ ਕਹਿ ਰਿਹਾ, ਕੁਝ ਜਿਹੜੇ ਇਹੋ ਜਿਹੇ ਰਾਜਨੀਤੀਵਾਨ ਨੇ ਉਹਨਾਂ ਦੀ ਦੇਣ ਹੈਗੇ ਨੇ ਤੇ ਲੋਕਾਂ ਨੂੰ ਸਿਆਣੇ ਤੇ ਸਤਰਕ ਹੋਣਾ ਪਊਗਾ। ਇਸ ਚ ਜੇ ਲੋਕ ਸਿਆਣੇ ਸਤਰਕ ਹੋ ਕੇ ਅੱਗੇ ਆ ਜਾਣਗੇ ਤਾਂ ਇਹ ਮਾਡਲ ਆਪਣੇ ਆਪ ਚ ਖੂਬਸੂਰਤ ਮਾਡਲ ਆ। ਮਾਡਲ ਚ ਕੋਈ ਸਮੱਸਿਆ ਨਹੀਂ ਹੈ, ਇੰਪਲੀਮੈਂਟੇਸ਼ਨ ਦੀ ਸਮੱਸਿਆ। ਜਦ ਤੇ ਅਸੀਂ ਲੋਕ ਇਸ ਮਾਡਲ ਦੇ ਫਾਲੋਅਰ ਆ, ਸਾਨੂੰ ਸੁਚੇਤ ਹੋਣ ਦੀ ਵੱਧ ਲੋੜ ਹੈ ਜੀ। ਡਾਕਟਰ ਸੁਸ਼ੀਲ ਆਜ਼ਾਦ ਜੀ, ਅਸੀਂ ਬੰਦੇ ਨੂੰ ਬਚਾਉਣ ਲਈ ਸਾਨੂੰ ਸਿਹਤ ਸਹੂਲਤਾਂ ਚਾਹੀਦੀਆਂ ਸੀਆਂ, ਸਾਨੂੰ ਐਜੂਕੇਸ਼ਨ ਚਾਹੀਦੀ ਸੀ, ਪਰ ਅਸੀਂ ਸਾਰਾ ਜ਼ੋਰ ਪਰਮਾਣੂ ਪ੍ਰੀਖਣਾ ਤੇ ਲਾਤਾ, ਹਥਿਆਰਾਂ ਤੇ ਲਾਤਾ ਤੇ ਉਹਦਾ ਸਿੱਟਾ ਅਸੀਂ ਅੱਜ ਭੁਗਤ ਰਹੇ ਹਾਂ। ਤੁਹਾਨੂੰ ਕੀ ਲੱਗਦਾ ਇਸ ਸਥਿਤੀ ਦੇ ਵਿੱਚ ਕੋਈ ਤਬਦੀਲੀ ਇਸ ਸੰਕਟ ਕਾਲ ਦੇ ਪ੍ਰਸੰਗ ਦੇ ਵਿੱਚ ਜਾਂ ਇਸ ਤੋਂ ਬਾਅਦ ਆਉਣ ਦੀ ਕੋਈ ਸੰਭਾਵਨਾ ਹੈਗੀ ਹੈ? ਸੁਸ਼ੀਲ, ਤੁਹਾਡੀ ਆਵਾਜ਼, ਮਾਈਕ ਆਪਣਾ ਖੋਲੋ, ਪਹਿਲਾਂ ਤੁਹਾਡਾ ਮਾਈਕ ਬੰਦ ਹੋ ਗਿਆ ਜੀ। ਹਾਂਜੀ ਜੀ 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 ਡਾਕਟਰ ਸਾਹਿਬ, ਅੱਜ ਦੀ ਜਿਹੜੀ ਮਨੁੱਖਤਾ ਦੀ ਜਿਹੜੀ ਦੌੜ ਹੈ ਜੀ, ਅਸਲ ਭੌਤਿਕਵਾਦ ਦੀ ਦੌੜ ਹੈ, ਰਾਸ਼ਟਰਵਾਦ ਦੀ ਦੌੜ ਹੈ, ਆਪਣੇ ਵਰਚਸਵ ਦੀ ਦੌੜ ਹੈ। ਦੌੜ ਦੇ ਵਿੱਚ ਜਿਵੇਂ ਹੁਣ ਡਾਕਟਰ ਸਾਹਿਬ ਬੋਲ ਰਹੇ ਸੀ, ਇਹ ਕਹਿ ਰਹੇ ਕਿ ਇਹ ਰਾਜਨੀਤਿਕ ਤੰਤਰ ਹੈ, ਰਾਜਨੀਤੀ ਦਾ ਜਿਹੜਾ ਇੱਕ ਗਲਿਆਰਾ ਹੈ ਉਹ ਸਰਹੱਦਾਂ ਨੂੰ ਬਣਾ ਰਿਹਾ ਹੈ। ਲੇਕਿਨ ਮੇਰਾ ਵਿਚਾਰ ਇਹ ਹੈ, ਰਾਜਨੀਤੀ ਕਿਹਨੇ ਪੈਦਾ ਕਰੀ? ਬੰਦੇ ਨੇ ਪੈਦਾ ਕਰੀ। ਬੰਦਾ ਖੁਦ ਸਵਾਰਥੀ ਹੋਇਆ ਹੈ,
ਉਹਨੇ ਆਪਣੇ ਹੱਕ ਲਈ, ਆਪਣੇ ਵਜੂਦ ਲਈ, ਆਪਣੇ ਪਰਿਵਾਰ ਸਮਾਜ ਵਾਸਤੇ ਜਿੱਥੇ ਜਿੱਥੇ ਉਸ ਆਪਣਤ ਸਮਝਦਾ ਸੀ ਉਹਨੂੰ ਬਣਾਉਣ ਵਾਸਤੇ ਉਹਨੇ ਜੋ ਨਾ ਆਪਣੇ ਦਾਇਰੇ ਨੂੰ ਸੀਮਿਤ ਰੱਖਣ ਵਾਸਤੇ ਇਹ ਪ੍ਰਯਾਸ ਕੀਤਾ ਹੈ। ਅੱਜ ਮਾਨਵਤਾ ਦੀ ਲੋੜ ਹੈ। ਤੁਹਾਡਾ ਜਿਹੜਾ ਟੌਪਿਕ ਹੈ ਵਿਸ਼ਵ ਨਾਗਰਿਕਤਾ, ਉਹਦੇ ਅੰਤਰਗਤ ਜਿਹੜੀ ਇਹ ਦੌੜ ਚੱਲ ਰਹੀ ਹੈ ਇਹ ਬਿਲਕੁਲ ਬੇਈਮਾਨੀ ਹੈ। ਆਪਾਂ ਨੂੰ ਇਹ ਚਾਹੀਦਾ ਹੈ, ਇਨਸਾਨ ਨੂੰ ਹੀ ਚਾਹੀਦਾ, ਇਨਸਾਨ ਹੀ ਸੋਚੇਗਾ, ਇਨਸਾਨ ਹੀ ਬਣਾਏਗਾ ਔਰ ਇਨਸਾਨ ਹੀ ਆਪਣੇ ਭਵਿੱਖ ਬਾਰੇ ਸੋਚ ਸਕਦਾ ਹੈ। ਅੱਜ ਜਿਹੜੀ ਸਥਿਤੀ ਹੈ, ਜੋ ਇਹ ਸਵਾਲ ਪੈਦਾ ਹੋਇਆ, ਇਹ ਵੀ ਇਨਸਾਨ ਦੀ ਆਪਦੀ ਜੋ ਹੈ ਸੋਚ ਔਰ ਸਮਝ ਕਰਕੇ ਪੈਦਾ ਹੋਇਆ ਹੈ। ਤਾਂ ਜ਼ਰੂਰਤ ਇਹਨਾਂ ਚੀਜ਼ਾਂ ਦੀ ਨਹੀਂ ਹੈ ਕਿ ਅਸੀਂ ਪਰਮਾਣੂ ਬੰਬ ਬਣਾਈਏ ਤੇ ਅਸੀਂ ਆਕਰਮਣ ਕਰੀਏ, ਹਮਲੇ ਕਰੀਏ। ਹੁਣ ਦੇਖੋ ਸੰਕਟ ਕਾਲ ਆਇਆ, ਆਪਾਂ ਇਸ ਚੀਜ਼ ਦੇ ਵਾਕਫ ਹਾਂ ਕਿ ਇਹਨਾਂ ਦੇ ਵਿੱਚ ਜਿੰਨੇ ਵੀ ਵਿਚਾਰਕ ਪੈਦਾ ਹੋਏ ਨੇ ਉਹਨਾਂ ਨੇ ਇਹੀ ਕਿਹਾ ਕਿ ਬਈ ਹਸਪਤਾਲ ਹੋਣੇ ਚਾਹੀਦੇ, ਦਵਾਈਆਂ ਹੋਣੀ ਚਾਹੀਦੀਆਂ ਨੇ, ਗਿਆਨ ਹੋਣਾ ਚਾਹੀਦਾ, ਪ੍ਰੇਮ ਹੋਣਾ ਚਾਹੀਦਾ ਹੈ। ਤਾਂ ਇਹ ਚੀਜ਼ਾਂ ਦਾ ਵਿਕਾਸ ਆਪਣੇ ਆਪ ਪਾਰਿਸਥਿਤਿਕ ਜਨਯ ਹੋ ਜਾਂਦਾ ਹੈ। ਜਿੱਥੇ ਤੱਕ ਮੇਰਾ ਇਹ ਸੋਚਣ ਦਾ ਦਾਇਰਾ ਹੈ ਕਿ ਇਨਸਾਨ ਨੂੰ ਮਾਨਵਤਾਵਾਦ ਵੱਲ ਧਿਆਨ ਦੇਣਾ ਚਾਹੀਦਾ, ਨਾ ਕਿ ਪਰਮਾਣੂ ਸੰਪੰਨ ਸ਼ਕਤੀ ਬਣਨ ਵਾਸਤੇ ਜਾਂ ਦੂਸਰੇ ਨੂੰ ਡਰਾਉਣ ਵਾਸਤੇ, ਧਮਕਾਉਣ ਵਾਸਤੇ। ਇਸ ਤਰ੍ਹਾਂ ਦੇ ਦਾਇਰੇ 'ਚ ਬੰਦ ਹੋ ਕੇ ਮਾਨਵਤਾ ਦੀ ਜਾਂ ਵਿਸ਼ਵ ਨਾਗਰਿਕਤਾ ਦੀ ਜਿਹੜੀ ਸੰਕਲਪਨਾ ਹੈ ਉਹਨੂੰ ਅਸੀਂ ਪੂਰਾ ਨਹੀਂ ਕਰ ਸਕਦੇ। ਜੀ ਬੇਦੀ ਸਾਹਿਬ, ਜਿਹੜਾ ਸਾਹਿਤ ਹੈ ਇਹ ਹਮੇਸ਼ਾ ਵਿਸ਼ਵ ਮਨੁੱਖ ਦਾ ਹੋਕਾ ਦਿੰਦਾ ਹੈ। ਆਪਾਂ ਪਹਿਲਾਂ ਗੱਲ ਵੀ ਕੀਤੀ ਸੀ ਸ਼ੁਰੂ ਦੇ ਵਿੱਚ, ਚਾਹੇ ਪੰਜਾਬੀ ਸਾਹਿਤ ਹੈ, ਹਿੰਦੀ ਸਾਹਿਤ ਹੈ, ਤੁਹਾਨੂੰ ਕੀ ਲੱਗਦਾ ਇਹਦੇ ਨਾਲ ਕੋਈ ਬਦਲਾਅ ਆਉਂਦਾ ਹੈ ਜਾਂ ਫਿਰ ਸਾਹਿਤ ਦੀ ਆਵਾਜ਼ ਹੈ ਜਿਹੜੀ ਨਗਾਰਖਾਨੇ ਟੂਟੀ ਦੀ ਆਵਾਜ਼ ਬਣ ਜਾਂਦੀ ਹੈ? ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਪਹਿਲਾ ਸਵਾਲ ਦਾ ਜਵਾਬ ਦਿੰਦਿਆਂ ਵੀ ਜੀ, ਕਿ ਜਿਹੜਾ ਸਾਹਿਤ ਹੈ, ਜੇ ਕਾਰਲ ਮਾਰਕਸ ਦੀ ਗੱਲ ਮੰਨ ਲਈਏ ਤੇ ਇਹਦੀ ਗਰੀਬ ਦੀ ਪੋਜੀਸ਼ਨ ਦੂਜੀ ਹੋ ਜਾਂਦੀ ਹੈ। ਪਰ ਕੁਝ ਐਸੇ ਚਿੰਤਕ ਲੇਖਕ ਵੀ ਹੋਏ ਨੇ ਜਿਨ੍ਹਾਂ ਨੇ ਸਮਾਜ ਵਿੱਚ ਵੱਡੀਆਂ ਤਬਦੀਲੀਆਂ ਲਿਆਂਦੀਆਂ, ਜਿਨ੍ਹਾਂ ਕਰਕੇ ਸਮਾਜ ਦੀ ਤੌਰ ਤੇ ਸੋਚ ਵਿੱਚ ਤਬਦੀਲੀ ਆਈ। ਜੀ, ਉੱਥੇ ਲੱਗਦਾ ਹੈ ਕਿ ਸਾਹਿਤ ਦੀ ਬੜੀ ਵੱਡੀ ਭੂਮਿਕਾ ਹੁੰਦੀ ਹੈ। ਡਾਕਟਰ ਉਮਾ ਗੁਰਬਾਣੀ ਦੇ ਹਵਾਲੇ ਨਾਲ ਜ਼ਿਕਰ ਕਰ ਰਹੇ ਸੀ ਤੇ ਉਹ ਜਿਹੜੀ ਗੁਰਬਾਣੀ ਹੈ, ਪਾਰਟਿਕੂਲਰਲੀ ਗੁਰੂ ਨਾਨਕ ਦੇਵ ਵੱਲੋਂ ਜਿਹੜੇ ਸਿਧਾਂਤ ਪੇਸ਼ ਕੀਤੇ ਗਏ ਨੇ, ਜਿਹੜੇ ਸਿੱਖ ਧਰਮ ਦੀ ਬੁਨਿਆਦੀ ਆਧਾਰਸ਼ਿਲਾ ਨੇ, ਉਹਨਾਂ ਦੇ ਰੈਫਰੈਂਸ ਨਾਲ ਸੋਚੀਏ ਤੇ ਸਾਹਿਤ ਦੀ ਜੇ ਬਾਣੀ ਦੀ ਭੂਮਿਕਾ ਸਮਝਦੇ ਤਾਂ ਜੇ ਬਾਣੀ ਦੀ ਭੂਮਿਕਾ ਹੈ ਤੇ ਉਹ ਪੈਰਲਲ ਸਾਹਿਤ ਦੀ ਭੂਮਿਕਾ ਹੀ ਹੈ। ਬਿਲਕੁਲ। ਜੇ ਬਾਬੇ ਫਰੀਦ ਦੀ ਅੱਜ ਭੂਮਿਕਾ ਦੇਖਦੇ ਆ ਕਿਸੇ ਪ੍ਰਸੰਗ ਵਿੱਚ ਤੇ ਉਹ ਸਾਹਿਤ ਦੀ ਭੂਮਿਕਾ ਹੀ ਹੈ। ਜੀ ਜੀ। ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਉਹ ਸਿੰਪਲ ਇਹ ਹੈ ਕਿ ਜਿਨ੍ਹਾਂ ਸਮਿਆਂ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ, ਜਿਸ ਤਰ੍ਹਾਂ ਦੇ ਅਸੀਂ ਭਸਮ ਸੱਭਿਆਚਾਰ ਦੇ ਅੱਗੇ ਖਾਜੇ ਵਾਂਗ ਸੁੱਟੇ ਹੋਏ ਆ, ਰਾਜਨੀਤੀ ਜਿਵੇਂ ਸਾਨੂੰ ਦਲਤ ਮਲਤ ਰੂਪ ਵਿੱਚ ਦਲ ਕੇ ਅੱਗੇ ਲੰਘ ਰਹੀ ਹੈ, ਬੰਦੇ ਦੀ ਕੀਮਤ ਹੀ ਨਹੀਂ ਰਹੀ। ਇੱਕ ਉਦਾਹਰਨ ਦਿਆਂਗਾ ਛੋਟੀ ਜੀ, ਤੁਹਾਨੂੰ ਗੱਲ ਵਧੇਰੇ ਸਮਝ ਆ ਜਾਏਗੀ। ਮੇਰੇ ਦੇਸ਼ ਵਿੱਚ ਪਾਰਟਿਕੂਲਰਲੀ, ਵੈਸੇ ਤੇ ਏਸ਼ੀਆ 'ਚ ਹੀ ਨਹੀਂ ਹੈਗੀ, ਪਰ ਮੇਰੇ ਦੇਸ਼ ਵਿੱਚ ਪਾਰਟਿਕੂਲਰਲੀ ਬੰਦੇ ਦੀ ਕੋਈ ਕੀਮਤ ਨਹੀਂ ਹੈ। ਅੱਜ ਆਪਾਂ ਗੁਫ਼ਤਗੂ ਕਰਨ ਡਏ, ਬਾਹਰ ਪਤਾ ਲੱਗੇ ਕਿ ਕੋਈ ਘਟਨਾ ਵਾਪਰ ਗਈ, ਉਹਦੇ 400 ਬੰਦਾ ਮਰ ਗਿਆ। ਤੇ ਅਸੀਂ ਉੱਚੀ ਉੱਚੀ ਬਹਿ ਕੇ ਬਹਿਸਾਂ ਕਰਾਂਗੇ, ਸਰਕਾਰ ਸਾਡਾ ਮੂੰਹ ਬੰਦ ਕਰਨ ਲਈ 5000 5 ਲੱਖ ਦੇ ਦੇਗੀ, ਪਰ ਬੰਦਾ ਤੇ ਅਸੀਂ ਉਹਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਇਸ਼ੂ ਮੇਰਾ ਇਹ ਹੈ, ਜਿਸ ਸਮਾਜ ਸੱਭਿਆਚਾਰ ਵਿੱਚ ਸਭ ਤੋਂ ਮਹੱਤਵਪੂਰਨ ਇਕਾਈ ਮਨੁੱਖ ਹੈ, ਜੇ ਉਹਦਾ ਹੀ ਕੋਈ ਮੁੱਲ ਨਹੀਂ ਤੇ ਫਿਰ ਉਹਦੇ ਵੱਲੋਂ ਪੈਦਾ ਕੀਤੇ ਹੋਏ ਸਾਹਿਤ ਦੀ ਭੂਮਿਕਾ ਤੁਸੀਂ ਸਹਿਜ ਆਪ ਹੀ ਸਮਝ ਸਕਦੇ ਹੋ। ਜਿਸ ਮਨੁੱਖ ਨੂੰ ਕੀੜੇ ਮਕੌੜਾ ਸਮਝ ਕੇ ਰਾਜਨੀਤੀ, ਜਿਵੇਂ ਮੈਂ ਪਹਿਲਾਂ ਸ਼ਬਦ ਵਰਤਿਆ, ਭਸਮ ਸੱਭਿਆਚਾਰ ਦਾ ਪਾਤਰ ਬਣਾ ਰਹੀ ਹੈ, ਉਸ ਦੌਰ ਵਿੱਚ, ਉਸ ਸਮੇਂ ਵਿੱਚ ਤੁਸੀਂ ਇਹ ਆਸ ਕਰੋ ਕਿ ਰਾਜਨੀਤੀ ਕਿਸੇ ਵੀ ਵੱਡੀ ਤਬਦੀਲੀ ਦਾ ਬਾਇਸ ਬਣ ਸਕਦੀ ਹੈ, ਤੇ ਮੈਨੂੰ ਗੱਲ 'ਚ ਬਹੁਤਾ ਨਾ ਪ੍ਰੈਕਟੀਕਲੀ ਇਮਾਨਦਾਰੀ ਨਾਲ ਕੋਈ ਬਲ ਨਜ਼ਰ ਨਹੀਂ ਆਉਂਦਾ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਇਸ ਦੌਰ ਵਿੱਚ ਸਾਹਿਤ ਦੀ ਭੂਮਿਕਾ ਨਹੀਂ ਬਣ ਰਹੀ ਤੇ ਸਰਬਕਾਲੀ ਦੌਰ ਵਿੱਚ ਹੀ ਖਤਮ ਹੋ ਗਈ। ਜੇ ਇਸ ਦੌਰ ਵਿੱਚ ਉਹਦੀ ਪੋਜੀਸ਼ਨ ਵੀਕ ਹੈ ਤੇ ਹੋ ਸਕਦਾ ਕੱਲ ਨਵਾਂ ਦੌਰ ਜਦੋਂ ਸ਼ੁਰੂ ਹੋਏਗਾ, ਸਾਹਿਤ ਦੀ ਭੂਮਿਕਾ
ਵਧੇਰੇ ਵੱਡੀ ਤੇ ਕਲਿਆਣਕਾਰੀ ਵੀ ਕੋਈ ਵੀ ਬਣ ਨਹੀਂ। ਸਕਦੀ ਹੈ। ਜੀ ਇਹਦੇ ਨਾਲ ਹੀ ਜਿਹੜੀ ਦੂਜੀ ਗੱਲ ਮੈਂ ਕਹਿਣੀ ਚਾਹੁੰਦਾ, ਜੋ ਕੁਝ ਤੁਸੀਂ ਪੜ੍ਹਦੇ ਹੋ, ਜੋ ਕੁਝ ਤੁਸੀਂ ਸੁਣਦੇ ਹੋ, ਜੋ ਕੁਝ ਤੁਸੀਂ ਵੇਖਦੇ ਹੋ, ਚਾਹੇ ਉਹ ਪ੍ਰਿੰਟ ਮੀਡੀਆ, ਚਾਹੇ ਇਲੈਕਟ੍ਰੋਨਿਕ ਮੀਡੀਆ, ਕੋਈ ਵੀ ਮੀਡੀਆ ਹੋਵੇ, ਇਹ ਸਾਰੀਆਂ ਚੀਜ਼ਾਂ ਲਿਟਰੇਚਰ ਦਾ ਪਾਰਟ ਨੇ। ਹੁਣ ਅਸੀਂ ਇਹ ਨਿਸ਼ਚਿਤ ਕਰਨਾ ਹੈ ਕਿ ਅਸੀਂ ਸਾਹਿਤ ਦੀ ਕਿਸ ਤਰ੍ਹਾਂ ਦੀ ਭੂਮਿਕਾ ਦੀ ਤਵੱਕੋ ਕਰ ਰਹੇ ਹਾਂ, ਜਿਹਦੇ ਨਾਲ ਤੁਸੀਂ ਆਪਣੇ ਪ੍ਰਸ਼ਨ ਨੂੰ ਤਸ਼ਕੀਲ ਕਰ ਰਹੇ ਹੋ, ਉਹਦੀ ਬਣਤਰ ਬਣਾ ਰਹੇ ਹੋ। ਕੀ ਚਾਹੁੰਦੇ ਹੋ ਸਾਹਿਤ ਕੋਲੋਂ, ਸਾਹਿਤ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਵੇ। ਅਸੀਂ ਇੱਕ ਦੌਰ ਵਿੱਚ ਸੋਚਿਆ ਸੀ, ਪਾਤਰ ਨਾਲ ਵੀ ਗੱਲ ਹੋਈ ਸੀ ਕਿ ਕਵਿਤਾ ਦਾ ਦੌਰ ਖਤਮ ਹੋ ਰਿਹਾ। ਉਹ ਕਹਿੰਦਾ ਨਾ, ਕਵਿਤਾ ਦਾ ਦੌਰ ਨਹੀਂ ਖਤਮ ਹੋ ਰਿਹਾ, ਕਵਿਤਾ ਭਿੰਨ ਭਿੰਨ ਰੂਪਾਂ ਵਿੱਚ ਆਪਣੇ ਆਪ ਨੂੰ ਜਿਹੜੀ ਸਥਾਪਿਤ ਕਰਨ ਦੀ ਜਾਂ ਪ੍ਰਚਲਿਤ ਕਰਨ ਦੀ ਕੋਸ਼ਿਸ਼ ਕਰ। ਜੇ ਅਸੀਂ ਗੀਤ ਸੁਣਦੇ ਹਾਂ, ਉਹ ਵੀ ਕਵਿਤਾ ਦਾ ਪਾਰਟ ਹੈ। ਬਿਲਕੁਲ ਬਿਲਕੁਲ। ਜੇ ਅਸੀਂ ਕਵਿਤਾ ਗਾਈ ਹੋਈ ਸੁਣਦੇ ਹਾਂ ਮੀਟਰਡ, ਉਹ ਵੀ ਕਵਿਤਾ ਦਾ ਪਾਰਟ ਹੈ। ਗੁਰਬਾਣੀ ਸੁਣਦੇ ਹਾਂ, ਉਹ ਵੀ ਕਵਿਤਾ ਦਾ ਪਾਰਟ ਹੈ। ਗੀਤਾ ਸੁਣਦੇ ਹਾਂ, ਉਹ ਵੀ ਕਵਿਤਾ ਦਾ ਪਾਰਟ ਹੈ, ਕਿਉਂਕਿ ਲਿਖਿਆ ਹੀ ਸਾਰਾ ਕੁਝ ਕਵਿਤਾ 'ਚ ਗਿਆ ਹੋਇਆ। ਕਵਿਤਾ ਜ਼ਿੰਦਗੀ ਦਾ ਬੜਾ ਮਹੱਤਵਪੂਰਨ ਹਿੱਸਾ ਹੈ। ਇਵੇਂ ਹੀ ਮੈਂ ਤੁਹਾਡੇ ਸਵਾਲ ਦਾ ਜਵਾਬ ਦਿੰਦਾ ਹੋਇਆ ਸਿਰਫ ਇੰਨੀ ਗੱਲ ਕਹਿਣਾ ਕਿ ਸਾਹਿਤ ਦੀ ਭੂਮਿਕਾ ਸਦਾ ਹੀ ਬਣੀ ਰਹੀ ਹੈ। ਕਦੀ ਨਿਮਨ ਹੋ ਗਈ, ਕਦੀ ਤੇਜ਼ ਹੋ ਗਈ, ਕਦੀ ਮੱਧ ਵਰਗੀ ਮੱਧ ਮਾਰਗੀ ਸਥਿਤੀ ਵਿੱਚ ਆ ਗਈ। ਸਾਹਿਤ ਕਦੀ ਇਰਰੈਲੇਵੈਂਟ ਨਹੀਂ ਹੁੰਦਾ। ਜੇ ਸਾਹਿਤ ਇਰਰੈਲੇਵੈਂਟ ਹੋਇਆ ਹੁੰਦਾ ਤੇ ਜਿੰਨੇ ਰੂਪਾਂ ਵਿੱਚ ਇਸ ਵੇਲੇ ਸਾਹਿਤ ਪ੍ਰਚਲਿਤ ਹੋ ਰਿਹਾ ਤੇ ਵਰਤਿਆ ਜਾ ਰਿਹਾ, ਇਹ ਇੰਜ ਨਾ ਹੁੰਦਾ। ਸਾਹਿਤ ਦੀ ਭੂਮਿਕਾ ਹੈ, ਬਣੀ ਰਹੇਗੀ। ਸਿਰਫ ਪਹਿਲੀ ਗੱਲ ਫਿਰ ਦੁਹਰਾਉਣ ਲੱਗਾ ਕਿ ਜਿਸ ਦੌਰ ਵਿੱਚੋਂ ਅਸੀਂ ਲੰਘ ਰਹੇ ਹਾਂ, ਉਹ ਦੌਰ ਜਿਹੜਾ ਨਾ, ਉਹ ਰਾਜਨੀਤੀ ਦੀ ਡੋਮੀਨੇਸ਼ਨ ਦਾ ਦੌਰ ਹੈ। ਔਰ ਰਾਜਨੀਤੀ ਬੰਦੇ ਨੂੰ, ਗਿਆਨ ਨੂੰ, ਸਿੱਖਿਆ ਨੂੰ, ਵਿਗਿਆਨ ਆਪਣੇ ਹਿੱਤਾਂ ਦੇ ਅਨੁਕੂਲ ਵਰਤ ਰਹੀ। ਜਿਸ ਕਰਕੇ ਸਾਨੂੰ ਨਜ਼ਰ ਆਉਂਦਾ ਕਿ ਸਾਹਿਤ ਦੀ ਭੂਮਿਕਾ ਉਨੀ ਪ੍ਰਭਾਵਸ਼ਾਲੀ ਰੂਪ ਵਿੱਚ ਉਜਾਗਰ ਹੋ ਕੇ ਦ੍ਰਿਸ਼ਟਮਾਨ ਨਹੀਂ ਹੋ ਰਹੀ। ਜੀ ਉਬਾ ਸਾਹਿਬ, ਤੁਸੀਂ ਕਿਉਂਕਿ ਐਜੂਕੇਸ਼ਨ ਨਾਲ ਜੁੜੇ ਹੋਏ ਹੋ, ਸਾਡੇ ਵਿਦਿਅਕ ਮਾਡਲ ਦੇ ਵਿੱਚ ਕੁਝ ਅਜਿਹਾ ਹੈ ਜੋ ਸਾਨੂੰ ਇਨਸਾਨੀ ਕਦਰਾਂ ਕੀਮਤਾਂ ਵਾਲੇ ਪਾਸੇ ਤੋਰ ਰਿਹਾ ਹੈ, ਜਾਂ ਸਿਰਫ ਇਹ ਮਹਿਜ਼ ਡਿਗਰੀਆਂ ਲਈ ਖਾਨਾ ਪੂਰਤੀ ਹੋ ਰਹੀ ਹੈ? ਸਰ, ਇਸ ਵੇਲੇ ਤਾਂ ਵਿਦਿਆ ਦੇ ਮਾਡਲ ਦੀ ਜਿਹੜੀ ਗੱਲ ਹੁਣ ਤੱਕ ਚੱਲ ਰਹੀ ਸੀ, ਅਜੇ ਪਰਸੋਂ ਚੌਥੇ ਨਵੀਂ ਪਾਲਿਸੀ ਆ ਕੇ ਹਟੀ, ਅਸੀਂ ਉਸ ਤੇ ਵਿਚਾਰ ਕਰਕੇ ਹਟੇ ਹਾਂ। ਵਿਦਿਆ ਦਾ ਬਹੁਤਾ ਮਾਡਲ ਤਾਂ ਸਾਡਾ ਸਿਰਫ ਨੰਬਰਾਂ ਦੇ ਨਾਲ ਜੁੜ ਕੇ ਰਹਿ ਗਿਆ ਸੀ। ਦਾਖਲੇ ਨੰਬਰਾਂ ਦੇ ਉੱਤੇ, ਅੱਗੇ ਨੌਕਰੀ ਨੰਬਰਾਂ ਦੇ ਉੱਤੇ, ਸਾਰਾ ਕੁਝ ਡਿਗਰੀਆਂ ਦੇ ਨਾਲ। ਦੇਖੋ, ਦੋ ਗੱਲਾਂ ਨੇ। ਐਜੂਕੇਸ਼ਨ ਦਾ ਬੁਨਿਆਦੀ ਮੰਤਵ ਜਿਹੜਾ ਹੈਗਾ, ਉਹ ਤਾਂ ਬੜਾ ਸਪਸ਼ਟ ਹੈ ਕਿ ਚੰਗੇ ਇਨਸਾਨ, ਚੰਗੇ ਮਨੁੱਖ ਪੈਦਾ ਕਰਨਾ ਐਜੂਕੇਸ਼ਨ ਦਾ ਮੁੱਢਲਾ ਮੰਤਵ ਹੈ। ਬਟ ਨਾਲ ਦੀ ਨਾਲ ਅਸੀਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਕਿ ਐਜੂਕੇਸ਼ਨ ਉਹ ਵੀ ਚਾਹੀਦੀ ਹੈ ਜਿਹੜੀ ਲੋਕਾਂ ਨੂੰ ਰੁਜ਼ਗਾਰ ਯੋਗ ਬਣਾਏ। ਜਦੋਂ ਮੈਂ ਆਪਣੇ ਪ੍ਰਸੰਗ ਦੇ ਵਿੱਚ ਦੇਖਦਾ, ਪਾਰਟਿਕੂਲਰਲੀ ਸਾਡੇ ਦੇਸ਼ ਦੀ ਵੱਡੀ ਆਬਾਦੀ ਦੇ ਪ੍ਰਸੰਗ ਦੇ ਵਿੱਚ ਦੇਖਦਾ, ਸਾਨੂੰ ਇਹ ਦੋਨੇ ਗੱਲਾਂ ਨਾਲ ਚਲਾਉਣੀਆਂ ਪੈਣਗੀਆਂ। ਪਰ ਮਸਲਾ ਇਹ ਹੋ ਗਿਆ, ਮੈਂ ਬੜਾ ਹੈਰਾਨ ਹੁੰਦਾ ਕਿ ਉਹ ਸਾਰੀਆਂ ਬੁਨਿਆਦੀ ਗੱਲਾਂ ਜਿਹੜੀਆਂ ਵੈਸੀ ਜੀਵਨ ਜਾਂਚ ਦਾ ਹਿੱਸਾ ਹੋਣੀਆਂ ਚਾਹੀਦੀਆਂ ਸੀ, ਉਹ ਸਿਲੇਬਸ ਦੇ ਵਿੱਚ ਲਾਉਣੀਆਂ ਪੈਣ ਲੱਗ ਪਈਆਂ। ਫਾਰ ਐਗਜ਼ਾਮਪਲ, ਕਹਿੰਦੇ ਸਭ ਲਈ ਵਿਸ਼ਾ ਕਰਨਾ ਪੈ ਗਿਆ, এনवायरमेंट ਨੂੰ ਪੜਾਓ। ਸਭ ਲਈ ਮੈਂਡੇਟਰੀ ਕਰਨਾ ਪੈ ਗਿਆ, ਡਰੱਗ ਅਬਿਊਜ਼ ਪੜਾਓ। ਹੁਣ ਨਵਾਂ ਫਰਮਾਨ ਆ ਰਹੇ ਨੇ ਕਿ ਜੀ ਵੈਲਿਊ ਐਜੂਕੇਸ਼ਨ ਜ਼ਰੂਰ ਕਲਾਸਾਂ ਦਾ ਹਿੱਸਾ ਬਣਾਓ। ਇਹ ਜਿਹੜੀਆਂ ਟ੍ਰੈਫਿਕ ਦੀਆਂ ਗਾਈਡਲਾਈਨਸ ਨੇ, ਉਹ ਬੰਦੇ ਦੀ ਦੂਜੀ ਪੜ੍ਹਾਈ ਜਿਹੜੀ ਆ ਉਹ ਸੈਕੰਡਰੀ ਹੋ ਗਈ। ਮੈਂ ਬਹੁਤ ਸੋਚਦਾ ਹੁੰਦਾ ਕਿ ਯਾਰ ਤਾਂ ਬੁਨਿਆਦੀ ਜੀਵਨ ਜਾਂਚ ਦਾ ਹਿੱਸਾ ਸੀ, ਜਿਹੜੀ ਚੰਗੇ ਸਮਾਜ ਦੇ ਵਿੱਚ, ਜਿਹੜੇ ਚੰਗੇ ਲੋਕਾਂ ਦੇ ਵਿੱਚ ਵੈਸੀ ਹੋਣੀ ਚਾਹੀਦੀ ਸੀ। ਵੱਡਿਆਂ ਦਾ ਸਤਿਕਾਰ ਕਰਨਾ ਸਾਡੀ ਵੈਲਿਊ ਸੀ, ਸਾਨੂੰ ਪੜ੍ਹਾ ਕੇ ਸਿਖਾਉਣ ਦੀ ਲੋੜ ਨਹੀਂ ਹੋਣੀ ਚਾਹੀਦੀ। ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨਾ ਸਾਡੀ ਵੈਲਿਊ ਸੀ। ਤਾਂ ਹੋ ਕੀ ਗਿਆ ਕਿ ਐਜੂਕੇਸ਼ਨ ਸਿਸਟਮ ਉਹ ਰੋਟਨ ਜਿਹਾ ਕਿਸਮ ਦਾ ਐਜੂਕੇਸ਼ਨ ਸਿਸਟਮ ਬਣ ਗਿਆ, ਜਿਹ 'ਚ ਰੂਟ ਲਰਨਿੰਗ ਹੈਗੀ ਸੀਗੀ। ਔਰ ਉਸ ਸਾਰੇ ਤਾਣੇ ਬਾਣੇ ਨੇ ਸਾਡੇ ਐਜੂਕੇਸ਼ਨ ਦੇ ਮਾਡਲ ਦਾ ਸਤਿਆਨਾਸ਼ ਮਾਰ ਕੇ ਰੱਖਤਾ। ਅਸੀਂ ਹੁਣ ਨਵੀਂ ਪਾਲਿਸੀ ਆਈ ਹੈ, ਉਹਦੇ ਵਿੱਚ ਵੀ ਵਾਹਵਾ ਜ਼ਿਕਰ ਹੈਗੇ ਨੇ ਕਿ ਇਹਨੂੰ ਹੁਨਰ ਨਾਲ ਜੋੜਾਂਗੇ, ਇਹਨੂੰ ਟ੍ਰੈਡੀਸ਼ਨਸ ਨਾਲ ਜੋੜਾਂਗੇ। ਮੈਂ ਤਾਂ ਕਦੇ ਕਦੇ ਜਦੋਂ ਸਾਡੀ ਸਾਰੀ ਐਜੂਕੇਸ਼ਨ ਦੇਖਦਾ, ਜਦੋਂ ਮੈਂ ਭਾਰਤ ਦੇ ਪ੍ਰਸੰਗ 'ਚ ਦੇਖਦਾ, ਮੈਂ ਬੜਾ ਕਹਿਣਾ ਹੁੰਦਾ ਕਿ ਸਾਡੇ ਸਿਸਟਮ 'ਚ ਕਿਤੇ ਵੀ ਸਾਡੀ ਕਲਚਰਲ ਹਿਸਟਰੀ ਪੜਾਉਣ ਦਾ ਕੋਈ ਪ੍ਰਾਵਧਾਨ ਨਹੀਂ ਹੈਗਾ। ਅਸੀਂ ਔਰੰਗਜ਼ੇਬ ਦੀ ਹਿਸਟਰੀ ਦਾ ਅਜੇ ਖੜਾ ਹੀ ਛੱਡ ਰਹੇ। ਓਕੇ, ਜਿਹਦੇ ਲਈ ਸਪੈਸ਼ਲਾਈਜੇਸ਼ਨ ਦੀ ਲੋੜ ਆ ਉਹਨੂੰ ਕਰਾ ਦਿਓ,
ਜਿੰਨਾ ਚਿਰ ਕਲਚਰਲ ਹਿਸਟਰੀ ਸਾਰੇ ਲੋਕਾਂ ਨੂੰ ਨਹੀਂ ਪੜਾਈ ਜਾਂਦੀ, ਲੋਕ ਜੜ੍ਹਾਂ ਨਾਲ ਨਹੀਂ ਜੁੜਦੇ। ਜਿੰਨਾ ਚਿਰ ਘਰਾਂ 'ਚ ਸੰਸਕਾਰ ਕਾਇਮ ਨਹੀਂ ਰਹਿੰਦੇ, ਮੈਂ ਮਾਫ ਕਰਨਾ, ਅਸੀਂ ਸਾਰਾ ਕੁਝ ਐਜੂਕੇਸ਼ਨ ਸਿਸਟਮ ਦੇ ਉੱਤੇ ਵੀ ਨਹੀਂ ਛੱਡ ਸਕਦੇ। ਸਾਡੇ ਘਰਾਂ ਦੇ ਵਿੱਚੋਂ ਸੰਸਕਾਰ ਟੁੱਟ ਗਏ ਨੇ। 3 ਇੰਸਟੀਟਿਊਸ਼ਨ ਸੀ, ਇੱਕ ਮਾਪਿਆਂ ਦੀ, ਇੱਕ ਅਧਿਆਪਕਾਂ ਦੀ, ਇੱਕ ਪ੍ਰਚਾਰਕਾਂ ਜਾਂ ਜਿਹੜੇ ਰੋਲ ਮਾਡਲ ਸਮਾਜ ਦੇ ਹੋਰ ਹੁੰਦੇ ਨੇ। ਤੇ ਸਥਿਤੀ ਇਹ ਬਣੀ ਹੋਈ ਹੈ ਕਿ ਤਿੰਨੋਂ ਹੀ ਅਦਾਰੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੇ ਰੋਲ 'ਚ ਫੇਲ ਹੋ ਰਹੇ ਨੇ। ਇਸ ਕਰਕੇ ਉਹ ਜਦੋਂ ਕੋਹੀਜ਼ਨ ਟੁੱਟ ਗਿਆ, ਉਹ ਸਿਨਰਜੀ ਟੁੱਟ ਗਈ, ਸਾਡੇ ਲਈ ਸਮੱਸਿਆਵਾਂ ਪੈਦਾ ਸ਼ੁਰੂ ਹੋ ਗਈਆਂ। ਜੀ ਟਾਈਮ ਬਹੁਤ ਥੋੜਾ ਹੈ, ਮੈਂ ਇੱਕ ਸਵਾਲ ਤਿੰਨੇ ਵਿਦਵਾਨਾਂ ਨੂੰ ਕਰੂੰਗਾ, ਸੰਖੇਪ ਦੇ ਵਿੱਚ ਕੋਸ਼ਿਸ਼ ਕਰਿਓ ਸਰ ਉੱਤਰ ਦੇਣ ਦੀ। ਸੁਸ਼ੀਲ ਆਜ਼ਾਦ ਜੀ, ਇੱਕ ਆਪਾਂ ਥੋੜੀ ਜਿਹੀ ਪੋਜ਼ਿਟਿਵ ਗੱਲ ਕਰੀਏ ਕਿ ਅੱਜ ਦੇ ਦੌਰ ਦੇ ਵਿੱਚ ਕਿਹੜੀਆਂ ਚੰਗੀਆਂ ਗੱਲਾਂ ਤੁਹਾਨੂੰ ਲੱਗਦੀਆਂ ਨੇ ਜਿਨ੍ਹਾਂ ਤੇ ਅਸੀਂ ਮਾਣ ਕਰ ਸਕਦੇ ਹਾਂ? ਹਾਂ ਦੇਖੋ ਜੀ, ਜਿਸ ਤਰ੍ਹਾਂ मैं प्रैक्टिकल गल दसना चाह रहा और मैं हूँ हिंदी ते आ रहा क्योंकि पंजाबी में थोड़ी गड़बड़ है। उसमें रहते हुए हम ये चाहते थे कि पूरे संसार को एक किया जाए। लिए आपके पटियाला से एक मेरे मित्र हैं डॉक्टर अनिल कुमार भारती जी, उन्होंने किताब एक सूत्र दिता सी कि भाषावां नूं आपस च किवें जोड़ीए। 2 बार रूस च आए ते असीं उरे रशियन विद्वानां नाल बैठ के, क्योंकि भाषा नाल ही दिल जुड़ते हैं। जो दिल जुड़ते हैं, मैं समझदा कि अपनी जिहड़ी यह अज दा विषय है वो लगभग पूरा होंदा चलिया जाता है। सरहदां साडे जिहड़े मर्यादावां ने टुटदियां ने, असीं विस्तारवादी हो जाने आ। असीं चौथी भाषा जोड़ी रूसी, फोर वन मैजिक किताब बनाई जी असीं, ते भारती जी ने एक किताब छपवा के 400 किताबां फड़ी रूस ਦੇ ਵਿੱਚ ਤੇ ਹਿੰਦੁਸਤਾਨੀ ਯਾਨੀ ਪ੍ਰਵਾਸੀ ਭਾਰਤੀਆਂ ਦੇ ਵਿੱਚ ਅਸੀਂ ਦਿੱਤੀ, ਤਾਂ ਅਸੀਂ ਭਾਸ਼ਾ ਦੇ ਮਾਧਿਅਮ ਤੋਂ ਅਸੀਂ ਉਹ ਬੈਰੀਅਰਸ ਤੋੜ ਸਕੀਏ ਜੋ ਆਪਣੇ ਆੜੇ ਆਂਦੇ ਨੇ। ਮਤਲਬ ਤਾਂ ਕਹਿਣ ਦਾ ਭਾਵ ਇਹ ਹੈ ਕਿ ਇਨਸਾਨ ਨੂੰ ਮਾਨਵਤਾਵਾਦੀ ਸਾਧੂ ਸੰਤ ਸੰਨਿਆਸੀ ਜੋ ਵਿਰਾਟ ਪੁਰਸ਼ ਹੋਏ ਨੇ ਉਹਨਾਂ ਦੀ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਤਾਰਨਾ ਚਾਹੀਦਾ ਹੈ। ਸਰਹੱਦਾਂ ਨਹੀਂ ਹੋਣੀਆਂ ਚਾਹੀਦੀਆਂ ਕਿਸੇ ਵੀ ਤਰ੍ਹਾਂ ਦੀਆਂ, ਉਹ ਆਪਾਂ ਨੂੰ ਬਿਲਕੁਲ ਜੋ ਨਾ ਰਿਜਿਡ ਬਣਾਉਂਦੀਆਂ ਨੇ, ਕਠੋਰ ਬਣਾਉਂਦੀਆਂ ਨੇ। ਤੇ ਭਾਸ਼ਾ ਦੇ ਨਾਲ ਨਾਲ ਆਪਾਂ ਕਹਿੰਦੇ ਆ ਕਿ ਵਿਸ਼ਵ ਦੀ ਅਗਰ ਮੈਂ ਸੰਕਲਪਨਾ ਕਰਨਾ ਤਾਂ ਰਹਿਣ ਸਹਿਣ, ਭਾਸ਼ਾ ਔਰ ਪਰੰਪਰਾਵਾਂ, ਕਰੰਸੀ ਪਤਾ ਨਹੀਂ ਮਿਲੀ ਜੁਲੀ ਹੋਣੀ ਚਾਹੀਦੀ ਹੈ, ਤਾਂ ਆਪਾਂ ਇਸ ਵਿਸ਼ੇ ਨੂੰ ਬਹੁਤ ਜੀ ਬੇਦੀ ਸਾਹਿਬ, ਆਪਾਂ ਵੈਸੇ ਤਾਂ ਨੌਜਵਾਨਾਂ ਨੂੰ ਬਹੁਤ ਕੋਸਦੇ ਆ, ਪਰ ਮੈਨੂੰ ਇਹ ਲੱਗਦਾ ਕਿ ਇਸ ਵੇਲੇ ਨੌਜਵਾਨ ਪੁਰਾਣੀ ਪੀੜ੍ਹੀ ਦੇ ਨਾਲੋਂ ਜ਼ਿਆਦਾ ਵਿਸ਼ਵ ਨਾਗਰਿਕ ਹੋਣ ਵੱਲ ਵੱਧ ਰਹੇ ਨੇ। ਇਹ 'ਚ ਭਾਵੇਂ ਤਕਨੀਕ ਦਾ ਰੋਲ ਹੈ ਜਾਂ ਕਿਸੇ ਵੀ ਚੀਜ਼ ਦਾ ਰੋਲ ਹੈ, ਪਰ ਮੈਨੂੰ ਲੱਗਦਾ ਕਿ ਉਹ ਹਮਦਰਦੀਆਂ ਸਾਡੇ ਨਾਲ ਵੱਧ ਤੋੜ ਰਹੇ ਨੇ। ਤੁਹਾਨੂੰ ਕੀ ਮਹਿਸੂਸ ਹੁੰਦਾ ਹੈ? ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਉਹ ਸਾਡੇ ਨਾਲੋਂ 2 ਗੱਲਾਂ 'ਚ ਅੱਗੇ ਆ। ਪਹਿਲੀ ਗੱਲ ਤੇ ਆ ਕਿ ਜਿਹੜੇ ਸਾਡੇ ਜੀਵਨ ਦੇ ਡਬਲ ਸਟੈਂਡਰਡ ਨੇ ਨਾ, ਉਹ ਉਹਨਾਂ ਨੇ ਬਹੁਤ ਸਾਰੇ ਘਟਾ ਦਿੱਤੇ। ਉਹਨਾਂ ਦੇ ਚਰਿੱਤਰ ਵਿੱਚ ਵੀ ਸਾਫ਼ ਗੋਈ ਹੈ ਤੇ ਉਹ ਜਿਹੜਾ ਡਬਲ ਸਟੈਂਡਰਡ ਦੋਹਰੀ ਜ਼ਿੰਦਗੀ ਅਸੀਂ ਜਿਉਂਦੇ ਆ ਉਹਨਾਂ ਨੇ ਛੱਡਤੀ। ਤੀਜੀ ਗੱਲ ਇਹ ਹੈ ਵੀ ਉਹਨਾਂ ਦੀ ਕੰਸੈਂਟਰੇਸ਼ਨ ਬੜੀ ਸਿੱਧੀ ਹੋ ਗਈ। ਇਹ ਜਿਹੜੀ ਮਸ਼ੀਨ ਅਸੀਂ ਦਿੱਤੀ ਹੈ ਨਾ ਉਹਨਾਂ ਨੂੰ, ਕੰਪਿਊਟਰ ਦਿੱਤਾ, ਸੰਚਾਰ ਦਿੱਤਾ, ਟੈਕਨੀਕ ਦਿੱਤੀ ਹੈ, ਗਿਆਨ ਦਿੱਤਾ, ਵਿਗਿਆਨ ਦਿੱਤਾ, ਉਹਨਾਂ ਨੇ ਆਪਣੇ ਆਪ ਨੂੰ ਬੜੀ ਸਿੱਧੀ ਸੇਧ ਬਣਾ ਲਈ। ਉਸ ਸੇਧ ਨਾਲ ਉਹ ਸਾਰਾ ਕੁਝ ਉਹਨਾਂ ਨੇ ਆਪਣੇ ਕੱਪੜਿਆਂ ਨਾਲੋਂ, ਮਨ ਨਾਲੋਂ ਝਾੜ ਦਿੱਤਾ, ਜਿਹੜੀ ਸਾਡੀ ਪੀੜ੍ਹੀ ਧੱਕੇ ਨਾਲ ਹੀ ਆਪਣੇ ਨਾਲ ਧੂਈ ਆਉਂਦੀ ਸੀ। ਬਿਲਕੁਲ ਠੀਕ। ਇੱਕ ਤੇ ਬੁਨਿਆਦੀ ਫਰਕ ਇਹ ਪੈ ਗਿਆ। ਦੂਜਾ ਇਹ ਹੈ ਕਿ ਜਿਹੜੀ ਟ੍ਰੇਨਿੰਗ ਜਾਂ ਜਿਹੜਾ ਕੁਝ ਉਹਨਾਂ ਨੂੰ ਫਲੱਡ ਵਾਂਗ ਯਕਦਮ ਮਿਲਿਆ, ਇਹ ਸਾਨੂੰ ਨਹੀਂ ਸੀ ਮਿਲਿਆ। ਮੈਂ ਆਪਣੇ ਆਪ ਨੂੰ ਪਿਛਲੀ ਪੀੜ੍ਹੀ 'ਚ ਰੱਖ ਕੇ ਗੱਲ ਕਰ ਰਿਹਾ। ਸਾਡਿਆਂ ਵੇਲਿਆਂ 'ਚ ਟੁੱਟੇ ਜਿਹੇ ਬਲਬ ਹੁੰਦੇ ਸੀ, ਮਤਲਬ ਮੁਰਝਾਏ ਹੋਏ, ਜਿਹਦੀ ਲਾਈਟ ਵਿੱਚ ਅਸੀਂ ਪੜ੍ਹਦੇ ਸੀ। ਜ਼ਰੂਰੀ ਨਹੀਂ ਸੀ ਹੁੰਦਾ ਕਿ ਲਾਈਟ ਹਮੇਸ਼ਾ ਮਿਲੇ। ਹੁਣ ਮੇਰੇ ਜਿਹੜੇ ਬੱਚੇ ਨੇ, ਉਹਨਾਂ ਦੇ ਟੇਬਲ ਉੱਤੇ ਕੰਪਿਊਟਰ ਪਿਆ ਹੋਇਆ, ਉਹਦੇ ਹੱਥ ਵਿੱਚ ਮੋਬਾਈਲ ਹੈ, ਉਹਦੇ 24 ਘੰਟੇ ਉਹਨੂੰ ਕਨੈਕਸ਼ਨ ਹੈ, ਉਹਦੀ ਬਿਜਲੀ ਵੀ ਨਹੀਂ ਜਾਂਦੀ। ਉਹ ਕਿਤਾਬ ਪੜ੍ਹ ਸਕਦਾ ਟੀਵੀ ਉੱਤੋਂ, ਉਹ ਜੋ ਚਾਹੇ ਇੱਥੋਂ ਬੈਠਾ ਆਪਣੇ ਕਮਰੇ 'ਚ, ਆਪਣੇ ਟੇਬਲ ਤੇ, ਆਪਣੀ ਗੋਦੀ ਵਿੱਚ ਰੱਖ ਕੇ ਕੰਪਿਊਟਰ ਨੂੰ ਜੋ ਚਾਹੇ ਗਿਆਨ ਹਾਸਲ ਕਰ ਸਕਦਾ। ਇਹ ਫੈਸਿਲਿਟੀਜ਼ ਕਿਉਂਕਿ ਪਿਛਲੀ ਪੀੜ੍ਹੀ ਕੋਲ ਨਹੀਂ ਸਨ, ਪਰ ਉਹਨਾਂ ਕੋਲੋਂ ਮੱਧਕਾਲੀ ਚਰਿੱਤਰ ਦਾ ਇੱਕ ਸੰਚਾਰ ਮਾਡਲ ਜ਼ਰੂਰ ਸੀ ਜਿਹਦਾ ਅਨੁਕਰਨ ਕਰਦੇ ਸੀ। ਉਹ ਇਹਨਾਂ ਕੋਲ ਨਹੀਂ ਹੈਗਾ। ਜਿਸ ਚਰਿੱਤਰ ਦੀ ਅਸੀਂ ਰੌਲਾ ਪਾ ਰਹੇ ਹਾਂ ਇੰਨੇ ਚਿਰ ਤੋਂ ਕਿ ਬੰਦੇ ਨੇ ਇੰਜ ਕਿਉਂ ਕੀਤਾ, ਇੰਜ ਕਿਉਂ ਕੀਤਾ, ਸਾਡੇ ਉੱਤੇ ਗੁਰਬਾਣੀ ਦਾ ਪ੍ਰਭਾਵ ਹੈ। ਮੈਨੂੰ ਨਿੱਛ ਆਏਗੀ ਤੇ ਮੈਂ ਕਹਿੰਦਾ ਹੱਸਦੇ ਨੇ ਬੱਚੇ
ਵੀ ਨੇਚਰ ਦਾ ਤੇ ਵਾਹਿਗੁਰੂ ਨਾਲ ਕੀ ਸੰਬੰਧ ਹੈ? ਮੇਰੇ ਉਹ ਟ੍ਰੇਨਿੰਗ ਹੈ, ਮੈਂ ਤੇ ਸੁੱਤਾ ਉੱਠੂੰਗਾ ਤਾਂ ਵੀ ਵਾਹਿਗੁਰੂ ਕਹਿਣਾ, ਸੌਣ ਲੱਗਿਆ ਵੀ ਵਾਹਿਗੁਰੂ ਕਹਿਣਾ, ਪ੍ਰਸ਼ਾਦਾ ਛਕਣਾ, ਹੱਥ ਧੋ ਕੇ ਆਉਣਾ ਤੇ ਮੈਂ ਉਦੋਂ ਵੀ ਮਤਲਬ ਇੱਕ ਤਰ੍ਹਾਂ ਦੀ ਅਰਦਾਸ ਕਰਕੇ ਸ਼ਬਦਾਂ ਨਾਲ ਫੇਰ ਭੋਜਨ ਕਰਨਾ। ਮੇਰੀ ਟ੍ਰੇਨਿੰਗ ਹੀ ਡਿਫਰੈਂਟ ਹੈ, ਉਹਨਾਂ ਦੀ ਟ੍ਰੇਨਿੰਗ ਡਿਫਰੈਂਟ ਹੈ, ਉਹਨਾਂ ਦੇ ਸੋਚ ਦੇ ਮਾਡਲ ਹੋ, ਦੇ ਆਰ ਟੂ ਪ੍ਰੈਕਟੀਕਲ ਟੂ ਥਿੰਕ ਅਬਾਊਟ। ਅਸੀਂ ਫਿਰ ਵੀ ਦੁਨੀਆਦਾਰੀ ਦਾ ਖਿਆਲ ਖੂਲ ਜਿਹਾ ਰੱਖਦੇ ਸੀ, ਉਹ ਟਰਮਾਂ ਸਾਰੀਆਂ ਹੀ ਖਤਮ ਨੇ ਉਹਨਾਂ ਦੇ। ਉਹ ਸਿੱਧਾ ਆਪਣੇ ਲਈ ਸੋਚਦੇ ਨੇ, ਸੈਲਫ ਓਰੀਐਂਟੇਸ਼ਨ। ਇਸ ਤੋਂ ਗਾਂ ਉਹ ਹੀ ਸੋਚਦੇ ਨੇ ਜਿਨ੍ਹਾਂ ਦੇ ਮਾਪਿਆਂ ਨੇ ਬੜੀ ਉਚੇਚ ਨਾਲ ਉਹਨਾਂ ਦੇ ਅੰਦਰ ਕੋਈ ਸੰਸਕਾਰ ਪੈਦਾ ਕੀਤੇ ਨੇ, ਡਾਇਲਾਗ ਕੀਤਾ ਹੋਇਆ ਜਿਹਦੇ ਵਿੱਚੋਂ ਉਹਨਾਂ ਦੀ ਦਲੀਲ ਨਾਲ ਸੰਤੁਸ਼ਟੀ ਹੋਈ ਹੈ। ਮੈਂ ਇੱਕ ਨਿੱਕੀ ਜਿਹੀ ਉਦਾਹਰਨ ਦੇ ਕੇ ਗੱਲ ਆਪਣੀ ਸਮਾਪਤ ਕਰਦਾ। ਬਈ ਮੇਰਾ ਪੁੱਤਰਾ ਕਹਿੰਦਾ ਹੈ ਕਿ ਡੈਡੀ ਮੈਂ ਰੋਜ਼ ਕਥਾ ਸੁਣਦਾ, ਮੈਨੂੰ ਸਮਝ ਨਹੀਂ ਆਉਂਦੀ ਟੀਵੀ ਤੇ। ਉਹਦੇ ਚ ਨਾ ਉਹਦਾ ਕਸੂਰ ਹੈ ਤੇ ਨਾ ਕਥਾਵਾਚਕ ਦਾ ਹੀ ਕਸੂਰ ਹੈ। ਕਸੂਰ ਹੈ ਅਸੀਂ ਉਹ ਈਡੀਅਮ ਹੀ ਨਹੀਂ ਤਲਾਸ਼ ਕੀਤਾ ਜਿਹਦੇ ਨਾਲ ਨਵੀਂ ਪੀੜ੍ਹੀ ਨਾਲ ਗੱਲ ਕਰੀਏ। ਈਡੀਅਮ ਮੇਰੇ ਪਿਤਾ ਜੀ ਦੇ ਵੇਲੇ ਸੀ, ਉਹੋ ਹੀ ਈਡੀਅਮ ਹੋਣਾ, ਉਹੋ ਹੀ ਈਡੀਅਮ ਮੇਰੇ ਪੁੱਤਰ ਕੋਲ ਸੀ, ਉਹੋ ਈਡੀਅਮ ਮੈਂ ਆਪਣੇ ਪੋਤਰੇ ਨੂੰ ਦੇ ਰਿਹਾ। ਗੱਲ ਕਿਵੇਂ ਪਹੁੰਚੇਗੀ ਉਹਦੇ ਤੱਕ? ਉਹਦੇ ਤੱਕ ਗੱਲ ਤਾਂ ਪਹੁੰਚੇਗੀ ਜਦੋਂ ਅਸੀਂ ਨਵੇਂ ਸਾਇੰਟੀਫਿਕ ਈਡੀਅਮ ਵਿੱਚ, ਨਵੇਂ ਮੁਹਾਵਰੇ ਵਿੱਚ ਬੱਚੇ ਨੂੰ ਇਹ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਇਸ ਪਾਸੇ ਸਾਡਾ ਰੁਝਾਨ ਹੀ ਨਹੀਂ, ਸਿੱਟੇ ਵਜੋਂ ਸਾਡੀਆਂ ਪੀੜ੍ਹੀਆਂ ਵਿੱਚ ਦਰਾੜ ਆ ਰਹੀ, ਸੋਚ ਦੀ ਪੱਧਰ ਤੇ ਵੀ, ਵਿਹਾਰ ਦੀ ਪੱਧਰ ਤੇ ਵੀ। ਮੈਨੂੰ ਲੱਗਦਾ ਹੈ ਕਿ ਤੁਹਾਡੇ ਸਵਾਲ ਦਾ ਜਵਾਬ ਮੈਂ ਥੋੜਾ ਬਹੁਤਾ ਦੇ ਸਕਿਆ ਕਿ ਬਈ ਇਹ ਸਾਰਾ ਕੁਝ ਜਿਸ ਤਰ੍ਹਾਂ ਉਭਾ ਹੋਰਾਂ ਨੇ ਕਿਹਾ ਸੀ ਕਿ ਬਈ ਲੋਕਾਂ ਦਾ ਜਾਂ ਸਿਸਟਮ ਦਾ ਜਾਂ ਪੋਲਿਟਿਕਸ ਦਾ ਕਸੂਰ ਨਹੀਂ, ਸਾਡੀ ਆਪਣੀ ਜਿਉਣ ਦੇ ਮਾਡਲ ਵਿੱਚ ਵੀ ਬੜੀਆਂ ਤਰੁੱਟੀਆਂ ਨੇ। ਬੱਚੇ ਸਾਨੂੰ ਫਾਲੋ ਕਰਦੇ ਨੇ, ਅਸੀਂ ਉਹਨਾਂ ਦੇ ਸਾਹਮਣੇ ਚਰਿੱਤਰ ਦਾ ਕਿਹੜਾ ਮਾਡਲ ਦੇ ਰਹੇ ਜਿਹਦਾ ਉਹ ਅਨੁਕਰਨ ਕਰਨ। ਆਲੇ ਵਾਲੇ ਪਾਸੇ ਹੋਵੇ, ਦੁਆਲੇ ਵਾਲੇ ਪਾਸੇ ਹੋਵੇ, ਆਰ ਹੋਵੇ ਜਾਂ ਪਾਰ ਹੋਵੇ। ਮੈਨੂੰ ਲੱਗਦਾ ਹੈ ਕਿ ਵੀ ਹੁਣ ਸੀਰੀਅਸਲੀ ਇਸ ਗੱਲ ਬਾਰੇ ਡੈਫੀਨੇਟਲੀ ਸੋਚਣ ਦੀ ਲੋੜ ਹੈ ਕਿ ਬਈ ਇਹ ਜਿਹੜੀ ਘਾਟ ਆ ਰਹੀ ਹੈ, ਜਿਹਦਾ ਸਾਰਿਆਂ ਜਣਿਆਂ ਨੇ ਰਲ ਕੇ ਜ਼ਿਕਰ ਕੀਤਾ ਕਿ ਅਸੀਂ ਬੰਦੇ ਨੂੰ ਮਸ਼ੀਨੀ ਬਣਾ ਦਿੱਤਾ, ਉਹਦੀ ਸੋਚ ਮਸ਼ੀਨੀ ਹੁੰਦੀ ਜਾਂਦੀ ਹੈ, ਉਹਦੇ ਚਿੰਤਨ ਦੇ ਜਿਹੜੇ ਹਿੱਸੇ ਨੇ ਉਹ ਮਕੈਨੀਕਲ ਆਰਡਰ ਵਿੱਚ ਆਉਂਦੇ ਜਾਂਦੇ ਨੇ। ਇਹ ਤਾਂ ਹੀ ਹੋ ਸਕਦਾ ਜੇ ਉਹਨਾਂ ਨੂੰ ਅਸੀਂ ਆਪਣੇ ਗਿਆਨ ਸ਼ਾਸਤਰੀ ਪਿਛੋਕੜ ਨਾਲ ਥੋੜੇ ਤਰਕ ਸ਼ਾਸਤਰੀ ਮੁਹਾਵਰੇ ਵਿੱਚ ਜੋੜਨ ਦੀ ਕੋਸ਼ਿਸ਼ ਕਰ। ਜੇ ਇੰਜ ਨਹੀਂ ਹੁੰਦਾ ਇਹ ਵਿੱਥ ਵੱਧਦੀ ਜਾਏਗੀ, ਇੱਕ ਸੀਮਾ ਆਏਗੀ, ਸਾਡੀ ਪੀੜ੍ਹੀ ਸਾਨੂੰ ਸੀਰੀਅਸਲੀ ਕੀ ਨਾਨ ਸੀਰੀਅਸਲੀ ਨਹੀਂ ਸੁਣੇਗੀ। ਜੀ ਬਸ ਸਰ ਲਾਸਟ ਸਵਾਲ ਹੈ ਮੇਰਾ, ਉਹ ਇਹ ਹੈ ਕਿ ਤੁਸੀਂ ਕਿਉਂਕਿ ਅਧਿਆਪਕ ਨੂੰ, ਪ੍ਰਿੰਸੀਪਲ ਨੂੰ ਹਮੇਸ਼ਾ ਜਿਹੜੇ ਵਿੱਦਿਆ ਨਾਲ ਜੁੜੇ ਹੋਏ ਲੋਕ ਨੇ ਵਿਜ਼ਨਰੀ ਹੁੰਦੇ ਨੇ ਤੇ ਉਹਨਾਂ ਨੂੰ ਵਿਜ਼ਨਰੀ ਹੋਣਾ ਚਾਹੀਦਾ ਹੈ। ਕੀ ਰਾਹ ਨੇ ਭਵਿੱਖ ਦੇ ਤਾਂ ਕਿ ਅਸੀਂ ਵਿਸ਼ਵ ਨਾਗਰਿਕਤਾ ਵਾਲੇ ਪਾਸੇ ਵੱਧ ਸਕੀਏ, ਸੱਚਮੁੱਚ ਦਾ ਇਨਸਾਨ ਸਿਰ ਸਕੀਏ, ਬੇਗਮਪੁਰਾ ਵਸੁਦੈਵ ਕੁਟੰਬਕਮ ਜਾਂ ਸਰਬੱਤ ਦੇ ਭਲੇ ਦਾ ਮਾਡਲ ਸਿਰ ਸਕੀਏ? ਕੀ ਕੁਝ ਕਰਨਾ ਬਣਦਾ ਹੈ? ਡਾਕਟਰ ਸਾਹਿਬ, ਮੈਨੂੰ ਪਹਿਲੀ ਗੱਲ ਤਾਂ ਆਪਣੇ ਨੌਜਵਾਨਾਂ ਤੇ ਹੈਗਾ, ਭਰੋਸਾ ਹੈਗਾ, ਦਿੱਕਤ ਨਹੀਂ ਆਏਗੀ। ਜਿਹੜੀ ਗੱਲ ਬੇਬੀ ਸਾਹਿਬ ਕਰ ਰਹੇ ਸੀ, ਮੈਂ ਗੱਲ ਨੂੰ ਅੱਗੇ ਤੋੜਦਾ। ਅਗਲੀ ਜਿਹੜਾ ਸਮਾਂ ਆ ਰਿਹਾ ਉਹ ਇਦੋਂ ਵੀ ਫਾਸਟ ਆ ਰਿਹਾ। ਆਰਟੀਫਿਸ਼ੀਅਲ ਇੰਟੈਲੀਜੈਂਸ ਪੂਰੀ ਤਰ੍ਹਾਂ ਡੋਮੀਨੇਟ ਕਰਨ ਜਾ ਰਹੀ ਹੈ। ਇਨੋਵੇਸ਼ਨ, ਕ੍ਰੀਏਟੀਵਿਟੀ ਬਹੁਤ ਅੱਗੇ ਵਧਣਗੀਆਂ, ਬੜੇ ਕੰਮ ਸਕਿੱਲਸ ਦੇ ਨਾਲ ਜੁੜਨਗੇ। ਗਲੋਬਲ ਨਾਗਰਿਕ ਤਾਂ ਸਾਡਾ ਬੰਦਾ ਘਰੇ ਬੈਠਾ ਬੈਠਾ ਬਣ ਚੁੱਕਿਆ ਹੈ। ਇਸ ਵੇਲੇ ਸਾਰੀ ਦੁਨੀਆ ਦੇ ਨਾਲ ਉਹ ਜੁੜਿਆ, ਠੀਕ ਹੈ। ਇਹ ਕੋਈ ਬਹੁਤ ਵੱਡੀ ਸਮੱਸਿਆ ਨਹੀਂ ਆਉਣੀ। ਸਮੁੱਚੀ ਦੁਨੀਆ ਬੇਗਮਪੁਰਾ ਬਣੂਗੀ। ਸਮੁੱਚੀ ਦੁਨੀਆ, ਜਿਹੜਾ ਅਸੀਂ ਪਹਿਲਾਂ ਕਹਿੰਦੇ ਸੀ ਕਿ ਸਮੁੱਚਾ ਵਿਸ਼ਵ ਇੱਕ ਪਿੰਡ ਬਣ ਗਿਆ, ਜਦੋਂ ਟਰਾਂਸਫਾਰਮੇਸ਼ਨ ਹੁੰਦੀ ਹੈ ਨਾ, ਇਕਨੋਮੀ ਥੋੜੀ ਚੇਂਜਸ ਆਉਣੀਆਂ ਸ਼ੁਰੂ 91 ਤੋਂ ਲੈ ਕੇ 91 ਚ ਸਾਡੀ ਬੁਨਿਆਦੀ ਤੌਰ ਤੇ ਸਾਨੂੰ 91 ਤੋਂ ਪਤਾ ਲੱਗਣ ਲੱਗਾ ਜਦੋਂ ਗਲੋਬਲਾਈਜੇਸ਼ਨ ਦਾ ਟ੍ਰੈਂਡ ਸ਼ੁਰੂ ਹੋਇਆ। ਕਰਦੇ ਕਰਦੇ 30 ਸਾਲ ਸਾਡੇ ਲਗਭਗ ਲੰਘ ਗਏ ਨੇ ਤੇ ਆਉਣ ਵਾਲੇ 5-10 ਸਾਲਾਂ 'ਚ ਇਸ ਚੀਜ਼ ਨੇ ਸਟੇਬਿਲਿਟੀ ਲੈ ਲੈਣੀ ਹੈ। ਲੋਕ ਇੱਕ ਦੂਜੇ ਨਾਲ ਚੰਗੀ ਤਰ੍ਹਾਂ ਜੁੜ ਜਾਣਗੇ। ਜਿਹੜਾ ਝੂਠ ਝਾੜ ਦਾ ਪਲੰਦਾ ਬਹੁਤਾ ਪੋਲੀਟੀਸ਼ੀਅਨ ਟਿਊਸ਼ਨ ਵਾਲਾ ਇਹ ਉਹ ਹੈਗਾ, ਇਸ ਤੇ ਵੀ ਅਲਟੀਮੇਟਲੀ ਨਕੇਲ ਕਸੀ ਜਾਣੀ ਆ, ਕਿਉਂਕਿ ਵਿਸ਼ਵ ਦੇ ਮਾਡਲ ਦਾ ਪ੍ਰਭਾਵ ਸਾਡੇ ਨੌਜਵਾਨਾਂ ਤੇ ਪੂਰਾ ਪੈ ਰਿਹਾ ਔਰ ਉਸ ਪ੍ਰਭਾਵ ਨੂੰ ਉਹ ਕਬੂਲ ਰਹੇ ਨੇ, ਸਹਿਜੇ ਸਹਿਜੇ ਕਬੂਲ ਰਹੇ ਨੇ। ਨੌਜਵਾਨ ਡੋਮੀਨੇਟ ਕਰਨਗੇ, ਨੌਜਵਾਨ ਜੁੜਨਗੇ, ਨੌਜਵਾਨ ਵੈਲਿਊਜ਼ ਨਾਲ ਜੁੜਨਗੇ, ਬਟ ਐਟ ਦਾ ਸੇਮ ਟਾਈਮ ਉਹਨਾਂ ਦਾ ਈਡੀਅਮ, ਉਹਨਾਂ ਦੇ ਵਿਚਰਨ ਦਾ ਢੰਗ ਤਰੀਕਾ, ਉਹਨਾਂ ਦੀਆਂ ਵੈਲਿਊਜ਼ ਡਿਫਰੈਂਟ ਹੋਣਗੀਆਂ।
ਉਹਨਾਂ ਨੂੰ ਅਸੀਂ ਐਂ ਨਹੀਂ ਜੋੜ ਸਕਾਂਗੇ ਕਿ ਜਦ ਜਿਹੜੀਆਂ ਸਾਡੀਆਂ ਵੈਲਿਊਜ਼ ਨੇ ਉਹੀ ਵੈਲਿਊਜ਼ ਤੁਹਾਡੀਆਂ ਹੋਣਗੀਆਂ। ਵੈਲਿਊਜ਼ ਰਹਿਣਗੀਆਂ, ਵੈਲਿਊ 'ਚ ਚੇਂਜ ਆਉਂਦੀ ਆ, ਉਹਨਾਂ ਦੀ ਇੰਪਲੀਮੈਂਟੇਸ਼ਨ ਚੇਂਜ ਆਉਂਦੀ ਆ। ਉਹ ਵੱਧ ਸੱਚੇ ਸੁੱਚੇ ਇਸ ਵੇਲੇ ਹੈਗੇ ਨੇ, ਵੱਧ ਸਪਸ਼ਟ ਹੈਗੇ ਨੇ, ਕੋਈ ਢੋਂਗ ਜਿਹੜਾ ਹੈ ਨਹੀਂ ਰਚਾ ਰਹੇ। ਇਸ ਕਰਕੇ ਕੋਈ ਬਹੁਤੀ ਚਿੰਤਾ ਵਾਲੀ ਗੱਲ ਨਹੀਂ ਹੈਗੀ। ਸਮਾਜ ਅੱਛਾ ਬਣੇਗਾ, ਸਾਡੇ ਨੌਜਵਾਨ ਉਦਮੀ ਹੈਗੇ ਨੇ। ਅਸੀਂ ਸਾਡੀ ਜਨਰੇਸ਼ਨ ਆ, ਉਹ ਕਿਸੇ ਸ਼ਾਇਰ ਨੇ ਜਿਵੇਂ ਕਿਹਾ ਸੀ ਨਾ ਕਿ ਦੂਰ ਜੇਕਰ ਅਜੇ ਸਵੇਰਾ ਹੈ, ਇਸ ਵਿੱਚ ਕਾਫੀ ਰਾਤਾਂ ਮੇਰੇ ਮਨ ਦੇ ਅੰਦਰ ਹੀ ਅਜੇ ਹਨੇਰਾ ਹੈ। ਅਸੀਂ ਟੀਚਰ, ਅਸੀਂ ਅਧਿਆਪਕ, ਅਸੀਂ ਮਾਪੇ ਆਪਣਾ ਰੋਲ ਥੋੜਾ ਜਿਹਾ ਹੋਰ ਬਿਹਤਰੀ ਨਾਲ ਪਲੇ ਕਰਨਾ ਸ਼ੁਰੂ ਕਰੀਏ। ਆਪਣੇ ਨੌਜਵਾਨਾਂ 'ਚ ਵਿਸ਼ਵਾਸ ਕਰੀਏ, ਆਪਣੇ ਬੱਚਿਆਂ 'ਚ ਵਿਸ਼ਵਾਸ ਪੈਦਾ ਕਰੀਏ, ਉਹਨਾਂ ਨਾਲ ਜੁੜੀਏ, ਸੰਵਾਦ ਰਚਾਈਏ। ਇਹ ਸਮੱਸਿਆਵਾਂ ਹੱਲ ਹੋ ਜਾਣਗੀਆਂ। ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਬੜਾ ਕਮਾਲ ਦਾ ਸਾਰਾ ਡਾਇਲੌਗ ਜਿਹੜਾ ਹੈ ਰਚਾਇਆ। ਮੈਡਮ ਸੋਹਲ ਹੋਰਾਂ ਨੂੰ ਬਹੁਤ ਮੁਬਾਰਕਾਂ। ਇੰਨਾ ਲਗਾਤਾਰ ਕਿਸੇ ਕੰਮ ਦੇ ਵਿੱਚ ਲਗਾਤਾਰ ਕਰਦੇ ਰਹਿਣਾ ਬਹੁਤ ਔਖਾ ਕੰਮ ਹੁੰਦਾ। ਇਹਦੇ ਲਈ ਬਹੁਤ ਪੱਕੀ ਸ਼ਰਧਾ, ਸ਼ਿੱਦਤ ਤੇ ਅਕੀਦਤ ਦੀ ਲੋੜ ਹੁੰਦੀ ਆ। ਡਾਕਟਰ ਵਰਮਾ ਨੂੰ ਵਧਾਈਆਂ, ਤੁਹਾਨੂੰ ਵਧਾਈਆਂ। ਵਾਹਿਗੁਰੂ ਇਸੇ ਤਰ੍ਹਾਂ ਤੁਹਾਡੀ ਊਰਜਾ ਨੂੰ ਬਰਕਰਾਰ ਰੱਖੇ ਤਾਂ ਜੋ ਸਮਾਜ ਵਧੀਆ ਸਿਰਜਦੇ ਰਹੋ। ਜਦੋਂ ਤੁਹਾਡੇ ਵਰਗੇ ਲੋਕ ਲੱਗੇ ਰਹਿਣਗੇ, ਸਮਾਜ ਵਧੀਆ ਹੋ ਜਾਏਗਾ। ਜੀ ਮੈਂ ਅਖੀਰ ਤੇ ਜੇ ਕੋਈ ਦੋ ਸਵਾਲ ਕਰਨਾ ਚਾਹੁੰਦਾ ਹੈ ਤਾਂ ਇੱਕ ਅੱਧਾ ਸਵਾਲ ਅਸੀਂ ਲੈ ਸਕਾਂਗੇ, ਕਿਉਂਕਿ ਸਮਾਂ ਕਾਫੀ ਹੋ ਗਿਆ। ਪਰ ਫਿਰ ਵੀ ਸੱਦਾ ਤੁਹਾਨੂੰ ਜੇ ਕੋਈ ਸਵਾਲ ਕਰਨਾ ਚਾਹੁੰਦਾ ਦੋਸਤ। ਜੀ ਜਰਨੈਲ ਸਿੰਘ ਜੀ। ਜਰਨੈਲ ਸਿੰਘ ਸਰਾਂ ਜੀ, ਕੋਈ ਸਵਾਲ ਹੈ ਤੁਹਾਡਾ? ਅੱਜ ਕੁछ नेटवर्क की थोड़ी जी प्रॉब्लम बढ़ चल रही है, थोड़ा सा नेटवर्क वीक है। कोई होर दोस्त जो कोई सवाल करना चाहता है? डॉक्टर साहब मेरा एक सवाल हैगा। जी 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 बलविंदर सिंह जी बोलो। डॉक्टर साहब ਆਪਾਂ ਬਹੁਤ ਪ੍ਰੋਗਰੈਸਿਵ ਗੱਲਾਂ ਕੀਤੀਆਂ ਹੈਗੀਆਂ ਨੇ, ਲਗਾਤਾਰ ਜਿਹੜਾ ਇਹ ਉਦਮ ਚੱਲ ਰਿਹਾ ਹੈ। ਬਹੁਤ ਵੱਡੇ ਵੱਡੇ ਵਿਦਵਾਨ ਸਾਖਸ਼ਾਤ ਬਹੁਤ ਵਧੀਆ ਗੱਲਾਂ ਦੱਸਦੇ ਆ ਹਰ ਰੋਜ਼। ਅੱਜ ਵੀ ਵੱਡੇ ਵਿਦਵਾਨਾਂ ਨਾਲ ਤੁਸੀਂ ਸਾਡੀ ਰੂਬਰੂ ਕਰਾਇਆ ਹੈਗਾ ਜੀ। ਤੇ ਇਸ ਦੌਰ ਦੇ ਹੁੰਦਿਆਂ ਹੋਇਆਂ ਵੀ ਬਹੁਤ ਟੈਕਨੋਲੋਜੀ ਦਾ ਦੌਰ ਹੈ ਤੇ ਬਹੁਤ ਪ੍ਰੋਗਰੈਸਿਵ ਹੈ ਸਾਡੀ ਪੀੜ੍ਹੀ। ਇਹਦੇ ਬਾਵਜੂਦ ਵੀ ਸਾਡੇ ਜੇ ਹਿੰਦੁਸਤਾਨ ਦੇ ਪ੍ਰਸੰਗ ਵਿੱਚ ਦੇਖੀਏ ਤੇ ਜਿਹੜੀਆਂ ਪਛਾਖੜੀ ਧਾਰਾਵਾਂ ਨੇ ਉਹ ਅੱਜ ਵੀ ਮਤਲਬ ਜਿਹੜੀਆਂ ਹੈਗੀਆਂ ਉਹ ਬੁਲੰਦੀਆਂ ਨੂੰ ਕਿਉਂ ਛੂ ਰਹੀਆਂ ਨੇ? ਬੇਦੀ ਸਾਹਿਬ, मैं सवाल नहीं समझ सकिया। सर मैं रिपीट कर दिना कि ਅਸੀਂ ਸਾਡੀ ਨੌਜਵਾਨ ਪੀੜ੍ਹੀ ਨੂੰ ਬਹੁਤ ਪ੍ਰੋਗਰੈਸਿਵ ਤੇ ਬਹੁਤ ਐਡਵਾਂਸ ਟੈਕਨੋਲੋਜੀ ਨਾਲ ਲੈਸ ਮੰਨ ਰਹੇ ਆ, ਜਿਹੜੀ ਕਿ ਗੱਲ ਠੀਕ ਹੈ, ਜਿਹੜੀ ਗੱਲ ਤੁਸੀਂ ਕੀਤੀ ਹੈ, ਜੋ ਉੱਭਾ ਜੀ ਨੇ ਕੀਤੀ ਹੈ। ਪਰ ਇਸ ਦੌਰ ਦੇ ਵਿੱਚ ਵੀ ਜਿਹੜੇ ਪਿਛਾਖੜੀ ਵਿਚਾਰ ਆ, ਜਿਹੜੇ ਸਾਨੂੰ ਅੱਗੇ ਨਹੀਂ ਵਧਣ ਦੇ ਰਹੇ, ਜਿਹੜੇ ਸਾਨੂੰ ਬਲਗਣਾ ਚ ਬੰਦ ਰੱਖਣਾ ਚਾਹੁੰਦੇ ਆ, ਉਹ ਪ੍ਰਬਲ ਕਿਉਂ ਨੇ? ਉਹ ਸਾਡੀ ਰਾਜਨੀਤੀ ਦੇ ਵਿੱਚ ਡੋਮੀਨੈਂਸੀ ਕਿਉਂ ਦਿਖਾ ਰਹੇ ਨੇ ਜਾਂ ਸਾਡੇ ਉੱਤੇ ਕਿਉਂ ਛਾਏ ਹੋਏ ਨੇ ਹਲੇ ਵੀ? ਜੀ ਬੇਦੀ ਸਾਹਿਬ, ਇਹਦੇ ਨਾ ਦੋ ਹਿੱਸੇ ਨੇ ਤੁਹਾਡੇ ਪ੍ਰਸ਼ਨ ਦੇ। ਪਹਿਲਾ ਹਿੱਸਾ ਤੇ ਇਹ ਹੈ ਕਿ ਵੀ ਇਹ ਜਿਹੜੀ ਵਰਤਮਾਨ ਸਥਿਤੀ ਹੈ ਇਹ ਐਵੇਂ ਕਿਉਂ ਆ, ਜਦੋਂ ਸਾਡੀ ਪੀੜ੍ਹੀ ਜਿਹੜੀ ਹੈ ਉਹਦੀ ਸੋਚ ਵਿਚਾਰ ਤੇ ਤਰੀਕੇਕਾਰ ਜਿਹੜਾ ਉਹ ਪ੍ਰੋਗਰੈਸਿਵ ਹੈ। ਮੈਂ ਆਪਣੇ ਨਾ ਪਹਿਲੇ ਥੀਸਿਸ ਨੂੰ ਫਿਰ ਰਿਪੀਟ ਕਰਨ ਲੱਗਾ ਔਰ ਥੋੜੇ ਜਿਹੇ ਵੱਖਰੇ ਸ਼ਬਦਾਂ ਨਾਲ। ਸਮੁੱਚਾ ਸੰਸਾਰ ਜਿਹੜਾ ਨਾ ਇਸ ਵੇਲੇ ਉਹ ਪਾਵਰ ਰਿਲੇਸ਼ਨ ਵਿੱਚ ਬੱਧਾ ਹੋਇਆ, ਔਰ ਜਿਹੜੀ ਪਾਵਰ ਰਿਲੇਸ਼ਨ ਹੈ ਇਹ ਰਾਜਨੀਤੀ ਦੇ ਰਾਹੀਂ ਆਪਰੇਟਿਵ ਹੋ ਰਹੀ ਹੈ। ਜੀ, ਜਿਹੜਾ ਦੇਸ਼ ਆਰਥਿਕ ਤੌਰ ਤੇ ਜਿੰਨਾ ਵੱਡਾ ਸਮਰੱਥ ਹੈ ਉਨੀ ਵੱਡੀ ਉਹਦੀ ਤਾਕਤ ਹੈ। ਇਸ ਵੇਲੇ ਵੀ ਤੇ ਪਹਿਲਾਂ ਵੀ ਜਿਹੜੀ ਇਸ ਵੇਲੇ ਦੀ ਜਿਹੜੀ ਵਰਕਿੰਗ ਹੈ ਇਕਾਨਮੀ ਦੀ, ਉਹ ਐਡੀ ਪਾਵਰਫੁਲ ਹੈ ਕਿ ਉਹ ਮੇਰੀ ਜੇਬ ਵਿੱਚ ਹੱਥ ਪਾਉਂਦੀ ਹੈ ਤੇ ਪੈਸੇ ਕੱਢ ਲੈਂਦੀ ਹੈ, ਮੈਨੂੰ ਪਤਾ ਹੀ ਨਹੀਂ ਲੱਗਦਾ। ਕਿਉਂ ਆ ਇਹ ਇੰਨੀ ਬਾਰੀਕੀ ਨਾਲ ਜਿਹੜਾ ਪੂੰਜੀਪਤੀ ਹੈ
ਉਹ ਮੇਰੇ ਜੀਵਨ ਵਿੱਚ, ਮੇਰੀ ਸੋਚ ਵਿੱਚ, ਮੇਰੀ ਕਿਚਨ ਵਿੱਚ, ਮੇਰੇ ਬੈਡਰੂਮ ਵਿੱਚ, ਮੇਰੀ ਜੇਬ ਵਿੱਚ ਪ੍ਰਵੇਸ਼ ਕਰ ਗਿਆ, ਪਰ ਮੈਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਉਹਨੇ ਕਿਹੜੇ ਵੇਲੇ ਆਪਰੇਟ ਕਰ ਗਿਆ। ਇਹ ਜਿਹੜਾ ਆਪਰੇਸ਼ਨ ਹੈ, ਇਹ ਸਾਰੇ ਦਾ ਸਾਰਾ ਇਕਨੋਮਿਕ ਪੋਲਿਟਿਕਸ ਨੇ ਕ੍ਰੀਏਟ ਕੀਤਾ ਹੋਇਆ। ਔਰ ਤੁਸੀਂ ਇੱਕ ਸ਼ਬਦ ਬੜਾ ਪ੍ਰਚਲਿਤ ਜਿਹਾ ਸੁਣਿਆ ਹੋਣਾ ਕਿ ਵੀ ਆਹ ਜਿਹੜਾ 90 ਤੋਂ ਸ਼ੁਰੂ ਹੋਇਆ ਬਾਜ਼ਾਰਵਾਦ, ਜਿਹੜੇ ਮਰਜ਼ੀ ਸ਼ਬਦ ਜੋੜ ਲਓ ਉਹਨਾਂ ਨਾਲ, ਇਹ ਨਵਾਂ ਬਸਤੀਵਾਦ ਹੈ, ਪੁਰਾਣੀਆਂ ਨਵੀਆਂ ਬੋਤਲਾਂ ਵਿੱਚ ਪੁਰਾਣੀ ਸ਼ਰਾਬ। ਕਬਜ਼ੇ ਦੀ ਭਾਵਨਾ ਹੈ, ਰਾਜਨੀਤੀ ਦਾ ਪਾਵਰ ਦੀ ਵਰਤੋਂ ਹੈ, ਭਸਮ ਸੱਭਿਆਚਾਰ ਦੀ ਸਿਰਜਣਾ ਹੈ। ਇਹ ਨਾ ਇਸ ਵੇਲੇ ਇਸ ਸਿਨਾਰੀਓ ਤੋਂ ਦੇਖੀਏ ਐਂ ਲੱਗਦਾ ਜਿਵੇਂ ਇਹਦਾ ਚਰਿੱਤਰ ਤ੍ਰੈਕਾਲੀ ਬਣਿਆ ਹੋਇਆ। ਰਾਜਨੀਤੀ ਦੀ ਡੋਮੀਨੈਂਸ ਨੇ ਸਾਡੀਆਂ ਸਾਰੀਆਂ ਇੰਸਟੀਟਿਊਸ਼ਨਾਂ ਵੀਕ ਕਰ ਦਿੱਤੀਆਂ। ਉਹਨਾਂ ਦੇ ਵੀਕ ਹੋਣ ਨਾਲ ਜਿਹੜੀ ਸਾਡੀ ਸੋਚ ਦੇ ਪੈਟਰਨ ਨੇ ਉਹਨਾਂ ਵਿੱਚ ਵੀ ਖੜੋਤ ਆਈ ਹੈ, ਉਹਨਾਂ ਵਿੱਚ ਵੀ ਕਮਜ਼ੋਰੀ ਆਈ ਹੈ। ਉਹਨਾਂ ਪੀੜ੍ਹੀਆਂ ਦੀ ਸੋਚ ਵਿੱਚ ਹੀ ਕਮਜ਼ੋਰੀ ਆਈ ਹੈ। ਵਿਰਸੇ ਵਿੱਚੋਂ ਮੇਰੀ ਬਜ਼ੁਰਗਾਂ ਦੀ ਪੀੜ੍ਹੀ ਤੋਂ ਮੈਂ ਕੁਛ ਲਿਆ, ਮੈਂ ਆਪਣੇ ਬੱਚਿਆਂ ਨੂੰ ਦਿੱਤਾ, ਮੇਰੇ ਬੱਚਿਆਂ ਨੇ ਅੱਗੇ ਦੇਣਾ। ਸਵਾਲ ਬੜਾ ਦਰੁਸਤ ਹੈ ਕਿ ਵੀ ਬੱਚੇ ਬੜੇ ਪ੍ਰੋਗਰੈਸਿਵ ਨੇ ਤੇ ਵੀ ਇਹ ਵਿਕਾਸ ਕਿਉਂ ਨਹੀਂ ਕਰ ਪਾਉਂਦੇ। ਉਹਨਾਂ ਨੂੰ ਵਿਕਾਸ ਦਾ ਇੱਕ ਮਾਡਲ ਮੈਂ ਤੁਹਾਡੇ ਪੰਜਾਬ ਵਿੱਚੋਂ ਹੀ ਦਿੰਦਾ ਕਿ ਤੁਹਾਨੂੰ ਅੰਦਾਜ਼ਾ ਹੈਗਾ ਕਿੰਨੇ ਹਜ਼ਾਰ ਕਰੋੜ ਰੁਪਈਆ ਅਸੀਂ ਸਿਰਫ ਫੀਸ ਵਿੱਚ ਦਿੰਦੇ ਹਾਂ, ਜਿਹੜੇ ਅਸੀਂ ਕਹਿੰਦੇ ਅਸੀਂ ਪ੍ਰਵਾਸ ਧਾਰਨ ਕਰਨਾ। ਉਹਦੀ ਇੱਕ ਬੜੀ ਵੱਡੀ ਅਮਾਉਂਟ ਹੈ। ਅਸੀਂ ਕਹਿੰਦੇ ਕਮਾਉਣ ਚੱਲੇ ਆ, ਉਹ ਸਾਡੇ ਨਾਲੋਂ ਕਿਤੇ ਵੱਧ ਕਮਾ ਰਹੇ ਨੇ। ਫੀਸਾਂ 'ਚ ਵੀ ਸਰਕਾਰ ਵੀ ਕਮਾ ਰਹੀ ਹੈ, ਇੰਸਟੀਟਿਊਸ਼ਨ ਵੀ ਕਮਾ ਰਹੇ ਨੇ। ਮੈਨੂੰ ਇਮਾਨਦਾਰੀ ਨਾਲ ਦੱਸਿਓ, ਕਦੀ ਕਿਸੇ ਪੰਜਾਬ ਦੇ ਸੈਂਟਰ ਦੇ ਲੀਡਰ ਨੇ, ਕਿਸੇ ਪੋਲੀਟੀਸ਼ੀਅਨ ਨੇ, ਕਿਸੇ ਗਿਆਨੀ ਪੁਰਸ਼ ਨੇ ਕਦੀ ਚਿੰਤਾ ਦਾ ਪ੍ਰਗਟਾਵਾ ਕੀਤਾ? ਇਹ ਬ੍ਰੇਨ ਡਰੇਨ ਹੋ ਰਹੀ ਹੈ, ਇਕਾਨਮੀ ਨਾਲ ਪੈਸਾ ਡਰੇਨ ਹੁੰਦਾ ਪਿਆ। ਜਿਹੜੀ ਟ੍ਰੇਨਡ ਬੱਚੇ ਨੇ ਸਾਡੇ, ਜਿਨ੍ਹਾਂ ਤੇ ਅਸੀਂ ਇਨਵੈਸਟਮੈਂਟ ਕੀਤੀ ਹੈ, ਪੜ੍ਹਾਈ ਲਿਖਾਏ ਨੇ, ਉੱਥੇ ਜਾ ਕੇ ਲੇਬਰ ਕਰਨ ਰਹੇ ਨੇ। ਇਹ ਹੋ ਕੀ ਰਿਹਾ ਹੈ? ਪੰਜਾਬ ਖਾਲੀ ਹੋ ਰਿਹਾ। ਮੇਰਾ ਇਹ ਕਹਿਣ ਦਾ ਭਾਵ ਸੀ ਕਿ ਰਾਜਨੀਤੀ ਜਿਹੜੀ ਹੈ ਉਹ ਸਿਰਫ ਤੇ ਸਿਰਫ ਸਾਡੇ ਨਾਲ ਖੇਡ ਰਹੀ ਹੈ। ਮੈਂ ਆ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਡਾਕਟਰ ਉੱਬਾ ਨੂੰ ਕਹਿ ਰਿਹਾ ਸਾਂ ਕਿ ਬਈ ਸਰਕਾਰ ਦੇ ਕਾਗਜ਼ਾਂ ਵਿੱਚ ਹਾਇਰ ਐਜੂਕੇਸ਼ਨ ਜਿਹੜੀ ਹੈ ਕੋਈ ਹੁਣ ਪ੍ਰਾਇੋਰਟੀ ਨਹੀਂ ਰਹੀ। ਉਹਨਾਂ ਦਾ ਜਵਾਬ ਅੱਗੋਂ ਵੀ ਹੋਰ ਵੀ ਖੂਬਸੂਰਤ ਸੀ, ਹੁੰਦੇ ਹੀ ਤੁਸੀਂ ਹਾਇਰ ਐਜੂਕੇਸ਼ਨ ਕਹਿੰਦੇ, ਇੱਥੇ ਸਕੂਲ ਐਜੂਕੇਸ਼ਨ ਵੀ ਪ੍ਰਾਇੋਰਟੀ 'ਚ ਨਹੀਂ ਹੈਗੀ। ਜਿਸ ਸਿਸਟਮ ਵਿੱਚ ਅਸੀਂ ਜੂ ਰਹੇ ਹਾਂ, ਰੋਟੀ ਖਾ ਰਹੇ ਹਾਂ, ਪੀ ਰਹੇ ਹਾਂ, ਸੌਂ ਰਹੇ ਹਾਂ, ਜਾਗ ਰਹੇ ਹਾਂ, ਉਹ ਸਿਸਟਮ ਦਾ ਜਿਹੜਾ ਸ਼ਾਸਕ ਹੈ ਉਹ ਨਾ ਸਾਡੇ ਗਿਆਨ ਬਾਰੇ ਚਿੰਤਾਤਰ ਹੈ, ਨਾ ਸਿਹਤ ਬਾਰੇ ਚਿੰਤਾਤਰ ਹੈ, ਨਾ ਸਾਡੇ ਬੱਚਿਆਂ ਦੀ ਪੜ੍ਹਾਈ ਬਾਰੇ ਚਿੰਤਾਤਰ ਹੈ। ਉਸ ਸਿਸਟਮ ਵਿੱਚ ਰਹਿ ਕੇ ਬੱਚਿਆਂ ਦੀ ਪ੍ਰੋਗਰੈਸਿਵਨੈਸ ਨੂੰ ਦਿਸ਼ਾ ਕੌਣ ਦੇਵੇਗਾ? ਕੇਵਲ ਟੀਚਰ ਨੂੰ ਤਾਂ ਤੁਸੀਂ ਬਰਫ਼ ਚ ਲਾਇਆ ਹੋਇਆ। 30-32 ਸਾਲ ਤੱਕ ਉਹ ਐਮਫਿਲ ਕਰਕੇ, PhD ਕਰਕੇ, ਐਜੂਕੇਟ ਹੋ ਕੇ ਮਾਰਕੀਟ ਚ ਆਉਂਦਾ। ਅੱਗੇ ਤੁਸੀਂ ਆਉਂਦੇ 10,000 ਲੈਣਾ ਹੀ, 12,000 ਲੈਣਾ ਹੀ, 15,000 ਲੈਣਾ ਹੀ, ਆ ਜਾ, ਆਉਣਾ ਨਹੀਂ ਤੇ ਜਾ। ਇਹੋ ਜਿਹੀਆਂ ਸਿਚੁਏਸ਼ਨ ਵਿੱਚ 60 ਸਾਲ ਦੀ ਬੰਦੇ ਨੇ ਸਰਵਿਸ ਕਰਨੀ ਹੈ, 30-32 ਸਾਲ ਉਹ ਪੜ੍ਹਦਾ ਰਹਿੰਦਾ। ਜਿਹੜੀ ਬਾਕੀ ਸਮਾਂ ਬਚਦਾ ਉਹਦੇ ਤੇ ਤੁਸੀਂ ਨੌਕਰੀ ਜਿਹੜੀ ਆ ਉਹਨੂੰ ਮਜ਼ਦੂਰਾਂ ਵਾਂਗ ਦਿੰਦੇ ਹੋ। ਅਜਿਹੇ ਸਮਾਜ ਵਿੱਚ ਪ੍ਰੋਗਰੈਸਿਵ ਬੱਚੇ ਦੀ ਪ੍ਰੋਗਰੈਸਿਵਨੈਸ ਦੇ ਡਿਜ਼ਾਈਨ ਨੂੰ ਕਿਵੇਂ ਅਸੀਂ ਦਿਸ਼ਾ ਦੇ ਸਕਦੇ ਹਾਂ, ਉਹਨੂੰ ਕੰਟਰੋਲ ਕਰ ਸਕਦੇ ਹਾਂ, ਉਹਦਾ ਮਾਰਗਦਰਸ਼ਨ ਕਰ ਸਕਦੇ ਹਾਂ। ਤੁਸੀਂ ਜਿਹੜਾ ਮਾਡਲ ਪੰਜਾਬ ਵਿੱਚ ਪਾਰਟਿਕੂਲਰਲੀ ਦੇ ਰਹੇ ਹੋ ਉਹ ਨਿਰਾਸ਼ਾ ਵਾਲਾ, ਬੱਚੇ ਨੂੰ ਰੋਲ ਮਾਡਲ ਹੀ ਨਹੀਂ ਨਜ਼ਰ ਆ ਰਿਹਾ। ਰੋਲ ਮਾਡਲ ਦੀ ਥਾਂ ਤੇ ਉਹਨੂੰ ਇੱਕ ਐਸਕੇਪ ਮਾਰਗ ਨਜ਼ਰ ਆ ਰਿਹਾ, ਜਿਹਦੇ ਵਿੱਚੋਂ ਆਪਣੇ ਸੁਪਨੇ ਦੀ ਪੂਰਤੀ ਥੋੜੀ ਬਹੁਤੀ ਦੇਖ ਰਿਹਾ, ਉਹ ਪ੍ਰਵਾਸ। ਔਰ ਅਸੀਂ ਸਾਰੇ ਸੰਦ, ਤਰੀਕੇ, ਢੰਗ, ਵਿਧੀਆਂ ਸਾਰੀਆਂ ਹੀ ਵਰਤ ਰਹੇ ਹਾਂ ਕਿ ਕਿਸੇ ਤਰ੍ਹਾਂ ਬੱਚਾ ਜਿਹੜਾ ਨਾ ਬਾਹਰ ਚਲਿਆ ਜਾਏ। ਮਾਪੇ ਸਮਝਦੇ ਨੇ ਬੱਚਾ ਸਾਡਾ ਨਸ਼ੇ ਤੋਂ, ਮਾੜੀ ਸੰਗਤ ਤੋਂ ਬਚ ਗਿਆ। ਮੁੰਡਾ ਸੋਚਦਾ ਮੈਂ ਉੱਥੇ ਰੁਲ ਡਿਆ ਸੀ, ਇੱਥੇ ਆ ਗਿਆ, ਚੱਲ ਥੋੜੀ ਬਹੁਤੀ ਕੰਮ ਦੀ ਕਦਰ ਹੋਏਗੀ, 4 ਪੈਸੇ ਮਿਲ ਜਾਣਗੇ। ਸਾਰੀਆਂ ਧਿਰਾਂ ਜਿਹੜੀਆਂ ਨੇ ਨਾ ਆਪਣੇ ਆਪਣੇ ਜਿਹੜੀ ਉਹ ਸ਼ਿਕਾਰੀ ਵਾਲੇ ਮਾਡਲ ਤੇ ਬੈਠੀਆਂ ਨੇ, ਮਜਬੂਰ ਨੇ, ਉਹਨਾਂ ਦੇ ਹੱਥ ਵਾਸੀ ਕੁਛ ਨਹੀਂ। ਜਿਸ ਸਿਚੁਏਸ਼ਨ ਵਿੱਚ ਇਸ ਵੇਲੇ ਸਾਡੀ ਨਵੀਂ ਪੀੜ੍ਹੀ ਫਸੀ ਹੋਈ ਹੈ, ਮੈਨੂੰ ਦੱਸੋ ਉਹਦੇ ਕੱਢਣ ਲਈ ਜੇ ਸਰਕਾਰ ਆਪਣੇ ਦਾਨਿਸ਼ਮੰਦ ਵਿਅਕਤੀਆਂ ਨਾਲ ਬਹਿ ਕੇ ਕੋਈ ਮਾਰਗ ਹੀ ਨਿਸ਼ਚਿਤ ਨਹੀਂ ਕਰਦੀ,
ਅਜਿਹੀਆਂ ਸਥਿਤੀਆਂ ਵਿੱਚ ਸਵਾਏ ਨਿਰਾਸ਼ਤਾ ਦੇ ਤੇ ਗਲਤ ਰਸਤੇ ਅਖਤਿਆਰ ਕਰਨ ਦੇ ਜਵਾਨੀ ਨੇ ਕੋਈ ਨਾ ਕੋਈ ਤੇ ਰਸਤਾ ਲੱਭਣਾ। ਆਪਣੀ ਸ਼ਕਤੀ ਨੂੰ, ਆਪਣੀ ਊਰਜਾ ਨੂੰ ਚੈਨਲਾਈਜ਼ ਕਰਨ ਲਈ ਸਰਕਾਰ ਦੀ ਉਹਦੇ ਵੱਲ ਵੀ ਕੋਈ ਤਵੱਜੋ ਨਹੀਂ। ਸਰਕਾਰ ਸ਼ਬਦ ਮੈਂ ਘੜੀ ਘੜੀ ਇਸ ਕਰਕੇ ਵਰਤਦਾ ਕਿ ਸਰਕਾਰ ਜਿਹੜੀ ਹੈ, ਇਹ ਸਰਕਾਰ ਦਾ ਜਿਹੜਾ ਪ੍ਰਬੰਧ ਤੇ ਪੋਲਿਟਿਕਸ, ਇਹ ਦੋਵੇਂ ਇਕੱਠੇ ਨੇ। ਇਹਨਾਂ ਨੇ ਸਾਨੂੰ ਇੱਕ ਅੰਬਰੇਲਾ ਦਿੱਤਾ ਹੈ ਜਿਹਦੀ ਛਾਂ ਵਿੱਚ ਸਾਡਾ ਵਿਕਾਸ ਰੁਕਿਆ ਹੋਇਆ ਜੀ। ਸੋ ਮੁੱਖ ਦੀ ਗੱਲ ਇਹ ਕਿ ਜਿਨ੍ਹਾਂ ਨੂੰ ਭਾਈ ਸਾਹਿਬ ਨੇ ਸਵਾਲ ਕੀਤਾ ਸੀ ਵੀ ਸਾਡੇ ਬੱਚੇ ਬੜੇ ਪ੍ਰੋਗਰੈਸਿਵ ਨੇ, ਇਹ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਇਹ ਇੰਨੀ ਧੁੰਦਲੀ ਤੇ ਅਦ੍ਰਿਸ਼ਟ ਜੀ ਹੈ ਕਿ ਇਹਦੇ ਵਿੱਚੋਂ ਬੱਚਿਆਂ ਨੂੰ ਸਿੱਧਾ ਕੋਈ ਰਾਹ ਹੀ ਨਜ਼ਰ ਨਹੀਂ ਆ ਰਿਹਾ। ਤੇ ਰਾਹ ਨਾ ਨਜ਼ਰ ਆਉਣ ਕਰਕੇ ਇਹ ਸਾਡੀ ਜਿਹੜੀ ਪ੍ਰਬੰਧਕੀ ਯੋਗਤਾ ਉਹ ਸਾਰੀ ਦੀ ਸਾਰੀ ਨਿਸਫਲ ਜਾ ਰਹੀ ਹੈ। ਉਹਦੇ ਨਿਸਫਲ ਜਾਣ ਨਾਲ ਬੱਚਿਆਂ ਦੇ ਭਵਿੱਖ ਦੀ ਜਿਹੜੀ ਦਿਸ਼ਾ ਹੈ ਉਹ ਵੀ ਜਿਹੜੀ ਉਹ ਦਿਸ਼ਾਹੀਨਤਾ ਵੱਲ ਮੁੜਦੀ ਜਾਂਦੀ। ਜੀ ਜੀ ਜੀ, ਮੇਰੇ ਖਿਆਲ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆਪਾਂ ਕੀਤੀਆਂ ਨੇ। ਬਿਨਾਂ ਸ਼ੱਕ ਕੋਈ ਹੱਲ ਆਪਾਂ ਅੱਜ ਦੀ ਮੀਟਿੰਗ 'ਚ ਨਹੀਂ ਕੱਢ ਸਕਦੇ ਕਿਉਂਕਿ ਇਹ ਰਿੜਕਣਾ ਹੈ, ਰਿੜਕ ਰਹੇ ਹਾਂ ਆਪਾਂ ਇਹਨਾਂ ਸਾਰੀਆਂ ਗੱਲਾਂ ਨੂੰ। ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਵਾਦ ਹੋਰ ਭਖਣਾ ਤੇ ਹੋਰ ਚੱਲਣਾ ਚਾਹੀਦਾ ਹੈ। ਸਾਡਾ ਮਕਸਦ ਸਿਰਫ ਇੰਨਾ ਕੀ ਸੀ ਕਿ ਇਹੋ ਜਿਹੇ ਮੁੱਦਿਆਂ ਤੇ ਕੋਈ ਗੱਲ ਛੇੜੀ ਜਾਵੇ ਤੇ ਅਸੀਂ ਉਹ ਗੱਲ ਛੇੜਨ ਦੇ ਵਿੱਚ ਕਾਮਯਾਬ ਰਹੇ ਹਾਂ। ਸਵਾਲ ਤੁਹਾਡੇ ਮਨਾਂ ਦੇ ਵਿੱਚ ਬਹੁਤ ਨੇ, ਜਵਾਬ ਵੀ ਸਾਡੇ ਚਿੰਤਕਾਂ ਕੋਲੇ ਬਹੁਤ ਨੇ, ਪਰ ਵਕਤ ਸਾਨੂੰ ਅੱਗੇ ਇਜਾਜ਼ਤ ਨਹੀਂ ਦੇ ਰਿਹਾ। ਮੈਂ ਮੈਡਮ ਸਰਬਜੀਤ ਕੌਰ ਸੋਹਲ ਹੋਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਸਾਡੇ ਮਹਿਮਾਨਾਂ ਲਈ ਧੰਨਵਾਦੀ ਸ਼ਬਦ ਬੋਲਣ। ਸਾਡੇ ਵਿਸ਼ੇਸ਼ ਮਹਿਮਾਨ ਤੇ ਸਾਡੇ ਨਾਲ ਜਿਹੜੇ ਸਾਰੇ ਜੁੜੇ ਹੋਏ ਮਹਿਮਾਨ ਨੇ ਉਹਨਾਂ ਲਈ ਬਹੁਤ ਸ਼ੁਕਰੀਆ ਡਾਕਟਰ ਕੁਲਦੀਪ ਦੀਪ ਜੀ। ਬਹੁਤ ਹੀ ਸੋਹਣੀਆਂ ਗੱਲਾਂ ਔਰ ਨਵੀਆਂ ਜਿਹੜੀਆਂ ਸੋਚ ਦੀਆਂ ਦ੍ਰਿਸ਼ਟੀਆਂ ਨੇ ਉਹ ਸਾਹਮਣੇ ਆਈਆਂ। ਧਰਮਿੰਦਰ ਸਿੰਘ ਉੱਭਾ ਜੀ ਬਹੁਤ ਸਕਾਲਰ ਪ੍ਰਿੰਸੀਪਲ ਨੇ ਤੇ ਹਰਚੰਦ ਸਿੰਘ ਬੇਦੀ ਜੀ ਵੀ ਬਹੁਤ ਲੰਮਾ ਤਜਰਬਾ ਆ ਇਹਨਾਂ ਦਾ ਸਿੱਖਿਆ ਦੇ ਖੇਤਰ ਦੇ ਵਿੱਚ। ਤੇ ਜੋ ਗੱਲਾਂ ਸ਼ਾਇਦ ਅਖੀਰਲੇ ਉਹਦੇ 'ਚ ਉਹਨਾਂ ਨੇ ਆਪਣੀ ਗੱਲਬਾਤ ਦੇ ਵਿੱਚ ਸਮ ਅਪ ਕੀਤੀਆਂ ਉਹ ਵੀ ਬਹੁਤ ਹੀ ਖੂਬਸੂਰਤ ਤੇ ਬੜੀਆਂ ਵੈਲਿਊਏਬਲ ਨੇ। ਤੇ ਜਿਹੜੀ ਆਪਾਂ ਇੱਕ ਸ਼ੁਰੂ 'ਚ ਗੱਲ ਕੀਤੀ ਸੀ ਕਿ ਸਾਹਿਤ ਬਦਲਾਵ ਲਿਆ ਸਕਦਾ ਜਾਂ ਨਹੀਂ, ਤਾਂ ਮੈਂ ਅੱਜ ਦੀ ਗੱਲ ਕਰਦੀ ਹਾਂ ਕਿ ਅੱਜ ਮੈਂ ਦੋ ਇਹੋ ਜਿਹੀਆਂ ਵੀਡੀਓਜ਼ ਵੇਖੀਆਂ। ਇੱਕ ਸੰਗੀਲਾ ਜੀ ਨੇ, ਸੁਰਿੰਦਰ ਸੰਗੀਲਾ ਮੇਰਾ ਖਿਆਲ, ਉਹਨਾਂ ਦੀ ਵੀਡੀਓ ਸੀ ਔਰ ਉਹ ਪੂਰਾ ਉਹ ਜਿਹੜਾ ਅੱਜ ਕੱਲ੍ਹ ਦੇ ਹਾਲਾਤ ਦੇ ਵਿੱਚ ਕਿਵੇਂ ਕ੍ਰਾਂਤੀ ਆ ਸਕਦੀ ਹੈ, ਕਿਵੇਂ ਬਗਾਵਤ ਹੋ ਸਕਦੀ ਹੈ, ਕਿਵੇਂ ਬੰਦੇ ਨੇ ਵਿਦਰੋਹ ਕਰਨਾ, ਉਹ ਸਾਰਾ ਉਹਦੇ ਵਿੱਚ ਸੀਗਾ। ਔਰ ਇੱਕ ਮੈਂ ਕਵਿਤਾ ਸੁਣੀ ਡਾਕਟਰ ਸੁਰਜੀਤ ਪੰਜਾਬੀ ਯੂਨੀਵਰਸਿਟੀ, ਉਹਨਾਂ ਨੇ ਉਹਨਾਂ ਦੇ ਕਿਸੇ ਵਿਦਿਆਰਥੀ ਦੀ ਸੀ ਤੇ ਉਹ ਇੱਕ ਜਿਵੇਂ ਪਿੰਡ 'ਚ ਨਾਟਕ ਖੇਡ ਰਹੇ ਹੁੰਦੇ, ਨੁੱਕੜ ਨਾਟਕ, ਉਵੇਂ ਉਹ ਕਵਿਤਾ ਸੁਣਾ ਰਿਹਾ ਸੀ ਤੇ ਉਹਦੇ ਵਿੱਚ ਵੀ ਉਹ ਆਪਣਾ ਵਿਰੋਧ ਪ੍ਰਗਟ ਕਰ ਰਿਹਾ ਸੀਗਾ। ਸੋ ਇਹ ਚੀਜ਼ਾਂ ਹੌਲੀ ਹੌਲੀ ਸਾਹਮਣੇ ਆਉਂਦੀਆਂ ਨੇ ਕਿਉਂਕਿ ਇਸ ਵੇਲੇ ਅਸੀਂ ਉਸ ਦੌਰ ਦੇ ਵਿੱਚ ਹਾਂ ਜਿੱਥੇ ਅਨਿਸ਼ਚਿਤਤਾ ਹੈ, ਜਿੱਥੇ ਬਹੁਤ ਕੁਝ ਸੱਚੀ ਮੁੱਚੀ ਦ੍ਰਿਸ਼ਟੀਹੀਨ ਹੋਇਆ, ਸਾਨੂੰ ਭਵਿੱਖ ਕੁਝ ਵੀ ਨਜ਼ਰ ਨਹੀਂ ਆ ਰਿਹਾ। ਤੇ ਜਿਹੜਾ ਬਿਲਕੁਲ ਇਹ ਸਾਰੇ ਦਾ ਸਾਰਾ ਰਾਜਨੀਤੀ ਤੇ ਹੀ ਆਧਾਰਿਤ ਹੈ ਔਰ ਉਹਨਾਂ ਨੂੰ ਅਜੇ ਵੀ ਕੁਝ ਸਮਝ ਨਹੀਂ ਆਉਂਦਾ। ਜਿਹੜੇ ਹਾਲਾਤ ਨੇ ਅੱਜ ਕੱਲ੍ਹ ਦੇ, ਉਹ ਬੰਦੇ ਦੇ ਵਿੱਚ ਨਿਰਾਸ਼ਾ ਆ। ਜਿਵੇਂ ਬੇਦੀ ਸਾਹਿਬ ਨੇ ਆਖਿਆ ਕਿ ਇੱਕ ਅਧਿਆਪਕ 32 ਸਾਲ ਗਾਲ ਕੇ 30-32 ਸਾਲ ਤੇ ਉਸ ਤੋਂ ਬਾਅਦ ਉਹ ਪ੍ਰੋਫੈਸਰ ਬਣਦਾ ਆ ਤੇ ਫਿਰ ਉਸ ਤੋਂ ਬਾਅਦ ਵੀ ਉਹਦਾ ਕਿਤਾਬਾਂ ਦੇ ਨਾਲ ਪੂਰਾ ਵਾਹ ਵਾਸਤਾ ਰਹਿੰਦਾ। ਪਰ ਮੈਂ ਸੱਚ ਦੱਸਦੀ ਹਾਂ, ਸਾਡੇ ਜਿਹੜੇ ਗੈਸਟ ਫੈਕਲਟੀ ਨੇ ਉਹਨਾਂ ਦੀ ਤਨਖਾਹ ਸਾਡੇ ਕਲਰਕ ਨਾਲੋਂ ਘੱਟ ਆ। ਇੱਥੋਂ ਤੱਕ ਕਿ ਇੱਕ ਤੁਸੀਂ ਜਿਹੜਾ ਰੈਗੂਲਰ ਮਾਲੀ ਆ ਤੇ ਇੱਕ ਜਿਹੜਾ ਬਿਲਕੁਲ ਆਪਾਂ ਪੀਟੀਏ 'ਚੋਂ ਫੈਕਲਟੀ ਰੱਖਦੇ ਆ, ਉਹ ਰੈਗੂਲਰ ਮਾਲੀ ਦੀ ਤਨਖਾਹ ਉਸ ਐਮਫਿਲ ਨੈਟ ਵਾਲੇ ਤੋਂ ਜ਼ਿਆਦੇ ਆ। ਸੋ ਕਹਿਣ ਦਾ ਭਾਵ ਇਹ ਆ ਕਿ ਔਰ ਜਿਹੜਾ ਹੁਣ ਦਾ ਦੌਰ ਹੈ ਉਹਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਹਾਲਾਤ ਜਿਹੜੇ ਨੇ ਉਹ ਵੀ ਆਪਾਂ ਸਭ ਦੇ ਸਾਹਮਣੇ ਆ ਤੇ ਦਿਸ਼ਾਹੀਣਤਾ ਬਹੁਤ ਜ਼ਿਆਦਾ ਆ। ਸਮੱਸਿਆਵਾਂ ਬਹੁਤ ਜ਼ਿਆਦਾ ਨੇ ਹਰ ਪਾਸੇ। ਤੇ ਈਵਨ ਇੱਥੋਂ ਤੱਕ ਕਿ ਮੈਂ ਇਹ ਵੇਖ ਰਹੀ ਸੀ ਕਿ ਜੇ ਹੁਣ ਇਹਨਾਂ ਦਿਨਾਂ ਦੇ ਵਿੱਚ ਆਪਾਂ ਕਿਤੇ ਬਠਿੰਡੇ ਦੇ ਵਿੱਚ ਕਿਤੇ ਜਿਵੇਂ ਏਮਸ ਬਣ ਰਿਹਾ ਸੀ ਜਾਂ ਹੁਣ ਅਸੀਂ ਮੈਨੂੰ ਸ਼ਾਇਦ ਇਹ ਧਾਰਮਿਕ ਗੱਲ ਹੋ ਜੂਗੀ ਪਰ ਮੇਰਾ ਮਨ ਹੈ ਕਿ ਮੈਨੂੰ ਸਾਂਝੀ ਕਰਨੀ ਚਾਹੀਦੀ ਆ ਕਿ ਇਸ ਵੇਲੇ ਸਾਨੂੰ ਰਾਮ ਮੰਦਿਰ ਦੀ ਲੋੜ ਨਹੀਂ ਆ, ਇਸ ਵੇਲੇ ਤਾਂ ਸਾਨੂੰ ਚੰਗੇ ਹਸਪਤਾਲਾਂ ਦੀ ਲੋੜ ਹੈ। ਜੇ ਅਸੀਂ ਓਨੈਸਟਲੀ ਆਪਣੀ ਰਿਆਇਆ ਲਈ ਕੰਮ ਕਰਨਾ ਚਾਹੁੰਦੇ ਹਾਂ, ਮਨੁੱਖਤਾ ਦੇ ਲਈ ਕੰਮ ਕਰਨਾ ਚਾਹੁੰਦੇ ਹਾਂ, ਸੋ ਇਹ ਮਨੁੱਖਤਾ ਦੇ ਲਈ ਹੌਕਾ, ਬੰਦੇ ਨੂੰ ਬੰਦਾ ਬਣਾਉਣ ਵਾਲਾ ਹੌਕਾ ਜਿਹੜਾ ਉਹ ਸਾਹਿਤ ਨੇ ਦੇਣਾ, ਉਹ ਅਦੀਬਾਂ ਨੇ ਦੇਣਾ, ਉਹ ਚਿੰਤਕਾਂ ਨੇ ਦੇਣਾ। ਤੇ ਇਹੀ ਰਾਹ ਰਸਤਾ ਜਿਹੜਾ ਆ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਦਰਸਾਉਣਾ ਆ।
ਪਤਾ ਨਹੀਂ ਅਸੀਂ ਕਿੰਨੇ ਕਾਮਯਾਬ ਹੁੰਨੇ ਆ, ਪਰ ਬਹੁਤ ਸੋਹਣੇ ਸੋਹਣੇ ਸਾਨੂੰ ਕਮੈਂਟਸ ਆਏ ਨੇ ਅੱਜ। ਔਰ ਇੱਥੋਂ ਤੱਕ ਕਿਹਾ ਗਿਆ ਕਿ ਇੰਨੀ ਕੰਪਲੀਟ ਗੱਲਬਾਤ ਹੋਈ ਹੈ ਕਿ ਸਾਡੇ ਕੋਲੇ ਸਵਾਲ ਪੁੱਛਣ ਨੂੰ ਕੁਝ ਨਹੀਂ ਰਿਹਾ। ਸੋ ਜਿਉਂ-ਜਿਉਂ ਪ੍ਰੋਗਰਾਮ ਅੱਗੇ ਤੁਰਦਾ ਗਿਆ, ਜਿਵੇਂ ਅੱਜ 36ਵਾਂ ਇਸ ਦਾ ਲੜੀ ਸੀ, ਤੇ ਮੈਨੂੰ ਲੱਗਦਾ ਹਰ ਰੋਜ਼ ਇਹ ਪ੍ਰੋਗਰਾਮ ਨਵੀਆਂ ਉਚਾਈਆਂ ਤੇ ਨਵੀਆਂ ਬੁਲੰਦੀਆਂ ਤੇ ਜਾ ਰਿਹਾ, ਔਰ ਅਸੀਂ ਹਰ ਰੋਜ਼ ਇੱਕ ਨਵੀਂ ਖਿੜਕੀ ਜਿਹੜੀ ਆ ਉਹ ਖੋਲ ਰਹੇ ਆ, ਜਿਹਦੇ ਚੋਂ ਠੰਡੀ ਹਵਾ ਦਾ ਬੁੱਲਾ ਆਉਂਦਾ ਆ, ਜਿਹਦੇ ਚੋਂ ਸਾਨੂੰ ਤਾਜ਼ੀ ਹਵਾ ਤੇ ਜਿਵੇਂ ਕਹਿ ਲਓ ਕਿ ਆਕਸੀਜਨ, ਵਧੀਆ ਵਾਲੀ ਆਕਸੀਜਨ ਉਹ ਮਿਲ ਰਹੀ ਆ। ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ, ਹਰਚੰਦ ਸਿੰਘ ਬੇਦੀ ਜੀ, ਧਰਮਿੰਦਰ ਸਿੰਘ ਉੱਭਾ ਜੀ, ਸੁਸ਼ੀਲ ਆਜ਼ਾਦ ਜੀ ਤੇ ਸ਼ਬਨਮ ਖਾਨ। ਬਿਟੀਆ ਦੀ ਆਵਾਜ਼ ਬਹੁਤ ਸੋਹਣੀ ਹੈ, ਸੋ ਕਿਸੇ ਵੇਲੇ ਇਹਨੂੰ ਚੰਗੀ ਤਰ੍ਹਾਂ ਸੁਣਨ ਨੂੰ ਵੀ ਜੀ ਕਰਦਾ। ਸੋ ਅੱਜ ਸਾਡੇ ਨਾਲ ਬਹੁਤ ਸਾਰੇ ਅਦੀਬ ਜਿਹੜੇ ਜੁੜੇ ਹੋਏ ਨੇ, ਉਹਨਾਂ ਦੇ ਵਿੱਚ ਮੈਂ ਨਾਮ ਉਹਨਾਂ ਦੇ ਲੈਣ ਦੀ ਖੁਸ਼ੀ ਲੈ ਰਹੀ ਹਾਂ। ਪੁਸ਼ਪਿੰਦਰ ਜੋਸਨ, ਨਰਿੰਦਰਪਾਲ ਕੰਗ, ਵਿਵੇਕ ਭਾਰਦਵਾਜ, ਮਨਮੋਹਨ ਕੌਰ, ਕੁਲਵਿੰਦਰ ਮਠਾੜੂ, ਪ੍ਰਮੋਦ ਸ਼ਾਸਤਰੀ, ਭੁਵਨੇਸ਼ ਜਰਨਾਈ, ਸੁਖਦਰਸ਼ਨ ਕੌਰ, ਕਮਲ ਸੇਖੋਂ, ਦਵਿੰਦਰਪਾਲ ਸਿੰਘ ਗੁਰਾਇਆ, ਹਰਪ੍ਰੀਤ ਕੰਗ, ਦੀਪ ਸੰਧੂ, ਬਮਲਜੀਤ ਕੌਰ ਮਾਨ, ਹਰਜੀਤ ਕੌਰ ਬਸਰਾ, ਡਾਕਟਰ ਦਵਿੰਦਰ ਸਿੰਘ ਬੋਹਾ, ਨਰਿੰਦਰ ਸਿੰਘ। ਇਹ ਨਰਿੰਦਰ ਸਿੰਘ ਜੀ ਹਰ ਰੋਜ਼ ਸਾਡੇ ਨਾਲ ਜੋੜਦੇ ਨੇ, ਔਰ ਇਹ ਸੰਗਰੂਰ ਤੋਂ ਨੇ, ਔਰ ਬੜੇ ਅੱਛੇ ਅੱਛੇ ਕਮੈਂਟਸ ਸਾਨੂੰ ਹਰ ਰੋਜ਼ ਇਹ ਦਿੰਦੇ ਨੇ, ਪ੍ਰੋਗਰਾਮ ਬਾਰੇ ਗੱਲਬਾਤ ਕਰਦੇ ਨੇ, ਜਾਂ ਕੋਈ ਸਵਾਲ ਹੁੰਦਾ ਤੇ ਉਹ ਅਸੀਂ ਅਖੀਰ ਤੇ ਪੁੱਛ ਲੈਂਦੇ ਹਾਂ। ਸੋ ਇਹਨਾਂ ਦਾ ਬਹੁਤ ਧੰਨਵਾਦ। ਅਮਨ ਸੀ ਸਿੰਘ, ਪਰਮਿੰਦਰ ਸੋਢੀ ਜੀ ਜਾਪਾਨ ਤੋਂ, ਕਿਉਂਕਿ ਅਸੀਂ ਮੇਰਾ ਖਿਆਲ ਹਰ ਰੋਜ਼ ਜਾਪਾਨ ਬਾਰੇ ਕੋਈ ਨਾ ਕੋਈ ਗੱਲ ਅਸੀਂ ਜ਼ਰੂਰ ਕਰਦੇ ਹਾਂ। ਬਲਵਿੰਦਰ ਚਾਹਲ, ਗੁਰਪ੍ਰੀਤ। ਇਹਦੇ ਨਾਲ ਨਾਲ ਸਾਡੇ ਕੋਲ ਅੱਜ ਗੁਰਵਿੰਦਰ ਸਿੰਘ ਚਾਹਲ, ਬਲਵਿੰਦਰ ਸਿੰਘ, ਧਰਮ ਕਮਿਆਣਾ, ਬਲਕਾਰ ਸਿੱਧੂ, ਇੰਜੀਨੀਅਰ ਕਰਮਜੀਤ ਸਿੰਘ ਜੀ, ਛਿੰਦਰ ਕੌਰ ਸਰਸਾ ਤੋਂ, ਗੁਰਜੰਟ ਚਾਹਲ, ਹਰਪ੍ਰੀਤ ਕੌਰ ਗੁਰਾਇਆ, ਪ੍ਰਭਮੀਤ ਸਿੰਘ, ਪ੍ਰਭਜੋਤ ਸੋਹੀ, ਬੇਅੰਤ ਕੌਰ ਸਾਹੀ, ਹਰਜੀਤ ਕੌਰ ਬਮਰਾ, ਬਲਬੀਰ ਕੌਰ ਰੀਹਲ, ਹਰਜਾਪ ਸਿੰਘ ਔਜਲਾ। ਇਹ ਵੀ ਬੜੇ ਅੱਛੇ ਹਿਸਟੋਰੀਅਨ ਨੇ, ਔਰ ਇਹ ਵੀ ਕਿਸੇ ਦਿਨ ਅਸੀਂ ਇਹਨਾਂ ਨੂੰ ਪ੍ਰੋਗਰਾਮ 'ਚ ਬੁਲਾਵਾਂਗੇ। ਇਹਨਾਂ ਨੂੰ ਤਕਰੀਬਨ ਵੰਡ ਵੇਲੇ ਦੀਆਂ ਹਿਸਟਰੀ ਦੀਆਂ ਸਾਰੀਆਂ ਗੱਲਾਂ ਆਪਾਂ ਇਹਨਾਂ ਤੋਂ ਸੁਣ ਸਕਦੇ ਹਾਂ। ਕਮਲਜੀਤ ਦੋਸਾਂਝ ਨੱਤ, ਸਵਰਨਜੀਤ ਸਿੰਘ ਭਗਤਾ, ਹਰਮਿੰਦਰ ਘੁੰਮਣ, ਕੇਵਲ ਧੀਰ, ਜਸਵਿੰਦਰ ਫਗਵਾੜਾ, ਜਰਨੈਲ ਸਿੰਘ ਸਰਾਂ, ਸੁਨੀਲ ਚੰਦਿਆਨਵੀ, ਕਮਲਜੀਤ ਦੋਸਾਂਝ, ਰਵਿੰਦਰ ਸਿੰਘ ਸਹਿਰਾ, ਮਨਪ੍ਰੀਤ ਮਹਿਨਾਜ਼, ਬਮਲਜੀਤ ਮਾਨ, ਗੁਰਪ੍ਰੀਤ ਸਹਿਸਰਾ, ਜਨਮੇਜਾ ਸਿੰਘ ਜੋਹਲ, ਹਰਦੀਪ ਮਹਾਲੋਂ ਤੋਂ, ਇਹ USA ਨੇ, ਸਹਿਜਪ੍ਰੀਤ ਮਾਂਗਟ, ਗੁਰਸ਼ੀਨ ਗੁਰਾਇਆ, ਇਹ ਆਸਟ੍ਰੇਲੀਆ ਤੋਂ ਹੈ ਸਾਡੀ ਬੇਟੀ, ਸੁਨੀਲ ਚੰਦਿਆਨਵੀ, ਨਰਿੰਦਰ ਸਿੰਘ ਸੰਗਰੂਰ ਤੋਂ, ਜਿਵੇਂ ਮੈਂ ਪਹਿਲਾਂ ਵੀ ਦੱਸਿਆ, ਅਤਰਜੀਤ ਸਿੰਘ ਕਹਾਣੀਕਾਰ, ਸੁਖਦਰਸ਼ਨ ਕੌਰ, ਸਤਨਾਮ ਸਿੰਘ ਜੱਸਲ, ਡਾਕਟਰ ਗਗਨਦੀਪ ਸਿੰਘ ਸੰਗਰੂਰ ਤੋਂ, ਹਰਵਿੰਦਰ ਕੌਰ, ਕੋਮਲ ਸਿੰਘ, ਜਸਪ੍ਰੀਤ, ਨਰਿੰਦਰ ਸਿੰਘ ਚੱਕਲ, ਇਹ UK ਤੋਂ ਨੇ, ਰਾਮ ਸਿੰਘ ਸਰਾ, ਔਰ ਸੰਜੀਵਨ, ਜਿਹੜੇ ਕਿ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਬਹੁਤ ਸਹਾਇਕ ਹੁੰਦੇ ਨੇ ਇਸ ਪ੍ਰੋਗਰਾਮ ਨੂੰ ਬ੍ਰੌਡਕਾਸਟ ਕਰਨ ਵਿੱਚ। ਸੋ ਇਹਨਾਂ ਸਾਰਿਆਂ ਦਾ ਪੰਜਾਬ ਸਾਹਿਤ ਅਕੈਡਮੀ ਦੇ ਮੰਚ ਤੋਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਅੱਜ ਦੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ, ਆਪਣੇ ਸੋਹਣੇ ਸੁਚੱਜੇ ਨਵੇਂ ਵਿਚਾਰ, ਨਵੀਆਂ ਦ੍ਰਿਸ਼ਟੀਆਂ ਜਿਹੜੀਆਂ ਨੇ ਉਹ ਸਾਡੇ ਦਰਸ਼ਕਾਂ ਦੇ ਸਾਹਮਣੇ ਰੱਖੀਆਂ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਔਰ ਉਮੀਦ ਆ ਕਿ ਅਸੀਂ ਜਿਵੇਂ ਗੁਰੂ ਸਾਹਿਬ ਦੀ ਜੀਵਨ ਜਾਚ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਤਾਂ ਇਸੇ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਦੇਵੇ, ਚੰਗੀ ਸੋਚ ਦੇਵੇ, ਖਾਸ ਕਰਕੇ ਸਾਡੇ ਰਾਜਨੀਤੀਵਾਨਾਂ ਨੂੰ ਬਹੁਤੀ ਨਹੀਂ ਤਾਂ ਥੋੜੀ ਬਹੁਤੀ ਸੋਝੀ ਜ਼ਰੂਰ ਦੇਵੇ ਕਿ ਉਹ ਰਿਆਇਆ ਦੇ ਨਾਲ ਇਨਸਾਫ ਕਰ ਸਕਣ। ਸੋ ਆਪਣੀ ਜ਼ਮੀਰ ਨੂੰ ਵੀ ਅਸੀਂ ਜਵਾਬ ਦੇਣਾ ਹੁੰਦਾ। ਸੋ ਇਹਨਾਂ ਸ਼ਬਦਾਂ ਦੇ ਨਾਲ ਉਹਨਾਂ ਸਾਰੇ ਪਿਆਰੇ ਪਿਆਰੇ ਦਰਸ਼ਕਾਂ, ਚਿੰਤਕਾਂ ਜਿਹੜੇ ਸਾਡੇ ਨਾਲ ਜੁੜੇ ਨੇ ਤੇ ਕੁਝ ਅੱਜ ਸਾਡੇ ਨਾਲ ਨਹੀਂ ਜੁੜ ਪਾਏ, ਉਹਨਾਂ ਦਾ ਧੰਨਵਾਦ। ਅੱਜ ਇਸ ਗੱਲ ਦੀ ਵੀ ਮਾਫੀ ਚਾਹੁੰਦੇ ਆ, ਸ਼ਿਵਨਾਥ ਦਰਦੀ ਜੀ ਵੀ ਫਰੀਦਕੋਟ ਤੋਂ ਸਾਡੇ ਨਾਲ ਨੇ, ਉਹ ਵੀ ਧੰਨਵਾਦ ਕਰ ਰਹੇ ਨੇ। ਸੋ ਇਸ ਕੁਝ ਕਨੈਕਸ਼ਨ ਦੀ ਵਿੱਚ ਮੈਨੂੰ ਲੱਗਦਾ ਅੱਜ ਥੋੜੀ ਜਿਹੀ ਪ੍ਰੋਬਲਮ ਸੀਗੀ, ਜਿਹਦੇ ਕਰਕੇ ਅਸੀਂ ਥੋੜੀ ਜਿਹੀ ਪਹਿਲਾਂ ਸ਼ੁਰੂ ਦੇ ਵਿੱਚ ਗੜਬੜ ਸੀ।
ਪਰ ਫਿਰ ਵੀ ਜ਼ਰੂਰ ਅਸੀਂ ਇਹਨਾਂ ਗੱਲਾਂ ਨੂੰ ਜਿਹੜਾ, ਕਿਉਂਕਿ ਇਹਨੇ YouTube ਤੇ ਚਲੇ ਜਾਣਾ, ਇਹ ਪ੍ਰੋਗਰਾਮ ਰਿਕਾਰਡ ਹੋ ਗਿਆ ਤੇ ਇਹਨੂੰ ਕਦੇ ਵੀ ਕਿਤੇ ਵੀ ਅਸੀਂ ਸੁਣ ਸਕਦੇ ਹਾਂ, ਤੁਸੀਂ ਇਸ ਨੂੰ ਸਾਂਝਾ ਕਰ ਸਕਦੇ ਆ। ਸੋ ਇਹ ਜਿਹੜੀਆਂ ਗੱਲਾਂ ਨੇ ਉਹ ਹੋਰ ਸਭ ਤੱਕ ਪਹੁੰਚਣ ਤੇ ਪੂਰਾ ਵਿਸ਼ਵ ਜਿਹੜਾ ਵਾ, ਮੈਨੂੰ ਤੇ ਵੈਸੇ ਆਪਣਾ ਹੀ ਘਰ ਲੱਗਦਾ ਹੁੰਦਾ ਹੈ, ਬਹੁਤ ਮੁਲਕ ਵੇਖੇ ਘੁੰਮੇ ਫਿਰੇ। ਸੋ ਮਨੁੱਖ ਹਰ ਥਾਂ ਤੇ ਇੱਕੋ ਜਿਹਾ ਹੁੰਦਾ, ਮਨੁੱਖ ਦੇ ਦਰਦ ਓਨੇ ਹੀ ਦਰਦੀਲੇ ਹੁੰਦੇ ਆ, ਖੁਸ਼ੀਆਂ ਓਨੀਆਂ ਹੀ ਵਧੀਆ ਹੁੰਦੀਆਂ ਨੇ। ਸੋ ਹਰ ਥਾਂ ਤੇ ਮਨੁੱਖ ਦੇ ਜਿਹੜੇ ਜਜ਼ਬੇ ਨੇ, ਮੁਹੱਬਤ ਆ, ਦੁੱਖ ਆ, ਖੂਨ ਦਾ ਰੰਗ ਆ, ਉਹ ਸਾਰਾ ਇੱਕੋ ਜਿਹਾ। ਸੋ ਪਿਆਰ 'ਚ ਖੁੱਲੀਆਂ ਬਾਹਾਂ ਦਾ ਜਿਹੜਾ ਰਿਸ਼ਤਾ, ਮੈਂ ਕਹੂੰਗੀ ਕਿ ਉਹ ਸਾਰੀ ਮਨੁੱਖਤਾ 'ਚ ਇੱਕੋ ਜਿਹਾ। ਸੋ ਚਲੋ ਆਪਾਂ ਉਸ ਮਨੁੱਖਤਾ ਵਾਲੇ ਰਿਸ਼ਤੇ ਦੇ ਨਾਲ ਨਿਭੀਏ, ਅੱਗੇ ਵਧੀਏ ਤੇ ਚੰਗਾ ਸੋਚੀਏ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸ਼ੁਭ ਰਾਤਰੀ ਜੀ ਦੋਸਤੋ, ਬਹੁਤ ਬਹੁਤ ਧੰਨਵਾਦ ਮੈਡਮ ਤੁਹਾਡਾ। ਕੱਲ ਅਸੀਂ ਇਸੇ ਵਕਤ ਕਵਿਤਾ ਦੇ ਰੰਗ ਦੇ ਵਿੱਚ ਰੰਗਾਂਗੇ। ਸਾਡਾ ਹਰ ਐਤਵਾਰ ਸੰਕਟ ਕਾਲ ਦੀ ਸ਼ਾਇਰੀ ਦੇ ਰੰਗਾਂ ਨੂੰ ਸਮਰਪਿਤ ਹੁੰਦਾ ਹੈ। ਇਸ ਵਾਰੀ ਸਾਡੇ ਨਾਲ ਜੁੜ ਰਹੇ ਨੇ ਸੁਖਵਿੰਦਰ ਅੰਮ੍ਰਿਤ, ਜਾਪਾਨ ਤੋਂ ਪਰਮਿੰਦਰ ਸੋਢੀ ਜੀ, ਕੈਨੇਡਾ ਤੋਂ ਗੁਰਮਿੰਦਰ ਸਿੱਧੂ, ਬਰਨਾਲੇ ਤੋਂ ਤਰਸੇਮ, ਕੈਨੇਡਾ ਤੋਂ ਇੰਦਰਜੀਤ ਧਾਮੀ, ਪਟਿਆਲੇ ਤੋਂ ਸੰਦੀਪ ਜਸਵਾਲ, ਇਟਲੀ ਤੋਂ ਬਿੰਦਰ ਤੇ ਸਾਡੇ ਪਟਿਆਲੇ ਤੋਂ ਇੱਕ ਹੋਰ ਨਵੇਂ ਸਾਡੇ ਸ਼ਹਿਰ ਨੇ ਜੋ ਹਰ ਰੋਜ਼ ਸਾਡੇ ਸਮਾਗਮ ਦੇ ਵਿੱਚ ਸ਼ਾਮਲ ਹੁੰਦੇ ਨੇ, ਜਗਪਾਲ ਚੈਨ। ਸੋ ਇਹਨਾਂ 8 ਕਵੀਆਂ ਦਾ ਅਸੀਂ ਕੱਲ, ਡਾਕਟਰ ਸਾਹਿਬ ਅਮਰੀਕਾ ਵਾਲੇ ਵੀ ਆਉਣਗੇ। ਜੀ ਜੀ ਜੀ, ਇਹ ਇਹਨਾਂ ਕਵੀਆਂ ਦੀ ਸੰਗਤ ਨੂੰ ਅਸੀਂ ਕੱਲ ਮਾਣਾਂਗੇ ਤੇ ਕੱਲ ਮਿਲਦੇ ਹਾਂ ਦੋਸਤੋ ਇਸੇ ਵਕਤ। ਸਾਡੇ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ।